ਤੁਸੀਂ ਕਿਹੜੀ ਰੁੱਤੇ ਆਏ ਮੇਰੇ ਰਾਮ ਜੀਓ, ਤੁਸੀਂ ਕਿਹੜੀ ਰੁੱਤੇ ਆਏ ਮੇਰੇ ਰਾਮ ਜੀਓ, ਜਦੋਂ ਬਾਗੀ ਫੁੱਲ ਕਮਲਾਏ ਮੇਰੇ ਰਾਮ ਜੀਓ। ਤੁਸੀਂ ਕਿਹੜੀ ਰੁੱਤੇ ਆਏ ਮੇਰੇ ਰਾਮ ਜੀਓ, ਜਦੋਂ ਬਾਗੀ ਫੁੱਲ ਕਮਲਾਏ ਮੇਰੇ ਰਾਮ ਜੀਓ। ਕਿੱਥੇ ਸੋ ਜਦ ਅੰਗ ਸੰਗ ਸਾਡੇ ਰੁੱਤ ਜੋ ਬੰਦੀ ਮੌਲੀ, ਕਿੱਥੇ ਸੋ ਜਦ ਅੰਗ ਸੰਗ ਸਾਡੇ ਰੁੱਤ ਜੋਬਨ ਦੀ ਮੌਲੀ। ਕਿੱਥੇ ਸੋ ਜਦ ਤਨ ਮਨ ਸਾਡੇ ਗਈ ਕਥੂਰੀ ਕੋਲੀ। ਕਿੱਥੇ ਸੋ ਜਦ ਸਾਹ ਵਿੱਚ ਚੰਬਾ ਚੇਤਰ ਬੀਜਣ ਆਏ ਮੇਰੇ ਰਾਮ ਜੀਓ, ਤੁਸੀਂ ਕਿਹੜੀ ਰੁੱਤੇ ਆਏ ਮੇਰੇ ਰਾਮ ਜੀਓ, ਜਦੋਂ ਬਾਗੀ ਫੁੱਲ ਕਮਲਾਏ। ਕਿੱਥੇ ਸੋ ਮੇਰੇ ਪ੍ਰਭ ਜੀ ਜਦ ਇਹ ਕੰਜਕ ਜਿੰਦ ਨਿਮਾਣੀ, ਨੀਮ ਪਿਆਜੀ ਰੂਪ ਸਰਾਂਦਾ ਪੀ ਕੇ ਆਈ ਪਾਣੀ। ਕਿੱਥੇ ਸੋ ਮੇਰੇ ਪ੍ਰਭ ਜੀ ਜਦ ਇਹ ਕੰਜਕ ਜਿੰਦ ਨਿਮਾਣੀ, ਨੀਮ ਪਿਆਜੀ ਰੂਪ ਸਰਾਂਦਾ ਪੀ ਕੇ ਆਈ ਪਾਣੀ। ਕਿੱਥੇ ਸੋ ਜਦ ਧਰਮੀ ਬਾਬਲ ਸਾਡੇ ਕਾਜ ਰਜਾਏ ਮੇਰੇ ਰਾਮ ਜੀਓ, ਤੁਸੀਂ ਕਿਹੜੀ ਰੁੱਤੇ ਆਏ ਮੇਰੇ ਰਾਮ ਜੀਓ, ਜਦ ਬਾਗੀ ਫੁੱਲ ਕਮਲਾਏ। ਕਿੱਥੇ ਸੋ ਜਦ ਨਹੁੰ ਟੁੱਕਦੀ ਦੇ ਸਾਉਣ ਮਹੀਨੇ ਬੀਤੇ, ਕਿੱਥੇ ਸੋ ਜਦ ਨਹੁੰ ਟੁੱਕਦੀ ਦੇ ਸਾਉਣ ਮਹੀਨੇ ਬੀਤੇ। ਕਿੱਥੇ ਸੋ ਜਦ ਮਹਿਕਾਂ ਦੇ ਅਸਾਂ ਦੀਪ ਚੌਮੁਖੀਏ ਸਿੱਖੇ। ਕਿੱਥੇ ਸੋ ਉਸ ਰੁੱਤੇ ਤੇ ਤੁਸੀਂ ਉਦੋਂ ਕਿਉਂ ਨਾ ਆਏ ਮੇਰੇ ਰਾਮ ਜੀਓ, ਤੁਸੀਂ ਕਿਹੜੀ ਰੁੱਤੇ ਆਏ ਮੇਰੇ ਰਾਮ ਜੀਓ, ਜਦ ਬਾਗੀ ਫੁੱਲ ਕਮਲਾਏ। ਕਿੱਥੇ ਸੋ ਜਦ ਜਿੰਦ ਮਜਾਜਣ ਨਾ ਲੈ ਲੈ ਕੁਰਲਾਈ, ਕਿੱਥੇ ਸੋ ਜਦ ਜਿੰਦ ਮਜਾਜਣ ਨਾ ਲੈ ਲੈ ਕੁਰਲਾਈ। ਉਮਰ ਚੰਦੋਵਾ ਤਾਣ ਵਿਚਾਰੀ ਗਮ ਦੀ ਪੀੜ ਰਖਾਈ। ਕਿੱਥੇ ਸੋ ਜਦ ਵਾਕ ਲੈਂਦਿਆਂ ਹੋਠ ਨਾ ਅਸਾਂ ਹਿਲਾਏ ਮੇਰੇ ਰਾਮ ਜੀਓ, ਤੁਸੀਂ ਕਿਹੜੀ ਰੁੱਤੇ ਆਏ ਮੇਰੇ ਰਾਮ ਜੀਓ। ਹੁਣ ਤਾਂ ਪ੍ਰਭ ਜੀ ਨਾ ਤਨ ਆਪਣਾ ਤੇ ਨਾ ਮਨ ਆਪਣਾ, ਹੁਣ ਤਾਂ ਪ੍ਰਭ ਜੀ ਨਾ ਤਨ ਆਪਣਾ ਤੇ ਨਾ ਹੀ ਮਨ ਆਪਣਾ। ਬੇਹੇ ਫੁੱਲ ਦਾ ਪਾਪ ਵਡੇਰਾ ਦਿਓ ਤੇ ਅੱਗੇ ਰੱਖਣਾ। ਹੁਣ ਤਾਂ ਪ੍ਰਭ ਜੀ ਬਹੁਪਨ ਹੋਵੇ ਜੇ ਜਿੰਦ ਖਾਕ ਹੰਡਾਏ ਮੇਰੇ ਰਾਮ ਜੀਓ, ਤੁਸੀਂ ਕਿਹੜੀ ਰੁੱਤੇ ਆਏ ਮੇਰੇ ਰਾਮ ਜੀਓ, ਜਦ ਬਾਗੀ ਫੁੱਲ ਕਮਲਾਏ ਮੇਰੇ ਰਾਮ ਜੀਓ। ਹਾਜ਼ਰੀਨ, ਅਜ਼ੀਮ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਇਸ ਰਚਨਾ ਦੇ ਨਾਲ ਲੋਕ ਆਵਾਜ਼ ਲਾਈਵ ਵਿੱਚ ਹੀਰਾ ਰੰਧਾਵਾ ਵੱਲੋਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ। ਹਫ਼ਤੇ ਮਗਰੋਂ ਮੈਂ ਤੁਹਾਡੀ ਸੇਵਾ ਵਿੱਚ ਹਾਜ਼ਰ ਇੱਕ ਨਵਾਂ ਨਵੇਕਲਾ ਪ੍ਰੋਗਰਾਮ ਲੈ ਕੇ। ਇਹ ਪ੍ਰੋਗਰਾਮ ਜਿੱਥੇ ਤੁਸੀਂ ਇਸ ਵੇਲੇ ਲਾਈਵ ਮੈਨੂੰ SSTV ਤੇ ਵੇਖ ਰਹੇ ਹੋ, ਉੱਥੇ ਤੁਸੀਂ ਰੇਡੀਓ ਸੁਰ ਸਾਗਰ ਤੇ ਵੀ ਮੈਨੂੰ ਲਾਈਵ ਸੁਣ ਰਹੇ ਹੋ, ਜਿਸ ਦੇ ਨਾਲ ਰੋਜਰ TV ਚੈਨਲ 851, ਬੈਲ 5 TV ਚੈਨਲ 823, ਕੋਗੈਕੋ ਚੈਨਲ 106 ਤੇ YouTube ਤੇ Facebook ਤੇ ਸਾਰੇ ਸਾਡਾ ਬ੍ਰੌਡਕਾਸਟ ਹੋ ਰਿਹਾ। ਸੁਰ ਸਾਗਰ ਦਾ ਪੇਜ ਹੈ, ਉੱਥੇ ਜਾ ਕੇ ਤੁਸੀਂ ਮੰਨ ਸਕਦੇ ਹੋ। Facebook ਦੇ ਉੱਤੇ ਸਟੂਡੀਓ ਦੇ ਫੋਨ ਨੰਬਰ ਹਮੇਸ਼ਾ ਦੀ ਤਰ੍ਹਾਂ 416 741 9600, ਮੇਰਾ ਨਿੱਜੀ ਨੰਬਰ ਪ੍ਰੋਗਰਾਮ ਤੋਂ ਪਹਿਲਾਂ ਜਾਂ ਬਾਅਦ 416 319 0551। ਹਾਜ਼ਰੀਨ, ਬਹੁਤ ਕੁਛ ਵਾਪਰ ਰਿਹਾ ਹੈ ਦੁਨੀਆ ਭਰ ਵਿੱਚ। ਅੱਜ ਦੀ ਜਿਹੜੀ ਸਭ ਤੋਂ ਅਹਿਮ ਘਟਨਾ ਆ ਅਜੋਕੇ ਸਮੇਂ ਦੀ, ਉਹ ਹੈ ਹਿੰਦੁਸਤਾਨ ਦਾ ਕਿਸਾਨ ਸੰਘਰਸ਼। ਸਮੇਂ ਦੀਆਂ ਹਕੂਮਤਾਂ ਨੇ ਬਹੁਤ ਕੁਛ ਕੀਤਾ। ਇੱਕ ਵੇਲਾ ਸੀ ਜਦ ਲਾਲ ਬਹਾਦਰ ਸ਼ਾਸਤਰੀ ਉਹਨਾਂ ਨੇ ਨਾਰਾ ਦਿੱਤਾ ਸੀਗਾ, ਜੈ ਕਿਸਾਨ ਜੈ ਜਵਾਨ। ਪਰ ਉਹ ਨਾਰਾ ਉਹਨਾਂ ਦੇ ਸਮਿਆਂ ਉੱਤੇ ਤਾਂ ਠੀਕ ਬੈਠਦਾ ਰਿਹਾ, ਟੁਕਦਾ ਰਿਹਾ ਔਰ ਉਸ ਦੇ ਉੱਤੇ ਅਮਲ ਵੀ ਹੁੰਦਾ ਰਿਹਾ। ਪਰ ਸ਼ਾਸਤਰੀ ਹੋਣਾ ਦੇ ਜਾਣ ਤੋਂ ਬਾਅਦ ਬਹੁਤ ਕੁਛ ਵਾਪਰਿਆ, ਜਿੱਥੇ ਜਵਾਨਾਂ ਦੇ ਕਫਨਾਂ ਤੱਕ ਨੂੰ ਵੇਚ ਦਿੱਤਾ ਗਿਆ, ਜਵਾਨਾਂ ਦੇ ਲੜਾਈ ਕਰਨ ਵਾਲੇ ਔਜ਼ਾਰਾਂ ਵਿੱਚੋਂ ਕਮਿਸ਼ਨਾਂ ਖਾਧੀਆਂ ਜਾਣ ਲੱਗੀਆਂ, ਉਹਨਾਂ ਨੂੰ ਕੋਈ ਬਹੁਤਾ ਮੁਆਵਜ਼ਾ ਵੀ ਨਹੀਂ ਸੀ ਦਿੱਤਾ ਜਾਂਦਾ। ਅੱਜ ਵੀ ਉਸ ਤਰ੍ਹਾਂ ਦਾ ਹੀ ਹੈ। ਉਹ ਵਿਚਾਰੇ ਸਰਹੱਦਾਂ 'ਤੇ ਲੜਦੇ ਨੇ, ਮਰਦੇ ਨੇ, ਉਹਨਾਂ ਦੀਆਂ ਲਾਸ਼ਾਂ ਪਿੰਡਾਂ ਵਿੱਚ ਪਹੁੰਚਦੀਆਂ ਨੇ, ਪਰ ਸਰਕਾਰ ਉਹਨਾਂ ਵਾਸਤੇ ਇੰਨਾ ਨਹੀਂ ਸੋਚਦੀ। ਉੱਤੋਂ ਸਿਤਮ ਜ਼ਾਰੀ ਕਿ ਉਹਨਾਂ ਕਿਸਾਨਾਂ ਨੇ ਜਿਨ੍ਹਾਂ ਨੇ ਆਪਣੇ ਜਿਗਰ ਦੇ ਟੋਟਿਆਂ ਨੂੰ ਸਰਹੱਦਾਂ 'ਤੇ ਭੇਜਿਆ, ਉਹਨਾਂ ਉੱਤੇ ਵੀ ਬਹੁਤ ਸਾਰੀਆਂ ਪਾਬੰਦੀਆਂ ਲਾ ਦਿੱਤੀਆਂ। ਕਿਸਾਨ ਸਿਰ ਦੇ ਵਾਲਾਂ ਤਾਈਂ ਕਰਜ਼ੇ ਵਿੱਚ ਕੁੜਚਿਆ ਪਿਆ। ਬਹੁਤ ਵਾਰ ਬੀਤੇ ਵਿੱਚ ਸੰਘਰਸ਼ ਲੜੇ ਗਏ ਕਿਸਾਨਾਂ ਵੱਲੋਂ,
ਪਰ ਸਮੇਂ ਦੀਆਂ ਹਕੂਮਤਾਂ ਵੱਲੋਂ ਕੁਝ ਲੀਡਰਾਂ ਨੂੰ ਖਰੀਦ ਕੇ, ਕੁਝ ਯੂਨੀਅਨ ਵਾਲਿਆਂ ਨੂੰ ਖਰੀਦ ਕੇ ਸੈਬੋਟੇਜ ਕੀਤਾ ਗਿਆ। ਪਰ ਇਸ ਵੇਲੇ ਜੋ ਸੰਘਰਸ਼ ਹਿੰਦੁਸਤਾਨ ਵਿੱਚ ਚੱਲ ਰਿਹਾ, ਉਸ ਤੇ ਬਹੁਤ ਉਮੀਦਾਂ ਨੇ। ਜੇ ਹੁਣ ਨਾ ਗੱਲ ਬਣੀ ਤੇ ਫਿਰ ਕਦੇ ਵੀ ਨਹੀਂ ਬਣਨੀ। ਹੁਣ ਆਸ ਤਾਂ ਜ਼ਿਆਦਾ ਵੱਜ ਰਹੀ ਹੈ ਕਿਉਂਕਿ ਇਸ ਕਿਰਸਾਨੀ ਦੇ ਨਾਲ, ਇਹਨਾਂ ਮਜ਼ਦੂਰਾਂ ਦੇ ਨਾਲ ਦੇਸ਼ ਦਾ ਨੌਜਵਾਨ ਵੀ ਉੱਠ ਖੜਾ ਹੋਇਆ। ਉਹਨੇ ਵੀ ਮੋਢੇ ਨਾਲ ਮੋਢਾ ਲਾ ਕੇ ਸੜਕਾਂ ਤੇ ਆਪਣੀ ਗੁਹਾਰ ਲਗਾਈ ਹੈ, ਨਾਰਾ ਬੁਲੰਦ ਕੀਤਾ। ਹੁਣ ਕਰੋ ਜਾਂ ਮਰੋ ਵਾਲੀ ਲੜਾਈ ਹਿੰਦੁਸਤਾਨ ਵਿੱਚ ਚੱਲ ਰਹੀ ਹੈ। ਜਿਸ ਕਿਸਾਨ ਦਾ ਦਿੱਤਾ ਅਨਾਜ ਅਸੀਂ ਦੋਵੇਂ ਵਕਤ ਰੋਜ਼ ਖਾਂਦੇ ਹਾਂ, ਉਸ ਨੂੰ ਅਸੀਂ ਕਿਵੇਂ ਵਿਸਾਰ ਸਕਦੇ ਹਾਂ? ਇਹ ਸਿਤਮ ਜ਼ਰੀਫੀ ਹੈ ਹਿੰਦੁਸਤਾਨ ਦੇ ਵਿੱਚ। ਆਓ ਅਸੀਂ ਸਾਰੇ ਕਿਸੇ ਵੀ ਤਰ੍ਹਾਂ, ਜਿਸ ਤਰ੍ਹਾਂ ਵੀ ਅਸੀਂ ਕਰ ਸਕਦੇ ਹੋਈਏ, ਉਹਨਾਂ ਕਿਸਾਨਾਂ ਦੀ ਹਮਾਇਤ ਕਰੀਏ, ਉਹਨਾਂ ਮਜ਼ਦੂਰਾਂ ਦੀ ਹਮਾਇਤ ਕਰੀਏ, ਤਾਂ ਕਿ ਉਹ ਇਸ ਲੜਾਈ ਵਿੱਚੋਂ ਜਿੱਤ ਲੈ ਕੇ ਵਾਪਸ ਆਉਣ। ਕਾਲੇ ਆਰਡੀਨੈਂਸ ਜਿਹੜੇ ਉਹਨਾਂ ਦੇ ਉੱਤੇ ਕੁਹਾੜੇ ਵਾਂਗੂ ਚਲਾਏ ਗਏ ਨੇ, ਉਹਨਾਂ ਨੂੰ ਵਾਪਸ ਕਰਵਾਇਆ ਜਾਵੇ। ਸੋ ਦੁਨੀਆ ਭਰ ਦੇ ਮਿਹਨਤ ਕਸ਼ੋ ਤੇ ਕਿਸਾਨੋ, ਅਸੀਂ ਸਾਰੇ ਤੁਹਾਡੇ ਨਾਲ ਹੈ। ਤੁਸੀਂ ਲੜੋ, ਅਸੀਂ ਤੁਹਾਡੇ ਨਾਲ ਚਟਾਨ ਵਾਂਗੂ ਖੜੇ ਹਾਂ। ਭਾਵੇਂ ਸਰੀਰਕ ਰੂਪ ਵਿੱਚ ਤੁਹਾਡੇ ਤੋਂ ਹਟਵੇਂ ਹਾਂ, ਦੂਰ ਹਾਂ, ਪਰ ਸਾਡੀ ਸੋਚ ਤੁਹਾਡੇ ਨਾਲ ਹੈ। ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕੁਛ ਲੋਕ ਸਾਂਝਾ ਕਰ ਰਹੇ ਨੇ ਕਿਸਾਨਾਂ ਦੇ ਹੱਕ ਵਿੱਚ, ਮਜ਼ਦੂਰਾਂ ਦੇ ਹੱਕ ਵਿੱਚ। ਨੌਜਵਾਨ ਨੂੰ ਜ਼ਿੰਦਾਬਾਦ ਹੋ ਕੇ ਨਿਕਲਣਾ ਆ, ਲੜਾਈ ਹੱਕ ਦੀ ਹੈ। ਸੋ ਦੋਸਤੋ, ਬਹੁਤ ਕੁਛ ਵਾਪਰ ਰਿਹਾ ਇੰਨੀ ਦਿਨੀ। ਕਰੋਨਾ ਦਾ ਜਿਹੜਾ ਫੇਸ 3 ਸੀ, ਉਹਨੂੰ ਉਲਟਾ ਕੇ ਫੇਸ 2 ਵਿੱਚ ਵਾਪਸ ਲੈ ਆਂਦਾ ਗਿਆ, ਕਿਉਂਕਿ ਬਹੁਤ ਸਾਰੇ ਕੇਸ ਜਿਹੜੇ ਸੀਗੇ ਉਹ ਸਾਹਮਣੇ ਆਏ। ਖਾਸ ਕਰਕੇ ਪੀਲ ਰੀਜਨ ਵਿੱਚ ਇਹਨਾਂ ਦੀ ਗਿਣਤੀ ਵਧੀ ਸੀ। ਤਾਂ ਤੁਸੀਂ ਥੋੜ੍ਹਾ ਜਿਹਾ ਐਕਸਟਰਾ ਪ੍ਰੀਕਾਸ਼ਨ 'ਚ ਲੈਣੇ ਆ, ਆਪਣਾ ਖਾਸ ਖਿਆਲ ਰੱਖਣਾ, ਕਿਉਂਕਿ ਇਹਨੇ ਜਿਹੜੀ ਥੋੜ੍ਹਾ ਜਿਹਾ ਕੰਮ ਵਧਿਆ ਹੋਇਆ। ਮੇਰੀ ਬੇਨਤੀ ਹੈ ਸਭ ਨੂੰ ਕਿ ਜਦੋਂ ਵੀ ਤੁਸੀਂ ਬਾਹਰ ਜਾਓ ਤਾਂ ਜ਼ਰੂਰ ਸੈਨੀਟਾਈਜ਼ ਕਰਿਆ ਕਰੋ ਹੱਥਾਂ ਨੂੰ। ਮਾਲ ਦੇ ਵਿੱਚ ਜਾਓ ਤਾਂ 6 ਫੀਟ ਦਾ ਜੋ ਫਾਸਲਾ ਹੈ ਉਹਨੂੰ ਜ਼ਰੂਰ ਤੁਸੀਂ ਮੇਨਟੇਨ ਕਰਨਾ ਹੈ। ਘਰ ਆ ਕੇ ਵਾਰ-ਵਾਰ ਸਾਬਣ ਨਾਲ ਹੱਥ ਧੋਣੇ ਹਨ। ਵਿਟਾਮਿਨ ਸੀ, ਇਮਿਊਨ ਵਧਾਉਣ ਵਾਲੀਆਂ ਚੀਜ਼ਾਂ ਦਾ ਸੇਵਨ ਕਰਨਾ ਹੈ। ਗਰਮ ਪਾਣੀ ਪੀਆ ਕਰੋ। ਇਸ ਤਰ੍ਹਾਂ ਦੇ ਪ੍ਰਕਾਸ਼ਨ ਦੱਸੇ ਗਏ ਨੇ ਸਿਹਤ ਵਾਲਿਆਂ ਵੱਲੋਂ, ਬਹੁਤ ਚੰਗੀ ਗੱਲ ਹੈ, ਔਰ ਇਹਨਾਂ ਨੂੰ ਸਾਨੂੰ ਅਮਲ ਵਿੱਚ ਲਿਆਉਣਾ ਪਵੇਗਾ। ਦੋਸਤੋ, ਹਮੇਸ਼ਾ ਦੀ ਤਰ੍ਹਾਂ ਜਿੱਥੇ ਗੱਲਾਂ ਕਰੀਏ ਮੂੰਹ 'ਤੇ ਅੱਜ ਪ੍ਰੋਗਰਾਮ ਹੋਵੇਗਾ, ਉੱਥੇ ਖਾਸ ਮੁਲਾਕਾਤ ਤੇ ਵਿਚਾਰ ਚਰਚਾ ਤੁਹਾਡੇ ਸਨਮੁਖ ਕੀਤੀ ਜਾਵੇਗੀ। ਕੁਝ ਵਿਸ਼ੇਸ਼ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਸੋ ਇੰਨੇ ਦਿਨੀ ਬੀਤੇ ਐਤਵਾਰ ਮੈਨੂੰ ਇੱਕ ਐਕਟੀਵਿਟੀ ਵਿੱਚ ਭਾਗ ਲੈਣ ਦਾ, ਉੱਥੇ ਸ਼ਾਮਲ ਹੋਣ ਦਾ, ਉੱਥੇ ਵੇਖਣ ਦਾ ਮੌਕਾ ਮਿਲਿਆ। ਉਹ ਐਕਟੀਵਿਟੀ ਸੀ ਸਹਾਇਤਾ ਟੋਰਾਂਟੋ, ਇੱਕ ਫਾਊਂਡੇਸ਼ਨ ਹੈ, ਇੱਕ ਸੰਸਥਾ ਹੈ ਜਿਹਨੇ ਬਰੈਂਪਟਨ ਸ਼ਹਿਰ ਵਿੱਚ ਸਫਾਈ ਮੁਹਿੰਮ ਵਿੱਢੀ ਹੋਈ ਆ। ਉਹਨਾਂ ਦਾ ਖਿਆਲ ਹੈ ਕਿ ਸਾਨੂੰ ਘਰ ਤੋਂ ਸਫਾਈ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਕਿ ਸਾਰੇ ਆਲੇ ਦੁਆਲੇ ਨੂੰ ਸਾਫ ਸੁਥਰਾ ਬਣਾ ਦਿੱਤਾ ਜਾਵੇ। ਐਤਵਾਰ ਨੂੰ ਨਾਨਕਸਰ ਗੁਰਦੁਆਰਾ ਹੈ, ਮਿਕਲਾਗਲਨ ਤਰੀਲਾਸਨ ਵਾਲੇ ਰੋਡ ਦੇ ਵਿੱਚ ਇੰਟਰਸੈਕਸ਼ਨ ਦੇ ਲਾਗੇ, ਉੱਥੇ ਸਾਹਮਣੇ ਪਾਰਕ ਹੈ, ਉੱਥੇ ਸਾਰੇ ਜਣੇ ਇਕੱਠੇ ਹੋਏ ਸੀਗੇ। ਉੱਥੋਂ ਸਾਰੇ ਜਣਿਆਂ ਨੇ 10 ਤੋਂ 12 ਵਜੇ ਤੱਕ ਉਸ ਇਲਾਕੇ ਦੀ ਸਫਾਈ ਕੀਤੀ। ਮੈਂ ਹੈਰਾਨ ਸੀ ਕਿ ਇੰਨਾ ਉਤਸ਼ਾਹ ਸੀ ਉਹਨਾਂ ਸਵੈ ਸੇਵੀਆਂ ਦੇ ਵਿੱਚ। ਸੋ ਉਹਨਾਂ ਨੂੰ ਸਲਾਮ ਕਰਨਾ ਬਣਦਾ ਹੈ। ਉਹਨਾਂ ਦੇ ਕਰਤਾ ਕਰਮਜੀਤ ਗਿੱਲ ਸਨ, ਉਹਨਾਂ ਨੇ ਜਾਣਕਾਰੀ ਦਿੱਤੀ ਸਹਾਇਤਾ ਵਾਸਤੇ। ਇਸ ਤਰ੍ਹਾਂ ਸੈਂਡੀ ਕਰੇਵਾਲ ਹੈ, ਔਰ ਬਹੁਤ ਸਾਰੇ ਹੋਰ ਕਮਿਊਨਿਟੀ ਦੇ ਲੋਕ ਜਿਹੜੇ ਸੀ ਉਹ ਸਾਹਮਣੇ ਆਏ, ਜਿਨ੍ਹਾਂ ਨੇ ਹੌਸਲਾ ਵਧਾਇਆ। ਸੋ ਬਹੁਤੀ ਗੱਲ ਜਿਹੜੀ ਉਹਨਾਂ ਨੇ ਦੱਸੀ ਕਿ ਜਿਹੜੇ ਕਰਵ ਸੀਗੇ ਸੜਕਾਂ ਦੇ ਕਿਨਾਰੇ, ਉਹਨਾਂ ਦੇ ਉੱਤੇ ਜਿਹੜੇ ਕਰੋਨਾ ਵਾਲੇ ਮਾਸਕ ਵਰਤ ਕੇ ਸੁੱਟੇ ਹੋਏ ਸਨ, ਜਾਂ ਜ਼ਿਆਦਾ ਜਿਹੜੇ ਦਸਤਾਨੇ ਨੇ ਆ ਜਿਹੜੇ ਆਪਾਂ ਹਥਿਆਰ ਵਜੋਂ ਪਾਉਂਦੇ ਉਹ ਸੁੱਟੇ ਸੋ। ਉਹਨਾਂ ਨੂੰ ਕੂੜੇਦਾਨ ਵਿੱਚ ਸੁੱਟਣਾ ਚਾਹੀਦਾ, ਕਿਉਂਕਿ ਉਹਨਾਂ ਨਾਲ ਬਹੁਤ ਜ਼ਿਆਦਾ ਬਿਮਾਰੀ ਫੈਲਣ ਦਾ ਖਤਰਾ ਰਹਿੰਦਾ। ਸੋ ਆਪਾਂ ਸਾਰਿਆਂ ਦਾ ਫਰਜ਼ ਬਣਦਾ ਕਿ ਇਹੋ ਜਿਹੀਆਂ ਸੰਸਥਾਵਾਂ ਦਾ ਸਹਿਯੋਗ ਕਰੀਏ, ਕਿਉਂਕਿ ਸਿਟੀ ਆਫ ਬਰੈਂਪਟਨ ਨੇ ਵੀ ਇਹਨਾਂ ਨੂੰ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ, ਔਰ ਬਹੁਤ ਕੁਛ ਉਹ ਸਹਿਯੋਗ ਕਰ ਵੀ ਰਹੇ ਨੇ। ਖਾਸ ਕਰਕੇ ਗਾਰਬੇਜ ਦੇ ਲਿਫਾਫੇ ਜਿਨ੍ਹਾਂ 'ਚ ਸਮਾਨ ਪਾ ਕੇ ਇਕੱਠਾ ਕਰਦੇ ਨੇ, ਜਾਂ ਔਜ਼ਾਰ ਜਿਨ੍ਹਾਂ ਨਾਲ ਚੁੱਕਦੇ ਨੇ, ਉਹ
ਉਹਨਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਨੇ। ਉਹ ਖਾਸ ਕਰਕੇ ਪਿੱਛੇ ਜਿਹੀ ਸੰਸਥਾ ਨੇ ਆਪ ਖਰੀਦ ਕੇ ਲੋਕਾਂ ਨੂੰ ਮੁਹੱਈਆ ਕਰਵਾਏ। ਸੋ ਤੁਸੀਂ ਵੀ ਜਿਸ ਤਰ੍ਹਾਂ ਦੀ ਮਦਦ ਹੋਵੇ ਤੁਸੀਂ ਇਸ ਸੰਸਥਾ ਦੀ ਕਰੋ, ਕਿਉਂਕਿ ਇਹ ਸੰਸਥਾ ਨਿਰਾ ਪੂਰਾ ਸਫਾਈ ਨਹੀਂ ਬਲਕਿ ਦੁਨੀਆ ਭਰ ਵਿੱਚ ਜਿੱਥੇ ਕਿਤੇ ਵੀ ਲੋਕਾਂ ਨੂੰ ਲੋੜ ਹੈ, ਭਾਵੇਂ ਸਿਹਤ ਸੇਵਾਵਾਂ ਦੀ ਭਾਵੇਂ ਵਿਦਿਆ ਦੀ, ਉੱਥੇ ਮਦਦ ਕਰਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਫੋਨ ਵੀ ਕਰ ਸਕਦੇ ਹੋ ਕਰਮਜੀਤ ਗਿੱਲ ਹੋਣਾ ਨੂੰ 6472734243 647 273 4243 ਜਾਂ ਸੈਂਡੀ ਗਰੇਵਾਲ ਨੂੰ ਵੀ ਕਰ ਸਕਦੇ ਹੋ 647 330 3400 ਉਹਨਾਂ ਦਾ ਨੰਬਰ ਹੈ। ਆਓ ਮੈਂ ਤੁਹਾਨੂੰ ਇੱਕ ਦੋ ਤਿੰਨ ਝਲਕਾਂ ਇਹਨਾਂ ਦੀਆਂ ਵਿਖਾਉਣਾ ਹੈ ਇਹ ਕਿਸ ਤਰ੍ਹਾਂ ਸਫਾਈ ਕਰ ਰਹੇ ਸਨ ਔਰ ਕੁਝ ਵਿਚਾਰ ਸਾਂਝੇ ਕੀਤੇ ਸਨ। ਵਜ੍ਹਾ ਕਰਕੇ ਸਾਰੀ ਦੁਨੀਆ ਵਿੱਚ ਇਸ ਔਖੇ ਟਾਈਮ ਦੇ ਵਿੱਚੋਂ ਗੁਜ਼ਰ ਰਹੀ ਆ। ਦਿਸ ਇਜ਼ ਦਾ ਟਾਈਮ ਟੂ ਹੈਲਪ ਈਚ ਅਦਰ। ਇੱਕ ਦੂਸਰੇ ਦੀ ਆਪਾਂ ਨੂੰ ਹੈਲਪ ਕਰਨੀ ਚਾਹੀਦੀ ਆ। ਅਤੇ ਸਾਨੂੰ ਇਸ ਕਮਿਊਨਿਟੀ ਦੇ ਵਿੱਚ ਜਿੱਦਾਂ ਅਸੀਂ ਦੇਖ ਰਹੇ ਹਾਂ ਕਿ ਜਗ੍ਹਾ ਜਗ੍ਹਾ ਗਾਰਬੇਜ ਆਪਣਾ ਮਾਸਕ ਸੁੱਟੇ ਹੋਏ ਨੇ, ਗਲਵਸ ਸੁੱਟੇ ਪਏ ਨੇ ਜਿਹੜੇ ਕਿ ਕਰੋਨਾ ਨੂੰ ਬਹੁਤ ਜ਼ਿਆਦਾ ਸਪਰੈਡ ਕਰਨ ਦੇ ਵਿੱਚ ਸਫਾਈ ਹੁੰਦੇ ਆ। ਇਹਨੂੰ ਅਵੋਇਡ ਕਰਨ ਵਾਸਤੇ ਅਸੀਂ ਇਹ ਚੀਜ਼ ਨੂੰ ਮੁੱਖ ਰੱਖਦੇ ਹੋਏ ਹਾਂ ਵੀ ਗਲਵਸ ਮਾਸਕ ਜੋ ਵੀ ਚੀਜ਼ ਕਰੋਨਾ ਨੂੰ ਸਪਰੈਡ ਕਰਦੀ ਹੈ ਉਹਨੂੰ ਅਵੋਇਡ ਕਰਨ ਲਈ ਵੈਸੇ ਵੀ ਕਲੀਨ ਅਪ ਰੱਖਣਾ ਸਾਡੀ ਇਸ ਸਿਟੀ ਦੀ ਸਾਡੀ ਰਿਸਪੌਂਸਿਬਿਲਿਟੀ ਆ। ਇਸ ਸ਼ਹਿਰ 'ਚ ਅਸੀਂ ਰਹਿੰਦੇ ਹਾਂ, ਸਾਡਾ ਘਰ ਆ, ਸਾਡਾ ਕੰਟਰੀ ਆ। ਇਸ ਕਰਕੇ ਸਹਾਇਤਾ ਵੱਲੋਂ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਆ। ਸਾਡੇ ਸਾਰੇ ਵਲੰਟੀਅਰ ਆਪਣੇ ਆਪਣੇ ਲੈਵਲ 'ਤੇ ਪਹਿਲਾਂ ਕਰਦੇ ਸੀ ਬਟ ਇੰਡੀਵਿਜੂਅਲ ਲੈਵਲ 'ਤੇ ਕਰਦੇ ਸੀ ਅਤੇ ਦਿਸ ਇਜ਼ ਆਵਰ ਫਸਟ ਇਵੈਂਟ ਕਿ ਅਸੀਂ ਆਰਗੇਨਾਈਜੇਸ਼ਨ ਲੈਵਲ 'ਤੇ ਕੀਤਾ, ਇੱਕ ਟੀਮ ਦੇ ਤੌਰ 'ਤੇ ਕਰ ਰਹੇ ਹਾਂ ਅਤੇ ਸਾਨੂੰ ਬਹੁਤ ਖੁਸ਼ੀ ਹੋਈ ਹੈ। ਜਿੰਨੇ ਤੱਕ ਅਸੀਂ ਰੋਡ 'ਤੇ ਕੀਤਾ ਲੋਕਾਂ ਵੱਲੋਂ ਬਹੁਤ ਅੱਛਾ ਹੁੰਗਾਰਾ ਮਿਲਿਆ। ਇਹ ਪਾਰਕ ਹੈ ਜਿਹੜਾ ਨਾਨਕਸਰ ਗੁਰਦੁਆਰਾ ਸਾਹਮਣੇ ਇਹ ਪਾਰਕ ਕੀਤਾ, ਹੋਰ ਬਹੁਤ ਸਾਰੇ ਪਾਰਕ ਅਸੀਂ ਕਲੀਨ ਅੱਜ ਕੀਤੇ ਆ। ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਹੈ। ਮੇਰਾ ਨਾਮ ਸਤਵਿੰਦਰ ਸਿੰਘ ਨਾਗਰਾ ਆ ਐਂਡ ਮੈਂ ਸਹਾਇਤਾ ਆਰਗੇਨਾਈਜੇਸ਼ਨ 'ਚ ਇੱਕ ਵੋਲੰਟੀਅਰ ਆ। ਇਹ ਬਹੁਤ ਵਧੀਆ ਆਰਗੇਨਾਈਜੇਸ਼ਨ ਆ। ਇਹ ਹਰ ਸੁਸਾਇਟੀ ਦੀ ਹਰ ਰਿਕੁਆਇਰਮੈਂਟ ਦੇ ਬਾਰੇ ਸੋਚਦੇ ਹੈਗੇ ਆ ਔਰ ਫਿਰ ਜਿੱਥੇ ਵੀ ਜੋ ਵੀ ਲੋੜ ਜਿੱਦਾਂ ਹੁੰਦੀ ਆ ਉੱਦਾਂ ਉਹਨਾਂ ਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕਰਦੇ ਆ। ਔਰ ਮੈਂ ਆਪਣੇ ਆਪ ਨੂੰ ਬਹੁਤ ਸੁਭਾਗਿਆ ਸਮਝਦਾ ਕਿ ਮੈਂ ਇੱਕ ਸਹਾਇਤਾ ਦਾ ਪਾਰਟ ਆ ਐਂਡ ਹੋਪ ਕਰਦੇ ਹਾਂ ਕਿ ਅਸੀਂ ਅੱਗੇ ਵੀ ਇੱਦਾਂ ਹੀ ਸੁਸਾਇਟੀ ਦੀ ਸੇਵਾ ਕਰਦੇ ਰਹਾਂਗੇ। ਸਤਿ ਸ਼੍ਰੀ ਅਕਾਲ। ਹਾਂਜੀ, ਸੋ ਬੇਸਿਕਲੀ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਸਿਟੀ ਆਪਣੀ ਆ ਅਤੇ ਪਲੈਨਟ ਵੀ ਆਪਣਾ ਆ। ਜ਼ਰੂਰ ਜਿਹੜਾ ਗਾਰਬੇਜ ਖਿੰਡਿਆ ਹੁੰਦਾ ਉਹ ਆਪਣਾ ਨਹੀਂ ਹੁੰਦਾ ਪਰ ਆਪਣਾ ਫਰਜ਼ ਬਣਦਾ ਆ, ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਸਫਾਈ ਸੁਥਰਾ ਰੱਖਣਾ ਆਪਣਾ ਸ਼ਹਿਰ ਵੀ, ਆਪਣੀ ਕਮਿਊਨਿਟੀ ਨੂੰ ਵੀ। ਖਾਸ ਕਰ ਪਾਰਕਾਂ ਵਿੱਚ ਜਿੱਥੇ ਆਪਣੇ ਬੱਚੇ ਜਾ ਕੇ ਖੇਲਦੇ ਨੇ, ਬਜ਼ੁਰਗ ਆਪਣੇ ਬੈਠਦੇ ਨੇ, ਆਪਾਂ ਫੈਮਲੀਆਂ ਜਾ ਕੇ ਖੇਲਦੇ ਨੇ ਅਤੇ ਇੱਕ ਤਾਂ ਉੱਦਾਂ ਸਫਾਈ ਵਿੱਚ ਵੀ ਇੱਕ ਉੱਦਾਂ ਵੀ ਇਨਵਾਇਰਮੈਂਟਲੀ ਚੰਗਾ ਹੁੰਦਾ ਸਫਾਈ ਰੱਖਣਾ ਵੀ, ਉੱਦਾਂ ਗਾਹਾਂ ਹੈਲਥ ਹੈਜ਼ਰਡਸ ਵੱਲੋਂ ਵੀ ਚੰਗਾ ਹੁੰਦਾ ਆ। ਬਾਕੀ ਆਪਾਂ ਕਿੰਨੀ ਤਰ੍ਹਾਂ ਦੀ ਸੇਵਾ ਕਰਦੇ ਹੁੰਦੇ ਹਾਂ। ਆਪਾਂ ਗੁਰਦੁਆਰੇ ਜਾ ਕੇ ਆਪਾਂ ਜੁੱਤੀਆਂ ਸਫਾਈ ਕਰੀਦੀਆਂ ਆ ਜਾਂ ਆਪਾਂ ਜਾ ਕੇ ਲੰਗਰ ਦੀ ਸੇਵਾ ਕਰੀਦੀ ਆ। ਇਹ ਵੀ ਇੱਕ ਤਰ੍ਹਾਂ ਦੀ ਸੇਵਾ ਆ ਕਿਉਂਕਿ ਇਹ ਆਪਣੀ ਮਦਰ ਨੇਚਰ ਹੈ ਜਿੱਥੇ ਆਪਾਂ ਨੂੰ ਲੋੜ ਵੀ ਆ ਕਿਉਂਕਿ ਘਰ ਵਿੱਚ ਅਤੇ ਜਿਹੜਾ ਹੈਗਾ ਆਪਾਂ ਹੀ ਉਹ ਖਲਾਰਾ ਪਾ ਰਹੇ ਹਾਂ ਅਤੇ ਆਪਣਾ ਫਰਜ਼ ਬਣਦਾ ਹੈ ਉਹਦੀ ਸਫਾਈ ਰੱਖਣ ਲਈ। ਸੋ ਬਸ ਇਹੀ ਸੀ ਕਿ ਅਸੀਂ ਰਲ ਕੇ ਬਸ ਅਸੀਂ ਪਾਰਕ ਚੁਣ ਲਏ ਆਪਦੀ ਕਮਿਊਨਿਟੀ 'ਚੋਂ ਅਤੇ ਉੱਥੇ ਬਸ ਸਫਾਈ ਰੱਖਦੇ ਹਾਂ। ਅਤੇ ਤੁਸੀਂ ਵੀ ਆਪਦੇ ਵੱਲੋਂ ਵੀ ਜੇ ਤੁਸੀਂ ਆਪਦੀ ਇੰਡੀਵਿਜੂਅਲ ਤੌਰ 'ਤੇ ਵੀ ਤੁਸੀਂ ਕਰਨਾ ਚਾਹੁੰਦੇ ਆ ਅਤੇ ਤੁਸੀਂ ਆਪਦੀ ਸਿਟੀ ਬਰੈਂਪਟਨ ਵੈਬਸਾਈਟ 'ਤੇ ਜਾ ਕੇ ਤੁਸੀਂ ਜਾ ਕੇ ਉੱਥੇ ਇੱਕ ਫਾਰਮ ਸ਼ੋਰਟ ਫਿਲਮ ਕਰਨਾ ਜਿੱਥੇ ਤੁਹਾਡਾ ਨਾਂ ਇਨਫੋਰਮੇਸ਼ਨ ਹੋਊਗੀ ਅਤੇ ਉਹ ਤੁਹਾਨੂੰ ਇਕੁਇਪਮੈਂਟ ਸਾਰਾ ਘਰੇ ਪਹੁੰਚਦਾ ਕਰ ਦਿੰਦੇ ਆ ਇੰਕਲੂਡਿੰਗ ਸਟਿਕਸ ਵੀ, ਗਾਰਬੇਜ ਵੀ ਅਤੇ ਗਲਵਜ਼ ਵੀ। ਅਤੇ ਤੁਸੀਂ ਲਾਗੇ ਛਾਗੇ ਤੁਸੀਂ ਨੇਬਰਸ ਇਕੱਠੇ ਹੋ ਕੇ ਦੋ ਤਿੰਨ ਫੈਮਲੀਆਂ ਜਾਂ ਆਪ ਹੀ ਤੁਸੀਂ ਇਕੱਲੇ ਜਾ ਕੇ ਤੁਸੀਂ ਇਹ ਕਰ ਸਕਦੇ ਆ ਕਿਉਂਕਿ ਇੱਕ ਨਾਲੇ ਚੰਗੀ ਐਕਸਰਸਾਈਜ਼ ਵੀ ਆ ਅਤੇ ਨਾਲੇ ਇੱਕ ਚੰਗਾ ਕਾਜ਼ ਲਈ ਵੀ ਆ ਕਿਉਂਕਿ ਆਪਣਾ ਸਾਰਿਆਂ ਦਾ ਫਰਜ਼ ਬਣਦਾ ਆ ਕਿ ਆਪਣੀ ਸਫਾਈ ਮੁਹਿੰਮ ਤਾਂ ਤੁਸੀਂ ਚਲਾ ਰਹੇ ਹੋ, ਇਹਦੇ ਨਾਲ ਸਹਾਇਤਾ ਹੋਰ ਕੀ ਕਾਰਜ ਕਰਦੀ ਹੈ? ਸਹਾਇਤਾ ਖਾਸ ਕਰ ਇਸ ਟਾਈਮ 'ਤੇ ਜਿਹੜਾ ਪੈਂਡੈਮਿਕ ਚੱਲ ਰਿਹਾ ਆ ਇਸ ਟਾਈਮ ਵਿੱਚ ਸਹਾਇਤਾ ਨੇ ਇੱਕ ਤਾਂ ਜਿਹੜੇ ਆਪਣੇ ਐਮਰਜੈਂਸੀ ਕਿੱਟ ਸੀਗੀਆਂ ਖਾਸ ਕਰ ਜਿਹੜੇ ਨਰਸਿਸ ਸੀਗੇ, ਡਾਕਟਰ ਸੀਗੇ ਆਪਣੇ ਅਮਰੀਕਾ ਵਿੱਚ ਅਤੇ ਇੰਡੀਆ ਵਿੱਚ ਉਹਨਾਂ ਨੂੰ ਪ੍ਰੋਵਾਈਡ ਕੀਤੇ ਸੀਗੇ। ਆਪਣੇ ਇੱਥੇ ਵੀ ਉਸ ਟਾਈਮ 'ਤੇ ਜਦੋਂ ਆਪਣਾ ਪਹਿਲਾ ਸਟੇਜ ਪੈਂਡੈਮਿਕ ਦਾ ਆਇਆ ਸੀਗਾ ਉਸ ਟਾਈਮ 'ਤੇ ਆਪਣੇ ਜਿਹੜੇ ਟਰੱਕਾਂ ਵਾਲੇ ਅਤੇ ਟੈਕਸੀ ਵਾਲੇ ਵੀਰ ਭੈਣ ਸੀਗੇ ਅਤੇ ਉਹਨਾਂ ਨੂੰ ਉਸ ਟਾਈਮ 'ਤੇ ਕਿਸੇ ਤਰ੍ਹਾਂ ਦੀ ਇਕੁਇਪਮੈਂਟ ਮਿਲਣਾ ਮੁਸ਼ਕਿਲ ਹੋ ਰਿਹਾ ਸੀਗਾ। ਸੋ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਨਾ ਚਾਹੁੰਦੇ ਸੀ ਕਿਉਂਕਿ ਉਹ ਐਸੈਂਸ਼ੀਅਲ ਵਰਕਰਸ ਵਿੱਚ ਆ ਜਾਂਦੇ ਸੀਗੇ। ਉਸ ਤੋਂ ਇਲਾਵਾ ਸਹਾਇਤਾ ਇੱਕ ਹੈਲਪਿੰਗ ਹੈਂਡ ਆ ਕਿ ਜਿਹੜੇ ਮਜਬੂਰ ਸਫਰਿੰਗ ਸੋਲਸ ਜਿਹਨਾਂ ਨੂੰ ਲੋੜਮੰਦ ਹੈਗੇ ਨੇ ਉਹਨਾਂ ਦੀ ਹੈਲਪ ਕਰਦੇ ਆ ਭਾਵੇਂ ਦੀ ਉਹ ਇੱਥੇ ਆਪਣੀ ਕਮਿਊਨਿਟੀ 'ਚ ਇੱਥੇ ਹੋਣ, ਕੈਲੀਫੋਰਨੀਆ ਹੋਣ ਜਾਂ ਇੰਡੀਆ ਹੋਣ ਜਿਨ੍ਹਾਂ ਵਿੱਚ ਬੱਚਿਆਂ ਦੀ ਪੜ੍ਹਾਈ ਹੁੰਦੀ ਆ, ਹੈਲਥ ਕੇਅਰ ਕੈਂਪਸ ਹੁੰਦੇ ਨੇ ਅਤੇ ਕਿਸੇ ਹੋਰ ਕਿੰਨੇ ਤਰ੍ਹਾਂ ਦੇ ਵੀ ਸੰਯੋਗ ਜਿੱਥੇ ਵੀ ਸਹਾਇਤਾ ਕਿਸੇ ਤਰ੍ਹਾਂ ਦੀ ਇੱਕ ਬਾਂਹ ਫੜ ਸਕਦੀ ਹੈ, ਕਿਸੇ ਦੀ ਹੋਪ ਦੇ ਸਕਦੀ ਹੈ ਉੱਥੇ ਹੈਲਪ ਕਰਦੀ ਆ। ਦੋਸਤੋ ਸਮਾਜਿਕ ਕੰਮਾਂ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਦੇ ਰਹੀਆਂ ਨੇ ਸੰਸਥਾਵਾਂ ਉਹਨਾਂ ਨੂੰ ਜ਼ਰੂਰ ਸਾਡੀ ਮਦਦ ਕਰਨ ਦੀ ਲੋੜ ਹੈ ਤਾਂ ਕਿ ਉਹ ਲੋਕਾਂ ਦੇ ਇਸੇ ਤਰ੍ਹਾਂ ਕੰਮ ਆ ਸਕਣ। ਸੋ ਦੋਸਤੋ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਮੈਂ ਰੀਅਲ ਸਟੇਟ ਦੀਆਂ ਸੇਵਾਵਾਂ ਦਿੰਦਾ ਹਾਂ। ਇੰਨੇ ਦਿਨ ਮੈਨੂੰ ਜਿਹੜਾ ਬਰੈਂਪਟਨ ਦਾ ਹਾਰਟ ਏਰੀਆ ਦਿਲ ਕਿਹਾ ਜਾਂਦਾ ਆ ਆਪਣਾ ਸ਼ੈਡਨ ਕਾਲਜ ਦੇ ਆਸ-ਪਾਸ ਉੱਥੇ ਕੁਝ ਪ੍ਰਾਪਰਟੀਆਂ ਹਨ ਜਿਹੜੀਆਂ ਤੁਸੀਂ ਲੈ ਸਕਦੇ ਹੋ, ਬਹੁਤ ਵਧੀਆ ਕੀਮਤ 'ਤੇ ਲੱਗੀਆਂ ਨੇ ਔਰ ਆਮ ਤੌਰ 'ਤੇ ਕਿਹਾ ਜਾਂਦਾ ਕਿ ਜਿਹੜੇ ਵਿਅਕਤੀ ਕੋਲ ਇਸ ਇਲਾਕੇ ਵਿੱਚ ਪ੍ਰਾਪਰਟੀ ਹੈ
ਉਹ ਬਹੁਤ ਚੰਗੀ ਗੱਲ ਹੈ ਕਿ ਸੋਹਣੇ ਪੈਸੇ ਕਮਾਉਂਦੇ ਨੇ ਬਹੁਤ ਸਾਰੇ ਇੱਥੇ, ਕਿਉਂਕਿ ਜਿਹੜਾ ਕਿਰਾਇਆ ਹੈ ਉਹਦੇ ਵਾਸਤੇ ਚੰਗੀ ਸੰਭਾਵਨਾ ਹੁੰਦੀ ਆ। ਤੁਸੀਂ ਵੀ ਪ੍ਰਾਪਰਟੀਆਂ ਨੂੰ ਵੇਖਣਾ ਹੈ ਜਾਂ ਲੈਣਾ ਹੈ ਤਾਂ ਮੈਨੂੰ ਕਾਲ ਕਰ ਲਿਓ 4163190551। ਮੇਰਾ ਫੋਨ ਨੰਬਰ ਆ hirarandhawa.com, ਮੇਰੀ ਵੈਬਸਾਈਟ ਹੈ, ਉਹਨੂੰ ਚੈੱਕ ਕਰ ਲਿਓ। ਔਰ ਬਹੁਤ ਵਧੀਆ ਕੀਮਤ ਦੇ ਉੱਤੇ ਪ੍ਰਾਪਰਟੀਆਂ ਲੱਗੀਆਂ ਨੇ। ਜੇ ਤੁਸੀਂ ਇਸ ਏਰੀਏ ਵਿੱਚ ਆਪਣੀ ਕੋਈ ਪ੍ਰਾਪਰਟੀ ਵੇਚਣਾ ਚਾਹੁੰਦੇ ਹੋ, ਸੇਲ ਕਰਨਾ ਚਾਹੁੰਦੇ ਹੋ ਤਾਂ ਵੀ ਮੈਨੂੰ ਕਾਲ ਕਰ ਲਿਓ। ਜਾਂ ਕੋਈ ਪ੍ਰੀ ਬਿਲਡਿੰਗ ਜਿਹੜੀਆਂ ਹੁੰਦੀਆਂ ਨੇ ਪ੍ਰਾਪਰਟੀਜ਼ ਦੀਆਂ ਪਹਿਲਾਂ ਬੁੱਕ ਕਰਾਉਣੀਆਂ ਨੇ, ਉਹਦੇ ਵਾਸਤੇ ਕਾਲ ਕਰ ਲਿਓ। ਨੰਬਰ ਉਹੀ ਹੈ 4163190551। ਕਿਤੇ ਤੁਹਾਡਾ ਘਰ ਨਹੀਂ ਵਿਕਦਾ, ਮੈਂ ਤੁਰੰਤ ਵੇਚ ਦਿਆਂਗਾ ਔਰ ਵਧੀਆ ਰੇਟ ਤੇ ਅੱਗੇ ਕਿਫਾਇਤੀ ਤਰ੍ਹਾਂ ਦੇ ਉੱਤੇ ਤੁਹਾਨੂੰ ਮੈਂ ਘਰ ਖਰੀਦ ਕੇ ਦਾਂਗਾ। ਤੁਸੀਂ ਮੇਰੇ ਨਾਲ ਸੰਪਰਕ ਜ਼ਰੂਰ ਕਰਿਓ। ਸੋਚਿਓ ਨਾ, ਬਹੁਤ ਚੰਗਾ ਕੁਛ ਮੈਂ ਤੁਹਾਡੇ ਨਾਲ ਕਰਾਂਗਾ ਔਰ ਬਹੁਤ ਵਧੀਆ ਪੈਸੇ ਤੁਹਾਡੀ ਜੇਬ ਵਿੱਚ ਪੈਣਗੇ, ਬਚਾ ਕੇ ਦੇਵਾਂਗਾ। ਹਮੇਸ਼ਾ ਦੀ ਤਰ੍ਹਾਂ ਫੋਨ ਉਹੀ 4163190551। ਤੇ ਦੋਸਤੋ, ਬਿਨਾਂ ਕਿਸੇ ਦੇਰੀ ਤੋਂ ਆਓ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀ ਸਾਡੀ 27 ਸੈਗਮੈਂਟ ਹੈ ਉਹਨੂੰ ਵੇਖੀਏ, ਗੱਲਾਂ ਕਰੀਏ ਮੂੰਹ। ਮਨੁੱਖ ਦੀ ਫਿਤਰਤ ਹੈ ਕਿ ਉਹਨੂੰ ਭੁਲੇਖਿਆਂ ਵਿੱਚ ਜਿਉਣਾ ਚੰਗਾ ਲੱਗਦਾ ਹੈ। ਜਿਵੇਂ ਕਰੋਨਾ ਜੀ ਕਰਕੇ ਬਹੁਤ ਸਾਰੇ ਭੁਲੇਖੇ ਨਿਕਲੇ ਨੇ ਕਈਆਂ ਦੇ, ਪਰ ਹਰਖ ਨਹੀਂ ਜਾਂਦੇ ਲੋਕਾਂ ਦੇ ਅਜੇ। ਉਂਝ ਵੀ ਸੋਚ ਕੇ ਵੇਖੋ ਭਲਾ ਕਿ ਕਿੱਥੇ ਪਤਾ ਲੱਗਦੀਆਂ ਨੇ ਕਿਸੇ ਦੇ ਮਨ ਦੀਆਂ ਗੱਲਾਂ। ਉੱਪਰੋਂ ਕੁਝ ਵੀ ਕਹੋ, ਇਸ ਸਾਲ ਦੇ ਬਚਦੇ ਮਹੀਨਿਆਂ ਵਿੱਚ ਜੇ ਕਿਸੇ ਨੂੰ ਕੋਈ ਵਿਆਹ ਸ਼ਾਦੀ ਦਾ ਬੁਲਾਵਾ ਨਹੀਂ ਆਉਂਦਾ ਤਾਂ ਸਮਝੋ ਕਿ ਤੁਸੀਂ ਅਗਲਿਆਂ ਦੀ ਖਾਸ ਲੋਕਾਂ ਵਾਲੀ ਲਿਸਟ ਵਿੱਚ ਨਹੀਂ ਆਉਂਦੇ। ਇਹ ਵਿਚਾਰਨ ਵਾਲੀ ਗੱਲ ਹੈ, ਪਰ ਮਜਬੂਰੀਆਂ ਨੇ। ਜਦ ਕਿ ਬੁਲਾਉਣ ਵਾਲਾ ਵਾਧੂ ਫੂਕ ਛਕਾ ਚੁੱਕਿਆ ਹੁੰਦਾ ਕਿ ਲੈ ਤੁਹਾਡੇ ਬਿਨਾਂ ਕਿੱਥੇ ਸਰਨਾ, ਤੇ ਆਪਾਂ ਬੜੀ ਮਿਹਨਤ ਨਾਲ ਪਾਉਣ ਵਾਲੀਆਂ ਪੁਸ਼ਾਕਾਂ ਲੱਭਣ ਲਈ ਘੁੰਮ ਕੇ ਕਿੰਨੇ ਪਾਪੜ ਵੇਲੇ ਹੋਣਗੇ। ਪਰ ਅਗਲੇ ਤਾਂ ਇੰਜ ਭੋਲੇ ਜੇ ਕਹਿਣਾ ਕਿ ਕਰੋਨਾ ਹੈ। ਹੁਣ ਤਾਂ ਫਿਰ ਸੋਚਿਆ ਐਵੇਂ ਕਿਉਂ ਕਸ਼ਟ ਦੇਣਾ। ਇਹ ਸੁਣ ਕੇ ਕਿੱਦਾਂ ਲੱਗਦਾ? ਚਾਰੋਂ ਖਾਨੇ ਚਿੱਤ ਹੁੰਦੇ ਆ ਕਿ ਨਹੀਂ ਹੁੰਦੇ ਆ ਲੋਕ। ਇਹ ਦਿਲ ਹੀ ਜਾਣਦਾ ਹੁੰਦਾ ਜਦ ਇਸ ਮੌਕੇ ਤੁਹਾਨੂੰ ਇਸ ਤਰ੍ਹਾਂ ਦਾ ਜਵਾਬ ਮਿਲਦਾ। ਸੋ ਦੋਸਤੋ, ਭੁਲੇਖਿਆਂ ਵਿੱਚ ਜਿਉਣਾ ਛੱਡ ਦੇਵੋ ਤੇ ਆਪਣੀਆਂ ਹਰਖੀਲੀਆਂ ਆਦਤਾਂ ਸੁਧਾਰ ਲਵੋ। ਕਰੋਨਾ ਬਾਬੇ ਨੇ ਬੜੇ ਡਸਕੇ ਨਾਲ ਲੋਕਾਂ ਨੂੰ ਸੁਧਾਰਨ ਵਿੱਚ ਕਿੰਨਾ ਵੱਡਾ ਯੋਗਦਾਨ ਪਾਇਆ, ਇਹ ਕੋਈ ਸੋਚ ਵੀ ਨਹੀਂ ਸਕਦਾ। ਉਂਝ ਆਪਾਂ ਕਿੱਥੇ ਸੁਧਰਨ ਵਾਲੇ ਸੀ, ਦਿਖਾਵਿਆਂ 'ਚ ਫਸੇ ਸੀਗੇ। ਪਰ ਆਪਣੇ ਮਨ ਦੀ ਮੌਜ ਵਿੱਚ ਜੀਣਾ ਚਾਹੀਦਾ, ਫਕਰਾਂ ਵਾਂਗ ਖੁਸ਼ ਰਹੋ। ਇੱਕ ਵਾਰੀ ਦੀ ਗੱਲ ਹੈ, ਸ਼ਬਾਨਾ ਆਜ਼ਮੀ ਦੀ ਇੰਟਰਵਿਊ ਕਰ ਰਹੇ ਸੀ ਕੋਈ ਸੱਜਣ। ਉਹਨਾਂ ਨੇ ਸ਼ਬਾਨਾ ਆਜ਼ਮੀ ਨੂੰ ਸਵਾਲ ਕੀਤਾ ਕਿ ਜਾਵੇਦ ਅਖਤਰ ਸਾਹਿਬ ਨੇ ਬਹੁਤ ਰੋਮਾਂਟਿਕ ਕਵਿਤਾਵਾਂ ਤੇ ਗੀਤ ਲਿਖੇ ਨੇ, ਕਿ ਤੁਹਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਇਸ ਤਰ੍ਹਾਂ ਹੀ ਰੋਮਾਂਟਿਕ ਨੇ? ਮੇਰਾ ਖਿਆਲ ਹੈ ਕਿ ਬਹੁਤ ਰੋਮਾਂਟਿਕ ਹੋਣੇ ਨੇ, ਤੁਹਾਡਾ ਕੀ ਕਹਿਣਾ ਹੈ? ਤੇ ਸ਼ਬਾਨਾ ਆਜ਼ਮੀ ਦੀ ਹੱਸਦੇ ਹੋਏ ਬੋਲੇ, ਕੀ ਗੱਲਾਂ ਕਰਦੇ ਹੋ ਜਨਾਬ ਤੁਸੀਂ, ਰੋਮਾਂਸ ਤਾਂ ਜਾਦੂ, ਉਹਨਾਂ ਨੂੰ ਨਿਕਨੇਮ ਜਾਦੂ ਕਹਿ ਕੇ ਬੁਲਾਉਂਦੇ ਨੇ। ਕਹਿੰਦੇ ਜੀ ਰੋਮਾਂਸ ਤਾਂ ਜਾਦੂ ਨੂੰ ਛੂਹ ਕੇ ਵੀ ਨਹੀਂ ਲੰਘਿਆ। There is not a single romantic bone in his body। ਬਾਕੀ ਤੁਸੀਂ ਆਪੇ ਪੁੱਛ ਲਓ। ਤੇ ਜਵਾਬ ਵਿੱਚ ਜਾਵੇਦ ਅਖਤਰ ਸਾਹਿਬ ਕਹਿੰਦੇ, ਕਦੇ ਸਰਕਸ ਵਿੱਚ ਕੰਮ ਕਰਨ ਵਾਲਿਆਂ ਨੂੰ ਘਰ ਵਿੱਚ ਪੁੱਠੇ ਲਮਕਦਿਆਂ ਵੇਖਿਆ ਤੁਸੀਂ? ਬਹੁਤ ਸਾਰੇ ਲਤੀਫੇ ਸਾਡੇ ਰਾਜਨੀਤਿਕ ਨੇਤਾਵਾਂ ਦੇ ਉੱਤੇ ਵੀ ਬਣੇ ਹੋਏ ਨੇ ਤੇ ਬਹੁਤ ਸਾਰੇ ਸਮਾਜ ਦੇ ਵਿੱਚ ਕੁਝ ਧਰਮ ਵਾਲਿਆਂ ਦੇ, ਖਾਸ ਦੇਖ ਵਾਲਿਆਂ ਤੇ ਵੀ ਬਣਦੇ ਨੇ। ਇਸੇ ਤਰ੍ਹਾਂ ਪਿੱਛੇ ਜੇ ਇੱਕ ਚੁਟਕਲਾ ਬੜਾ ਘੁੰਮ ਰਿਹਾ ਆ ਸੋਸ਼ਲ ਮੀਡੀਆ ਤੇ। ਕਹਿੰਦੇ ਇੱਕ ਵਾਰੀ ਹਿੰਦੁਸਤਾਨ ਦਾ PM ਮੋਦੀ ਇੰਗਲੈਂਡ ਦੀ ਮਹਾਰਾਣੀ ਨੂੰ ਉਹਦੇ ਮਹਿਲ ਵਿੱਚ ਮਿਲਿਆ। ਮੋਦੀ ਜੀ ਕਹਿੰਦੇ, ਮੈਮ ਕੋਈ ਅਜਿਹੀ ਯੁਕਤੀ ਦੱਸਣਾ ਚਾਹੋਗੇ ਜਿਸ ਨਾਲ ਸਾਡੇ ਦੇਸ਼ ਦੀ ਆਰਥਿਕ ਮੰਦੀ ਨੂੰ ਠੱਲ ਪੈ ਸਕੇ? ਤੇ ਮਹਾਰਾਣੀ ਨੇ ਕਿਹਾ, ਬਿਲਕੁਲ। ਮਹਾਰਾਣੀ ਨੇ ਬਹੁਤ ਜ਼ਰੂਰੀ ਸਲਾਹ ਦਿੱਤੀ ਕਿ ਆਪਣੇ ਆਲੇ ਦੁਆਲੇ ਬਹੁਤ ਬੁੱਧੀਮਾਨ ਲੋਕਾਂ ਦਾ ਘੇਰਾ ਬਣਾਓ। ਮੋਦੀ ਭੁਚੱਕਾ ਜਿਹਾ ਰਹਿ ਗਿਆ ਤੇ ਫਿਰ ਬੋਲਿਆ, ਪਰ ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੇਰੇ ਆਸੇ-ਪਾਸੇ ਘੇਰਾ ਪਾਈ ਬੁੱਧੀਮਾਨ ਲੋਕ ਬੈਠੇ ਨੇ? ਤੇ ਮਹਾਰਾਣੀ ਨੇ ਕਿਹਾ, ਬੜਾ ਸੌਖਾ ਆ, ਉਹਨਾਂ ਤੋਂ ਇੱਕ ਬੁੱਧੀ ਮਾਤਾ ਵਾਲਾ ਆਸਾਨ ਜੀ ਬੁਝਾਰਤ ਪੁੱਛੋ, ਸਵਾਲ ਪੁੱਛੋ। ਮਹਾਰਾਣੀ ਨੇ ਆਪਣੇ ਇੰਟਰਕਾਮ ਤੇ ਇੱਕ ਬਟਨ ਦਬਾਇਆ ਤੇ ਬੋਲੀ, ਡੇਵਿਡ ਕਾਮਰਨ ਕਿਰਪਾ ਕਰਕੇ ਜ਼ਰਾ ਮੇਰੇ ਕੋਲ ਆਉਣਾ। ਤੇ ਡੇਵਿਡ ਕਾਮਰਨ ਨੇ ਕਮਰੇ ਵਿੱਚ ਆਉਂਦੇ ਪੁੱਛਿਆ, ਹਾਂ ਮੈਮ। ਮਹਾਰਾਣੀ ਮੁਸਕਾਈ ਤੇ ਕਿਹਾ, ਮਿਸਟਰ ਡੇਵਿਡ, ਮੈਨੂੰ ਇਸ ਗੱਲ ਦਾ ਉੱਤਰ ਦਿਓ ਕਿ ਤੇਰੀ ਮਾਤਾ ਜੀ ਅਤੇ ਤੇਰੇ ਪਿਤਾ ਜੀ ਦਾ ਇੱਕ ਬੱਚਾ ਆ, ਉਹ ਨਾ ਤਾਂ ਤੇਰਾ ਭਰਾ ਆ ਤੇ ਨਾ ਤੇਰੀ ਭੈਣ,
ਉਹ ਬੱਚਾ ਕੌਣ ਹੈ? ਤੇ ਬਿਨਾਂ ਹਿਚਕਿਚਾਏ ਡੇਵਿਡ ਨੇ ਇੱਕ ਪਲ ਵਿੱਚ ਉੱਤਰ ਦਿੱਤਾ, ਉਹ ਹਜ਼ੂਰ ਮੈਂ ਹਾਂ ਮਾਂ। ਬਹੁਤ ਅੱਛੇ, ਧੰਨਵਾਦ ਡੇਵਿਡ। ਫਿਰ ਉਹ ਮੋਦੀ ਵੱਲ ਮੁਸਕਾਈ ਤੇ ਕਿਹਾ ਕਿ ਦੇਖਿਆ, ਹੁਣ ਮੋਦੀ ਦੀ ਵਾਰੀ ਸੀ ਇਹ ਤਰੀਕਾ ਬਣਾਉਣ ਦੀ। ਮੋਦੀ ਨੇ ਭਾਰਤ ਵਾਪਸ ਆਉਂਦਿਆਂ ਨਿਰਮਲਾ ਸੀਤਾਰਮਨ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਤੇ ਕਿਹਾ, ਨਿਰਮਲਾ ਮੈਨੂੰ ਦੱਸੋ, ਤੇਰੀ ਮਾਤਾ ਜੀ ਤੇ ਤੇਰੇ ਪਿਤਾ ਜੀ ਦਾ ਇੱਕ ਬੱਚਾ ਹੈ, ਨਾ ਤਾਂ ਉਹ ਤੇਰਾ ਭਰਾ ਹੈ ਤੇ ਨਾ ਤੇਰੀ ਭੈਣ ਹੈ, ਉਹ ਕੌਣ ਆ? ਉਹ ਕਹਿੰਦੀ, ਮੈਂ ਇਸ ਬਾਰੇ ਯਕੀਨ ਨਾਲ ਤੇ ਕੁਝ ਨਹੀਂ ਕਹਿ ਸਕਦੀ ਇੱਕਦਮ, ਹਾਂ ਕੁਝ ਸਮੇਂ ਬਾਅਦ ਹਾਜ਼ਰ ਹੋਣੀ ਹੈ। ਇੱਕ ਆ ਕੇ ਨਿਰਮਲਾ ਬਾਹਰ ਆ ਗਈ ਤੇ ਆਪਣੀ ਬੁਝਾਰਤ ਦਾ ਹੱਲ ਆਪਣੇ ਸਾਰੇ ਸਲਾਹਕਾਰਾਂ ਨੂੰ ਪੁੱਛਿਆ, ਪਰ ਕੋਈ ਵੀ ਯਕੀਨ ਨਾਲ ਨਹੀਂ ਦੱਸ ਸਕਿਆ। ਕਹਿੰਦੇ ਨੱਸ ਕੇ ਉਹ ਡਾਕਟਰ ਮਨਮੋਹਨ ਸਿੰਘ ਹੋਣਾ ਕੋਲ ਗਈ ਤੇ ਆਪਣੀ ਬੁਝਾਰਤ ਦੁਹਰਾਈ। ਮਨਮੋਹਨ ਸਿੰਘ ਹੋਣਾ ਨੇ ਉੱਤਰ ਦਿੱਤਾ, ਮੈਡਮ ਮੈਂ ਯਕੀਨ ਨਾਲ ਕਹਿੰਦਾ ਹਾਂ ਕਿ ਮੈਂ ਖੁਦ ਮਨਮੋਹਨ ਸਿੰਘ ਹੀ ਹਾਂ। ਨਿਰਮਲਾ ਸੀਤਾਰਮਨ ਨੇ ਮਨਮੋਹਨ ਸਿੰਘ ਦਾ ਧੰਨਵਾਦ ਕੀਤਾ ਤੇ ਦੁਬਾਰਾ ਨੱਸ ਕੇ ਮੋਦੀ ਸਾਹਿਬ ਕੋਲ ਗਈ ਤੇ ਕਹਿੰਦੀ, ਸਰ ਮੈਂ ਬਹੁਤ ਸੋਚ ਸਮਝ ਕੇ ਹੱਲ ਲੱਭ ਲਿਆ, ਮੈਂ ਯਕੀਨ ਨਾਲ ਕਹਿ ਸਕਦੀ ਹਾਂ ਕਿ ਉਹ ਮਨਮੋਹਨ ਸਿੰਘ ਹੈ। ਮੋਦੀ ਚਲਾਇਆ, ਦਫਾ ਜੋ, ਤੇ ਦੱਸਿਆ ਇਸ ਬੁਝਾਰਤ ਦਾ ਉੱਤਰ ਤਾਂ ਡੇਵਿਡ ਕੈਮਰੂਨ ਹੈ। ਇਹ ਸਿਆਣਿਆਂ ਲੋਕਾਂ ਦੀਆਂ ਗੱਲਾਂ ਹੁੰਦੀਆਂ ਨੇ। ਇੱਕ ਵਾਰੀ ਬਲਦਾਂ ਦੇ ਗਲ 'ਚ ਟੱਲੀਆਂ ਤੇ ਪਈਆਂ ਹੋਈਆਂ ਸਨ। ਜਿਹੜੇ ਬਲਦ ਸੀ ਉਹ ਹਲਟ ਵਿੱਚ ਜੁੜੇ ਹੋਏ ਸਨ, ਪੁਰਾਣੇ ਸਮੇਂ ਦੀ ਗੱਲ ਆ। ਤੇ ਹਿੱਕਣ ਵਾਲਾ ਇੱਕ ਕੋਠੇ ਵਿੱਚ ਬੈਠਾ ਹੁੱਕਾ ਪੀ ਰਿਹਾ ਸੀ। ਲਾਗੋਂ ਦੀ ਇੱਕ ਵਕੀਲ ਲੰਘ ਰਿਹਾ ਸੀ। ਵਕੀਲ ਰੁਕਿਆ ਤੇ ਹੁੱਕਾ ਪੀ ਰਹੇ ਵਿਅਕਤੀ ਨੂੰ ਕਹਿੰਦਾ, ਬਾਬਾ ਮੈਂ ਇੱਕ ਵਕੀਲ ਹਾਂ, ਇੱਥੋਂ ਦੀ ਲੰਘ ਰਿਹਾ, ਮੇਰੇ ਮਨ 'ਚ ਇੱਕ ਸਵਾਲ ਆਇਆ ਵੀ ਇਹਨਾਂ ਦੇ ਬਲਦਾਂ ਦੇ ਗਲ ਵਿੱਚ ਟੱਲੀਆਂ ਕਿਉਂ ਪਾਈਆਂ ਨੇ ਭਲਾ? ਬਾਬਾ ਜੀ ਤੁਸੀਂ ਦੱਸ ਸਕਦੇ ਹੋ? ਤੇ ਬਾਬਾ ਕਹਿੰਦਾ, ਇਹ ਤਾਂ ਪਾਈਆਂ ਕਿ ਮੈਨੂੰ ਅੰਦਰ ਬੈਠੇ ਨੂੰ ਪਤਾ ਲੱਗੇ ਕਿ ਬਲਦ ਚੱਲ ਰਹੇ ਨੇ। ਵਕੀਲ ਵਾਪਸ ਜਾਣ ਲੱਗਾ, ਰੁਕਿਆ ਤੇ ਕਹਿੰਦਾ, ਬਾਬਾ ਜੀ ਜੇ ਬਲਦ ਖੜੇ ਹੀ ਸਿੰਘ ਹਿਲਾਈ ਜਾਣ ਤੇ ਫੇਰ? ਤੇ ਬਾਬਾ ਪਤਾ ਕੀ ਕਹਿੰਦਾ? ਉਹ ਕਹਿੰਦਾ, ਭਾਈ ਇਹਨਾਂ ਨੇ ਕਿਹੜੀ ਵਕਾਲਤ ਕੀਤੀ ਆ। ਮੈਂ ਜਦੋਂ ਵੀ ਸਵੇਰੇ ਸ਼ਾਮ ਪਾਰਕ ਵਿੱਚ ਜਾਵਾਂ ਤੇ ਆਸੇ ਪਾਸੇ ਪ੍ਰਕਿਰਤੀ ਨਾਲ ਮਨ ਵਿੱਚ ਗੱਲਾਂ ਕਰਨਾ ਬਹੁਤ ਚੰਗਾ ਲੱਗਦਾ। ਪੂਰਬ ਵੱਲੋਂ ਘੁੰਮਦੇ ਸੂਰਜ ਦੀ ਲਾਲੀ, ਤਾਜ਼ੀ ਖਿੜੇ ਫੁੱਲ, ਚਹਿਚਕਾਉਂਦੇ ਗੁਟਕਦੇ ਪੰਛੀ ਤੇ ਝੂਲੇ ਲੈਂਦੇ ਨੰਨੇ ਬੱਚੇ ਦੇਖ ਕੇ ਖੁਸ਼ੀ ਮਿਲਦੀ ਆ। ਇਹ ਪਾਰਕ ਦੇ ਵਿੱਚ ਇੱਕ ਨੁੱਕਰ ਵਾਲੇ ਬੈਂਚ ਤੇ ਨੂੰਹਾਂ ਤੋਂ ਅੱਕੀਆਂ 7-8 ਸੱਸਾਂ ਬੈਠੀਆਂ ਹੁੰਦੀਆਂ ਨੇ। ਦੂਸਰੇ ਅਰਥਾਂ ਵਿੱਚ ਕਹਿ ਲਓ ਕਿ ਪੜਾਸ ਕੱਢ ਗਰੁੱਪ ਹੈ। ਇਹਨਾਂ ਨੂੰ ਨੂੰਹਾਂ ਉੱਤੇ ਤਬਾਲਾ ਹੋਣ ਤੋਂ ਬਿਨਾਂ ਕੁਝ ਨਹੀਂ ਹੁੰਦਾ ਸੋਚਦਾ। ਇਹਨਾਂ ਦੀ ਇੱਕ ਅੱਧੀ ਗੱਲ ਮੈਂ ਸਾਂਝੀ ਕਰਦਾ, ਕਿਉਂਕਿ ਜਦੋਂ ਮੈਂ ਇਕੱਲਾ ਬੈਠਾ ਹੋਵਾਂ ਤਾਂ ਬਹੁਤ ਕੁਝ ਸੁਣਨ ਨੂੰ ਮਿਲਦਾ ਹੈ। ਆਓ ਤੁਹਾਡੇ ਨਾਲ ਵੀ ਕੁਝ ਗੱਲਾਂ ਸਾਂਝੀਆਂ ਕਰਦੇ ਹਾਂ। ਜ਼ਿਆਦਾ ਕਰਕੇ ਮਨ ਉੱਥੇ ਬਹੁਤਿਆਂ ਦਾ ਨਹੀਂ ਲੱਗਦਾ। ਉਹ ਔਰਤਾਂ ਘਰ ਤੋਂ ਬਿਮਾਰ ਮਨ ਨਾਲ ਆਉਂਦੀਆਂ ਨੇ, ਪੜਾਸ ਕੱਢ ਲੈਂਦੀਆਂ ਨੇ, ਪਰ ਆਪਣੇ ਸਰੀਰ ਤੇ ਮਨ ਨੂੰ ਸਕੂਨ ਨਹੀਂ ਦੇ ਸਕਦੀਆਂ। ਇੱਕ ਦੋ ਤੇ ਹੱਥ ਦੀ ਸਿਲਾਈ ਕਰਦੇ ਚੱਲਦੇ ਨੇ। ਨਵ ਜੰਮੇ ਬੱਚਿਆਂ ਲਈ ਬੇਬੀ ਸੂਟ ਬਣਾ ਕੇ ਵੇਚਦੀਆਂ ਨੇ। ਉਹਨਾਂ ਵਿੱਚੋਂ ਕੁਝ ਕਈ ਵਾਰੀ ਹੁੰਦਾ ਨਾ, ਇੱਥੇ ਘਰਾਂ ਦੇ ਵਿੱਚ ਸਿਲਾਈ ਕਰਕੇ ਸੂਟਾਂ ਨੂੰ ਛੋਟੇ ਵੱਡੇ ਕਰ ਦੇਣਾ, ਪਰ ਸਿਲਾਈ ਦੇ ਨਾਲ ਉਹਨਾਂ ਦੀ ਜ਼ੁਬਾਨ ਵੀ ਚੱਲਦੀ ਰਹਿੰਦੀ ਆ। ਕਹਿੰਦੀ, ਲੈ ਕਮਲ ਸੁਣ, ਮੇਰੀ ਨੂੰਹ ਢੇਰ ਸੂਟਾਂ ਚੱਪਲਾਂ ਤੇ ਕਰੀਮਾਂ ਤੋਂ ਅੱਕਦੀ ਨਹੀਂ, ਖਰੀਦ ਕੇ ਝੱਲਦੀ ਰਹਿੰਦੀ ਆ। ਫਿਰ ਸਾਂਭਣ ਦੀ ਅਕਲ ਨਾ ਸਲੀਕਾ, ਪਤਾ ਨਹੀਂ ਕਿਹੜੇ ਫੈਸ਼ਨ ਸ਼ੋਅ ਤੇ ਜਾਣਾ ਸੂ, ਪਤਾ ਨਹੀਂ ਕਿੰਨੇ ਵੱਡੇ ਅਮੀਰਜ਼ਾਦੇ ਮਾਪਿਆਂ ਦੇ ਘਰੋਂ ਆਈ ਆ ਕਿ ਵਧੀਆ ਚੀਜ਼ਾਂ ਪੈਰਾਂ ਵਿੱਚ ਰੁਲਦੀਆਂ ਰਹਿੰਦੀਆਂ ਨੇ। ਆਪਣੀ ਟੀਸਟ ਪਾਸ ਤੋਂ ਵਿਹਲੀ ਹੋਵੇ ਤਾਂ ਘਰ ਦੇ ਕੰਮ ਕਰੇ, ਗਿੱਲੇ ਸੁੱਕੇ ਕੱਪੜੇ ਤੇ ਬਣਾ ਕੇ ਦਰਵਾਜ਼ੇ ਦੇ ਪਿੱਛੇ ਸ਼ੋਅ ਪੀਸਾਂ ਵਾਂਗ ਸਜਾਏ ਹੁੰਦੇ ਨੇ। ਮਜਾਲ ਕੀ ਭੋਰਾ ਵੀ ਸ਼ਰਮ ਕਰ ਲੈਣ। ਬਸ ਕੰਮ ਦੀ ਨਾ ਕਾਜ ਦੀ, ਦੁਸ਼ਮਣ ਅਨਾਜ ਦੀ। ਬਸ ਉਹਦੇ ਦਿਮਾਗ ਨੂੰ ਲੋਹੇ ਵਾਂਗ ਜਗਾਲ ਲੱਗਿਆ ਹੀ ਰਹਿੰਦਾ। ਸ਼ਾਇਦ ਸੋਚਣਾ ਨਹੀਂ ਕਿ ਪੈਸੇ ਦੀ ਕੀ ਕੀਮਤ ਹੈ। ਦੂਸਰੀ ਬੋਲੀ, ਲੈ ਭਾਈ ਚੁੱਪੀ ਭਲੀ, ਗੱਲ ਮੂੰਹੋਂ ਕੱਢੀ ਨਹੀਂ ਕਿ ਸ਼ਹਿਰ ਵਿੱਚ ਫੈਲੀ ਨਹੀਂ। ਇਕਲੌਤਾ ਬੇਟਾ, ਵਧੀਆ ਨੌਕਰੀ, ਮੈਂ ਉਸ ਲਈ ਗਰੀਬ ਕੁੜੀ ਵਿਆਹ ਲਿਆਈ, ਉਹਦੇ ਮਾਪਿਆਂ ਦਾ ਕਰਜ਼ਾ ਉਤਾਰਿਆ। ਭੈਣਾ, ਪਰ ਭੁੱਖਿਆਂ ਦੀ ਧੀ ਨੇ ਕਿੱਥੋਂ ਰੱਜਣਾ ਸੀ? ਸਾਡਾ ਹੀ ਘਰ ਆਪਣੇ ਮਾਪਿਆਂ ਭੈਣ ਭਰਾਵਾਂ ਲਈ ਖਾਲੀ ਕਰਨਾ ਸ਼ੁਰੂ ਕਰ ਦਿੱਤਾ। ਸਾਨੂੰ ਬਣੇ ਬਣਾਏ ਘਰ ਚੋਂ ਕੱਢ ਦਿੱਤਾ, ਸਾਨੂੰ ਕਿਰਾਏ ਦੇ ਮਕਾਨਾਂ ਜੋਗਾ ਕਰ ਦਿੱਤਾ, ਹੋਰ ਤਾਂ ਹੋਰ ਪੋਤੀ ਸਾਡਾ ਬਗਾਨਾ ਕਰ ਦਿੱਤਾ। ਇਹ ਉਮਰ ਆਰਾਮ ਦੀ ਹੈ,
ਪਰ ਅਸੀਂ ਦੋਵੇਂ ਜੀ ਮੁੜ ਕੰਮ ਕਰਨ ਨੂੰ ਲਾ ਦਿੱਤੇ। ਦਿਨ ਰਾਤ ਸਵੈਟਰਾਂ ਉਣ ਕੇ ਉਂਗਲਾਂ ਦਰਦ ਕਰਦੀਆਂ ਨੇ, ਪਿੱਠ ਦਰਦ ਹੁੰਦਾ ਆ। ਕਿੰਨੀਆਂ ਮਨੌਤਾਂ ਨਾਲ ਪੁੱਤਰ ਲਈਦੇ ਨੇ। ਤੇ ਵਿਧਵਾ ਮਿਸਿਜ ਲੱਗੇ ਗਿੱਲ ਹਾਮੀਪੁਰ ਦੀ ਬੋਲੀ, ਫਾਕੇ ਕੱਟ ਕੇ ਆਪਣੇ ਗਿੱਲੇ ਤੋਂ ਸੌਂ ਕੇ ਪੁੱਤ ਨੂੰ ਮੈਂ ਪਾਲਿਆ। 25 ਵਰਿਆਂ ਦੀ ਉਮਰ 'ਚ ਕਮਾਉਣ ਜੋਗਾ ਹੋਇਆ। ਮਸਾ ਰੱਬ ਨੇ ਰੱਜ ਕੇ ਰਿਜ਼ਕ ਦਿੱਤਾ ਤਾਂ ਨਹੁੰ ਆਈ ਤਾਂ ਚੱਜ ਨਾਲ ਖਾਣ ਲਈ 2 ਟੁੱਕੜ ਵੀ ਨਸੀਬ ਨਾ ਹੋਏ। ਪਸੰਦੀਦਾ ਖਾਣਾ ਤੇ ਦੂਰ, ਮੂੰਹ ਵਿੱਚ ਕੋਈ ਚੀਜ਼ ਧਰੀ ਤਾਂ ਬਿੱਲੀ ਵਾਂਗੂ 2 ਅੱਖਾਂ ਘੂਰਦੀਆਂ ਲੱਗਦੀਆਂ ਨੇ। ਨਾ ਆਪਣੀ ਪਸੰਦ ਦਾ ਖਾਣਾ ਪੀਣਾ ਕਰ ਸਕਦੀਆਂ ਤੇ ਨਾ ਪਹਿਨ ਸਕਦੀਆਂ। ਟੀਵੀ ਦੇ ਰੌਲੇ ਗੋਲੇ ਵਿੱਚ 24 ਘੰਟੇ ਸੌਂ ਨਹੀਂ ਸਕਦੀ। ਜੇ ਗੱਲ ਕਰੋ ਤਾਂ ਮੂੰਹ ਬਣਾ ਕੇ ਰੁੱਸ ਬੈਠਦੀ ਆ। ਕਦੀ ਵੀ ਇਹਨੇ ਟੁੱਟੇ ਮੂੰਹ ਨਾਲ ਨਹੀਂ ਕਿਹਾ ਕਿ ਬੀਜੀ ਤੁਸੀਂ ਸਾਰਾ ਦਿਨ ਬੱਚਿਆਂ ਨਾਲ ਮਗਜ ਖਪਾਈ ਕਰਦੇ ਹੋ, ਘਰ-ਬਾਰ ਦੇਖਦੇ ਹੋ, ਆਰਾਮ ਕਰ ਲਵੋ, ਫਰੂਟ ਗਲ ਸੜ ਜਾਂਦਾ। ਮਜਾਲਿਆ ਕਦੀ ਕਿਹਾ ਬੀਬੀ ਜੀ ਅੰਬ ਦੀ ਫਾੜੀ ਖਾ ਲਓ। ਉਰਮਲਾ ਨੇ ਵੀ ਰਹਿੰਦੀ ਖੁੰਦੀ ਸ਼ਾਂਤੀ ਨੂੰ ਭੰਗ ਕਰਨ ਲਈ ਗੱਲਾਂ ਦਾ ਘਿਓ ਪਾ ਕੇ ਤੇਜ਼ ਕਰ ਦਿੱਤਾ। ਲੈ ਨਹੀਂ, ਮੇਰੇ ਵਾਲੀ ਤਾਂ ਨੌਕਰੀ ਕਰਦੀ ਆ, 4 ਛਿੱਲੜ ਕਮਾਉਂਦੀ ਆ, ਭਾਵੇਂ ਆਪਣੇ ਜੋਗੇ, ਪਰ ਫੁੱਲੀਆਂ ਨਾਸਾਂ ਦਾ ਨਖਰਾ ਹੀ ਨਹੀਂ ਮਾਣ ਮੇਮ ਸਾਹਿਬ ਦਾ। ਘਰ ਦਾ ਕੰਮ ਜਿਵੇਂ ਸਫਾਈ, ਬਰਤਨ, ਵਾਸ਼ਿੰਗ, ਪ੍ਰੈਸ ਤੇ ਸਾਰੇ ਮੇਟ ਕਰ ਜਾਂਦੀ ਆ, ਪਰ ਸਵੇਰੇ ਸ਼ਾਮ ਦੇ 4 ਫੁਲਕੇ ਪਕਾਉਣੇ ਔਖੇ ਲੱਗਦੇ ਨੇ ਮੇਮ ਸਾਹਿਬ ਨੂੰ। ਰੋਜ਼-ਰੋਜ਼ ਹੋਟਲਾਂ ਦਾ ਖਾਣਾ, ਪੀਜ਼ਾ, ਨੂਡਲ, ਜੋ ਵੀ ਬਾਹਰ ਗੰਦ ਬਲੰਦ ਹੈ ਆ, ਉਹਨੂੰ ਚੰਗਾ ਲੱਗਦਾ ਖਾ ਕੇ। ਪਤਾ ਨਹੀਂ ਉਹ ਕਿਹੋ ਜਿਹੇ ਬਰਤਨ ਵਿੱਚ ਬਣਦਾ, ਪਤਾ ਨਹੀਂ ਕੀ ਮਿਲਾਉਂਦੇ ਨੇ, ਜ਼ਹਿਰ ਵਰਗਾ ਸਵਾਦੀ ਲੱਗਦਾ ਹੈ। ਸੋ ਰਮਨ ਵੀ ਆਪਣੇ ਬੋਲਣ ਦਾ ਇੰਤਜ਼ਾਰ ਕਰ ਰਹੀ ਸੀ। ਨਹੀਂ, ਮੇਰੀ ਨੂੰ ਵਿਆਹੀ ਆਈ ਸੀ ਤਾਂ ਪਿੱਛੀ ਬਿੱਲੀ ਵਾਂਗੂ ਡਰੀ ਰਹਿੰਦੀ ਸੀ, ਹਰ ਗੱਲ ਪੁੱਛ ਕੇ ਕਰਦੀ। ਪਰ ਸਾਲ ਬੀਤਣ ਦੀ ਦੇਰ ਸੀ ਕਿ ਹਰ ਵੇਲੇ ਮੁੰਡੇ ਦੇ ਚੱਡਿਆਂ 'ਚ ਵੜੇ ਰਹਿਣਾ। ਸੋ ਹੁਣ ਤੁਸੀਂ ਦੇਖ ਸਕਦੇ ਹੋ ਕਿ ਬੀਬੀਆਂ ਕਿੰਨਾ ਸੋਹਣਾ ਚਰਚਾ ਕਰਦੀਆਂ ਨੇ। ਇੱਦਾਂ ਹੀ ਹੁੰਦਾ ਹੈ ਅਕਸਰ ਬੀਬੀਆਂ ਦੇ, ਜਦੋਂ ਅਸੀਂ ਵਿਚਾਰ ਸੁਣਦੇ ਹਾਂ ਕਿਸੇ ਸਾਈਡ ਦੇ ਉੱਤੇ ਬਹਿ ਕੇ, ਤਾਂ ਸਾਰੀਆਂ ਇਹੋ ਹੀ ਕਹਿੰਦੀਆਂ ਨੇ ਕਿ ਮੇਰੀ ਬਿੱਲੀ ਮੈਨੂੰ ਹੀ ਮਿਊਂ ਕਰਨ ਲੱਗ ਪਈ ਆ। ਸਾਰੇ ਹੱਸਦੇ ਨੇ। ਸੋ ਮਨ ਵੀ ਹਲਕੇ ਕਰਦੇ ਨੇ। ਚੰਗੀ ਗੱਲ ਆ, ਕਰਨਾ ਵੀ ਚਾਹੀਦਾ ਕਦੀ ਕਦੀ। ਇੱਕ ਵਾਰੀ ਦੀ ਗੱਲ ਹੈ, ਇੱਕ ਜਹਾਜ਼ ਖਰਾਬ ਹੋ ਗਿਆ। ਪਾਇਲਟ ਨੇ ਪੁੱਠੇ ਸਿੱਧੇ ਕੱਟ ਮਾਰ ਕੇ ਪਹਾੜਾਂ ਦਰਖਤਾਂ ਤੋਂ ਬਚੂ ਕੇ ਜਹਾਜ਼ ਦੀ ਸੇਫ ਲੈਂਡਿੰਗ ਕਰਾ ਲਈ। ਸਾਰਾ ਸਟਾਫ ਖੁਸ਼ ਤੇ ਹੈਰਾਨ, ਤੇ ਸਪੈਸ਼ਲ ਪਾਰਟੀ ਕੀਤੀ ਗਈ। ਕਿਸੇ ਨੇ ਪੁੱਛਿਆ ਕਿ ਤੁਸੀਂ ਇੰਨੀ ਵਧੀਆ ਟ੍ਰੇਨਿੰਗ ਕਿੱਥੋਂ ਲਈ ਸੀ? ਤੇ ਪਾਇਲਟ ਕਹਿੰਦਾ, ਜੀ ਮੈਂ ਪਹਿਲਾਂ ਗੜ੍ਹ ਸ਼ੰਕਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਵਾਲੀ ਸੜਕ ਤੇ ਬੱਸ ਚਲਾਉਂਦਾ ਸਾਂ। ਪ੍ਰੋਗਰਾਮ ਲੋਕ ਆਵਾਜ਼ ਵਿੱਚ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਆਪਦਾ ਦੋਸਤ ਗੁਰਬਾਜ ਸ਼ੀਨਾ, ਤੇ ਅੱਜ ਅਸੀਂ ਜਿਹੜੇ ਪ੍ਰੋਗਰਾਮ ਨੂੰ ਲੈ ਕੇ ਆ ਰਹੇ ਹਾਂ, ਇਹਦੇ ਸੰਯੋਜਕ ਹਨ ਰੀਅਲ ਐਸਟੇਟ ਅਤੇ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਆਪ ਜੀ ਨੂੰ ਸੇਵਾਵਾਂ ਦੇਣ ਵਾਲੇ ਸਰਦਾਰ ਹੀਰਾ ਸਿੰਘ ਜੀ ਰੰਧਾਵਾ। ਤੇ ਅੱਜ ਜਿਹੜੀ ਸ਼ਖਸੀਅਤ ਦੇ ਨਾਲ ਤੁਹਾਨੂੰ ਅਸੀਂ ਰੂਬਰੂ ਕਰਾ ਰਹੇ ਹਾਂ, ਉਹ ਕਿਸੇ ਜਾਣ ਪਛਾਣ ਦੀ ਮੁਤਾਜ ਨਹੀਂ। ਮੇਰੀ ਮੁਰਾਦ ਕੇਵਲ ਧਾਲੀਵਾਲ ਜੀ, ਸ਼੍ਰੋਮਣੀ ਨਾਟਕਕਾਰ, ਤੇ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਤੇ ਹਾਂਜੀ ਜੀ, ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ। ਤੁਸੀਂ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਤੁਹਾਡਾ ਜੀ। ਤੁਸੀਂ ਇੱਕ ਬਹੁਤ ਆਪਣੀ ਸਾਰੀ ਦੀ ਸਾਰੀ ਜਿਹੜੀ ਇੱਕ ਤਰ੍ਹਾਂ ਫਕੀਰਾਂ ਵਾਂਗੂ ਜਿਹੜੀ ਪੂਰੀ ਜ਼ਿੰਦਗੀ ਆ ਉਹ ਨਾਟਕ ਨੂੰ ਦੇ ਦਿੱਤੀ, ਔਰ ਉਹਨੂੰ ਰੀਝ ਨਾਲ ਸਿੱਖਿਆ ਤੇ ਉਹਨੂੰ ਕੀਤਾ ਤੇ ਸਿਖਾਇਆ। ਔਰ ਮੈਂ ਸ਼ੁਰੂ ਇੱਥੋਂ ਕਰਨਾ ਚਾਹੁੰਦਾ ਕਿ ਤੁਸੀਂ ਜਿਹੜੀ ਪੰਜਾਬ ਦੀ ਵੱਡੀ ਸ਼ਖਸੀਅਤ ਰਹੀ ਆ ਭਾਜੀ ਗੁਰਸ਼ਰਨ ਸਿੰਘ ਜੀ, ਉਹਨਾਂ ਨਾਲ ਨਾਟਕਾਂ ਦੀ ਸ਼ੁਰੂਆਤ ਕੀਤੀ ਜਾਂ ਉਹਨਾਂ ਦੇ ਨਾਲ ਕਾਫੀ ਨਾਟਕ ਕੀਤੇ। ਉਹ ਕਿਸ ਤਰ੍ਹਾਂ ਦਾ ਦੌਰ ਸੀ ਜਾਂ ਉਹ ਕਿਹੋ ਜਿਹਾ ਤਜਰਬਾ ਸੀ? ਐਕਚੁਅਲੀ ਮੈਂ ਗੁਰਸ਼ਰਨ ਭਾਜੀ ਕੋਲ ਆਉਣ ਤੋਂ ਪਹਿਲਾਂ ਮੈਂ ਸਕੂਲ ਵਿੱਚ ਨਾਟਕ ਕਰਦਾ ਸੀ। ਯਾਨੀ ਮੈਂ ਸੰਨ 76 ਤੋਂ ਮੈਂ 75-76 ਤੋਂ ਮੈਂ ਥੀਏਟਰ ਦੀ ਦੁਨੀਆ 'ਚ ਹਾਂ। ਅਤੇ ਫਿਰ ਮੈਂ 78 ਵਿੱਚ ਗੁਰਸ਼ਰਨ ਭਾਜੀ ਦਾ ਗਰੁੱਪ ਬਕਾਇਦਾ ਤੌਰ 'ਤੇ ਜੁਆਇਨ ਕਰ ਲਿਆ ਸੀਗਾ ਅੰਮ੍ਰਿਤਸਰ ਨਾਟਕ ਕਲਾ ਕੇਂਦਰ। ਔਰ ਉਹ ਇੱਕ ਦੌਰ ਇਹੋ ਜਿਹਾ ਸੀ 78 ਤੋਂ ਲੈ ਕੇ 88 ਤੱਕ 10 ਸਾਲ ਮੈਂ ਗੁਰਸ਼ਰਨ ਭਾਜੀ ਨਾਲ ਥੀਏਟਰ ਕੀਤਾ। ਔਰ ਉਹ ਸਮਾਂ ਜਿਹੜਾ ਸੀ ਪੰਜਾਬ ਵਿੱਚ ਤੁਸੀਂ ਜਾਣਦੇ ਹੋ ਜਿਵੇਂ ਕਿ ਅੱਤਵਾਦ ਦਾ ਦੌਰ ਸੀਗਾ, ਅਤੇ ਉਹਨਾਂ ਸਮਿਆਂ ਵਿੱਚ ਬਹੁਤ ਔਖਾ ਸੀਗਾ ਕਿ ਅਸੀਂ ਪੰਜਾਬ ਦੇ ਪਿੰਡਾਂ ਵਿੱਚ ਜਾਂਦੇ ਸੀ। ਰੋਜ਼ ਹੀ 2-2, 3-3 ਪਿੰਡਾਂ ਵਿੱਚ ਸ਼ੋਅ ਕਰੀਦੇ ਸੀਗੇ, ਔਰ ਸਾਰੇ ਜਿਹੜੇ ਕਿ ਹਿੰਦੂ ਸਿੱਖ ਏਕਤਾ ਦੇ ਪ੍ਰਚਾਰ ਵਾਲੇ ਇੱਦਾਂ ਦੇ ਸ਼ੋਅਜ਼ ਹੁੰਦੇ ਸੀਗੇ।
ਉਦੋਂ ਔਖਾ ਸਮਾਂ ਸੀਗਾ ਕਿ ਸ਼ਾਮ ਨੂੰ ਜਦੋਂ ਕਿ ਬਾਜ਼ਾਰ ਵੀ ਸਾਰੇ ਜਿਹੜੇ 6 ਵਜੇ ਤੋਂ ਬਾਅਦ ਬੰਦ ਹੋ ਜਾਂਦੇ ਸੀ, ਤੇ ਉਸ ਵੇਲੇ ਜੇਕਰ ਕਿਧਰੇ ਕੋਈ ਜਾਗਦਾ ਸੀ ਤੇ ਉਹ ਰੰਗਮੰਚ ਜਾਗਦਾ ਹੁੰਦਾ ਸੀ। ਰੰਗਮੰਚ ਪਿੰਡਾਂ ਵਿੱਚ ਹੋ ਰਿਹਾ ਸੀਗਾ, ਰੰਗਮੰਚ ਸ਼ਹਿਰਾਂ 'ਚ ਹੋ ਰਿਹਾ ਸੀਗਾ, ਔਰ ਅਸੀਂ ਯਾਨੀ ਪੈਦਲ ਹੀ ਪਿੰਡਾਂ ਦੇ ਵਿੱਚ 5-5 ਕਿਲੋਮੀਟਰ 10-10 ਕਿਲੋਮੀਟਰ ਤੁਰ ਕੇ ਜਿਹੜੇ, ਕਿਉਂਕਿ ਬੱਸ ਅੱਡੇ ਤੋਂ ਅੱਗੇ ਸਾਨੂੰ ਜਿਹੜੇ ਪਿੰਡਾਂ ਤੱਕ ਬੱਸਾਂ ਨਹੀਂ ਸੀ ਮਿਲਦੀਆਂ, ਕਈ ਵਾਰੀ ਬੱਸਾਂ ਦੇ ਅੰਦਰ ਜਗ੍ਹਾ ਨਾ ਮਿਲਣੀ ਤੇ ਸਾਨੂੰ ਪਿੱਛੇ ਬੱਸਾਂ ਦੇ ਲਟਕ ਕੇ ਜਾਣਾ ਪੈਂਦਾ ਸੀ, ਬੱਸਾਂ ਦੇ ਉੱਤੇ ਬੈਠ ਕੇ ਜਾਣਾ। ਉਦੋਂ ਸਾਡੇ ਕੋਲ ਕਾਰਾਂ ਨਹੀਂ ਸੀ ਹੁੰਦੀਆਂ ਕੋਈ ਵੀ ਇਹੋ ਜਿਹੀਆਂ, ਕੋਈ ਵੈਨ ਨਹੀਂ ਸੀ ਇਹੋ ਜਿਹੀ, ਸਿਰਫ ਸਰਕਾਰੀ ਬੱਸਾਂ ਸੀਗੀਆਂ ਤੇ ਬੱਸਾਂ ਦੇ ਵਿੱਚ ਅਸੀਂ ਆਪਣੇ ਮੋਢਿਆਂ ਤੇ 20-20 ਕਿਲੋ ਦੇ ਥੈਲੇ ਪਾਏ ਹੁੰਦੇ ਸੀਗੇ ਤੇ ਅਸੀਂ ਲਗਾਤਾਰ ਪਿੰਡਾਂ ਦੇ ਵਿੱਚ, ਯਾਨੀ ਉਸ 10 ਸਾਲਾਂ ਦੇ ਦੌਰ ਦੇ ਵਿੱਚ ਘੱਟ ਤੋਂ ਘੱਟ ਵੀ ਮੇਰਾ ਖਿਆਲ ਹੈ ਕਿ ਅਸੀਂ 4-5 ਹਜ਼ਾਰ ਪਿੰਡਾਂ ਦੇ ਵਿੱਚ ਸ਼ੋਜ਼ ਕੀਤੇ। ਤੇ ਉਹ ਸਮਾਂ ਇਹੋ ਜਿਹਾ ਗੁਰਸ਼ਰਨ ਭਾਜੀ ਨੇ ਬੜਾ ਇੱਕ ਕਮਿਟਮੈਂਟ ਦਾ ਦੌਰ ਸੀ ਕਹਿ ਲਓ ਕਿ ਉਹਨਾਂ ਸਮਿਆਂ ਨੇ ਸਾਨੂੰ ਸਿਖਾਇਆ ਬਹੁਤ ਕੁਝ। ਬਿਲਕੁਲ। ਤੇ ਜਿਵੇਂ ਕਿ ਆਮ ਤੌਰ ਤੇ ਲੋਕਾਂ ਨੂੰ ਵੀ ਪਤਾ ਹੈ ਕਿ ਇਹਦੇ 'ਚੋਂ ਕੋਈ ਬਹੁਤ ਜ਼ਿਆਦਾ ਜਿਹੜਾ ਉਹ ਕਮਾਈ ਨਵਿਆਂ ਬੰਦਿਆਂ ਨੂੰ ਨਹੀਂ ਹੁੰਦੀ, ਜਾਂ ਇਹ ਕੋਈ ਕਮਾਈ ਵਾਲਾ ਲੰਮਾ ਚੌੜਾ ਸਾਧਨ ਨਹੀਂ ਹੈ, ਪਰ ਉਦੋਂ ਵੀ ਅੰਦਰ ਕਿਹੜਾ ਇਹੋ ਜਿਹਾ ਜਨੂਨ ਸੀ ਜਿਹੜਾ ਤੁਹਾਨੂੰ ਇੰਨਾ ਤੁਰਨ ਲਈ, ਰਾਤ ਦਿਨ ਕੰਮ ਕਰਨ ਲਈ ਜਿਹੜਾ ਪ੍ਰੇਰਦਾ ਸੀਗਾ? ਹਾਂ, ਉਹ ਸ਼ਾਇਦ ਪਤਾ ਨਹੀਂ ਹੈ, ਕਿਉਂਕਿ ਉੱਦਾਂ ਮੈਂ ਜੇ ਤੁਸੀਂ ਮੇਰੇ ਪਿਛੋਕੜ ਵੱਲ ਦੇਖੋ ਤੇ ਬਿਲਕੁਲ ਮੇਰੇ ਖਾਨਦਾਨ 'ਚੋਂ ਕੀ ਮੇਰੇ ਪਿੰਡ 'ਚੋਂ ਨਹੀਂ, ਮੇਰੇ ਆਲੇ ਦੁਆਲੇ ਦੇ ਸੈਂਕੜੇ ਪਿੰਡਾਂ 'ਚੋਂ ਕੋਈ ਨਾਟਕ ਵਾਲੇ ਪਾਸੇ ਨਹੀਂ ਗਿਆ ਤੇ ਉਹ ਮੈਂ ਹੀ ਸੀਗਾ ਆਪਣੇ ਪਰਿਵਾਰ 'ਚੋਂ ਜਿਹੜਾ ਇੱਧਰਲੇ ਪਾਸੇ ਤੁਰਿਆ। ਤੇ ਉਹ ਜਦੋਂ ਮੈਂ ਤੁਰਿਆ ਵੀ ਤੇ ਉਦੋਂ ਮੇਰੇ ਫਾਦਰ ਸਾਹਿਬ ਨੇ ਵੀ ਬੜਾ ਮੈਨੂੰ ਡਾਂਟ ਕੇ ਕਿਹਾ ਵੀ ਤੂੰ ਜੱਟਾਂ ਦਾ ਮੁੰਡਾ ਹੋ ਕੇ ਮਰਾਸੀਆਂ ਵਾਲੇ ਕੰਮ ਕਰਨ ਲੱਗ ਪਿਆ ਵਾ। ਤੇ ਮੇਰੀ ਮਾਂ ਕਹਿੰਦੀ ਕੋਈ ਗੱਲ ਨਹੀਂ, ਹੌਲੀ ਹੌਲੀ ਸੁਧਰ ਜਾਏਗਾ। ਤੇ ਮੈਂ ਅੱਜ ਤੱਕ ਨਹੀਂ ਸੁਧਰਿਆ। ਸੋ ਮੈਂ ਇੱਦਾਂ ਲੱਗਾ ਰਿਹਾ ਤੇ ਪਰ ਇਹ ਸੀਗਾ ਵੀ ਅੰਦਰ ਕੋਈ ਜਨੂਨ ਸੀ, ਕੋਈ ਕ੍ਰੀਏਟਿਵ ਐਕਸਪ੍ਰੈਸ਼ਨ ਸੀ ਮੇਰੇ ਅੰਦਰ, ਤੇ ਜਿਹੜਾ ਮੈਨੂੰ ਲੱਗਦਾ ਸੀ ਕਿ ਮੈਂ ਨਾਟਕਾਂ ਦੇ ਰਾਹੀਂ ਹੀ ਮੈਂ ਜਿਹੜਾ ਸਾਂਝਾ ਕਰ ਸਕਦਾ ਲੋਕਾਂ ਦੇ ਨਾਲ, ਦਰਸ਼ਕਾਂ ਦੇ ਨਾਲ ਸਾਂਝ ਪਾ ਸਕਦਾ ਵਾਂ। ਸੋ ਉਹ ਜਿਹੜਾ ਅੰਦਰ ਕੁਝ ਧੁਖਦਾ ਸੀਗਾ ਵੀ ਜਿਹੜੀ ਮੇਰੇ ਅੰਦਰ ਉਹ ਇੱਕ ਕਲਾ ਦੀ ਚਿੰਨ੍ਹ ਸੀਗੀ, ਔਰ ਉਹਨੂੰ ਫਿਰ ਪੂਰਾ ਜਿਹੜਾ ਕਿ ਇੱਕ ਤਰਾਸ਼ਣ ਵਾਸਤੇ ਗੁਰਸ਼ਰਨ ਭਾਜੀ ਦਾ ਉਹ ਨਾਟਕ ਕਲਾ ਕੇਂਦਰ ਸੀ ਮੇਰੇ ਨਾਲ, ਔਰ ਉਹ ਚੀਜ਼ ਨੇ ਮੈਨੂੰ ਬਹੁਤ ਕੁਝ ਹੈਲਪ ਕੀਤਾ। ਗੁਰਸ਼ਰਨ ਭਾਜੀ ਦੇ ਉਹਨਾਂ ਸਮਿਆਂ ਨੇ, ਉਹਨਾਂ ਨਾਟਕਾਂ ਨੇ ਕਿ ਇੰਨੀ ਲਗਾਤਾਰਤਾ ਦੇ ਨਾਲ ਕੀਤਾ ਕਿ ਉਦੋਂ ਸਾਨੂੰ ਕੋਈ ਪੈਸੇ ਦੀ ਇੰਨੀ ਕੋਈ ਕਮੀ, ਮੈਂ ਐਵੇਂ ਕਹਾਂ ਕਿ ਮੈਂ ਪਰਿਵਾਰਕ ਤੌਰ ਤੇ ਵੀ ਕੋਈ ਇੱਦਾਂ ਵੀ ਕੋਈ ਗਰੀਬ ਘਰ 'ਚੋਂ ਨਹੀਂ ਸੀ। ਬੇਸ਼ੱਕ ਭਾਵੇਂ ਮੈਂ ਕੋਈ ਬਹੁਤ ਵੱਡੇ ਮਹਿਲਾਂ ਵਾਲੇ ਘਰ 'ਚੋਂ ਨਹੀਂ ਸੀ, ਪਰ ਮੈਂ ਕੋਈ ਬਹੁਤ ਗਰੀਬ ਘਰ 'ਚੋਂ ਵੀ ਨਹੀਂ ਸੀ ਵੀ ਮੈਂ ਸਿੰਧੇ ਪਰਿਵਾਰ 'ਚੋਂ ਸੀ। ਪਰ ਮੈਨੂੰ ਜਿਉਂ ਹੀ ਮੈਂ ਗੁਰਸ਼ਰਨ ਭਾਜੀ ਕੋਲ ਗਿਆ, ਮੈਨੂੰ ਪਹਿਲੇ ਸ਼ੋਅ ਦੇ 78 ਵਿੱਚ 20 ਰੁਪਏ ਮਿਲੇ। ਉਦੋਂ 20 ਰੁਪਏ ਬਹੁਤ ਵੱਡੀ ਗੱਲ ਸੀ ਉਹਨਾਂ ਸਮਿਆਂ ਦੇ ਵਿੱਚ, ਤੇ ਉਹ 20 ਰੁਪਏ ਦੇ ਨਾਲ ਹੀ ਮੇਰਾ ਅਕਾਊਂਟ ਖੁੱਲ੍ਹਿਆ। ਉਹ 20 ਰੁਪਏ ਮੈਨੂੰ ਅੱਜ ਤੱਕ ਕਹਿ ਲਓ ਕਿ ਉਹ ਜਿਹੜਾ ਇੱਕ ਸੱਚਾ ਸੌਦਾ ਹੋਇਆ 20 ਰੁਪਈਆਂ ਦਾ, ਤੇ ਉਹ ਮੇਰੇ ਨਾਲ ਤੁਰਿਆ ਤੇ ਮੈਨੂੰ ਕਦੀ ਕਮੀ ਨਹੀਂ ਹੋਈ, ਕਮੀ ਮਹਿਸੂਸ ਨਹੀਂ ਹੋਈ, ਪੈਸਿਆਂ ਦੀ ਵੀ ਕਮੀ ਨਹੀਂ ਮਹਿਸੂਸ ਹੋਈ, ਕਿਉਂਕਿ ਮੈਂ ਬਹੁਤ ਲਗਨ ਨਾਲ, ਮਿਹਨਤ ਨਾਲ ਟ੍ਰੇਨਿੰਗ ਲੈ ਕੇ ਮੈਂ ਇਸ ਫੀਲਡ ਦੇ ਵਿੱਚ ਆਇਆ। ਮੈਂ ਗੁਰਸ਼ਰਨ ਭਾਜੀ ਕੋਲ 10 ਸਾਲ ਦੀ ਟ੍ਰੇਨਿੰਗ ਲਈ, ਮੈਂ ਫਿਰ 3 ਸਾਲ ਨੈਸ਼ਨਲ ਸਕੂਲ ਆਫ ਡਰਾਮਾ, ਏਸ਼ੀਆ ਦਾ ਸਭ ਤੋਂ ਵੱਡਾ ਇੰਸਟੀਚਿਊਟ ਹੈ, ਮੈਂ ਉੱਥੋਂ ਟ੍ਰੇਨਿੰਗ ਲਈ। ਮੈਂ ਪੂਨੇ ਫਿਲਮ ਇੰਸਟੀਚਿਊਟ ਦਾ ਮੈਂ 6 ਮਹੀਨੇ ਦਾ ਜਿਹੜਾ ਫਿਲਮ ਐਪਰੀਸੀਏਸ਼ਨ ਦਾ ਕੋਰਸ ਕੀਤਾ। ਮੈਂ ਮਨੀਪੁਰ 'ਚ ਕਨ੍ਹਾਈ ਲਾਲ ਤੋਂ ਟ੍ਰੇਨਿੰਗ ਲਈ, ਮੈਂ ਬਾਦਲ ਸਰਕਾਰ ਤੋਂ ਬੰਗਾਲ ਤੋਂ ਟ੍ਰੇਨਿੰਗ ਲਈ, ਮੈਂ ਬੰਗਲਾਦੇਸ਼ ਰਿਹਾ 1 ਮਹੀਨਾ। ਸੋ ਇੰਨੀ ਸਾਰੀ ਟ੍ਰੇਨਿੰਗ, ਜਿਵੇਂ ਹੁਣ ਇਹ ਦਾਅਵਾ ਵੀ ਕਰ ਸਕਦਾ ਕਿ ਮੈਂ ਇਸ ਫੀਲਡ ਵਿੱਚ, ਰੰਗਮੰਚ ਦੇ ਫੀਲਡ ਵਿੱਚ, ਰੰਗਮੰਚ ਦੀ ਪੜ੍ਹਾਈ ਕਰਨ ਵਾਲਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਬੰਦਾ ਮੈਂ। ਸੋ ਇੰਨੀ ਤੋਂ ਇਸ ਕਰਕੇ ਮੈਨੂੰ ਕਦੀ ਕੋਈ ਪੈਸੇ ਦੀ, ਮੈਂ ਬਹੁਤੇ ਲਾਲਚ ਵੀ ਨਹੀਂ ਕਦੀ ਕੀਤੇ ਕਿ ਮੈਨੂੰ ਇਹ ਨਹੀਂ ਸੀ ਕਿ ਮੈਂ ਥੀਏਟਰ ਵਾਲਾ ਵਾਂ ਤੇ ਮੈਂ ਕੋਈ ਬਹੁਤ ਮਹਿਲ ਮਨਾਰੇ ਬਣਾ ਲੈਣੇ ਆ। ਮੈਨੂੰ ਇਹ ਸੀ ਕਿ ਜ਼ਿੰਦਗੀ ਬਸ ਸੋਹਣੀ ਤੁਰਦੀ ਰਹਿਣੀ ਚਾਹੀਦੀ ਹੈ, ਤੇ ਉਹ ਪਰਮਾਤਮਾ ਦਾ ਦਿੱਤਾ ਸਾਰਾ ਕੁਝ ਹੈ, ਕੁਦਰਤ ਦਾ, ਤੁਹਾਡੇ ਦੋਸਤਾਂ ਦਾ, ਸਾਰਿਆਂ ਦਾ ਆਸ਼ੀਰਵਾਦ ਹੈ। ਸੋ ਕੋਈ ਕਮੀ ਨਹੀਂ। ਤੁਸੀਂ ਉਹ ਕਲਾਕਾਰ ਹੋ, ਉਹ ਥੀਏਟਰ ਨਾਲ ਜੁੜੇ ਪਰਸਨ ਹੋ ਜਿਨ੍ਹਾਂ ਬਹੁਤ ਜਿਵੇਂ ਘੱਟ ਲੋਕਾਂ ਨੂੰ ਮੌਕਾ ਮਿਲਦਾ ਨੈਸ਼ਨਲ ਸਕੂਲ ਆਫ ਡਰਾਮਾ ਦੇ ਵਿੱਚ ਜਾਣ ਦਾ। ਜੀ। ਤੇ ਉਹ ਕਿੱਦਾਂ ਦਾ ਜਿਹੜਾ ਤਜਰਬਾ ਰਿਹਾ, ਜਾਂ ਕਿਹੜੇ ਉਹ ਤੁਹਾਡੇ ਨਾਲ ਉਦੋਂ ਮਸ਼ਹੂਰ ਹਸਤੀਆਂ ਜਿਹੜੀਆਂ? ਬਹੁਤ ਸਾਰੇ ਕਲਾਕਾਰ ਸੀ ਮੇਰੇ ਨਾਲ, ਪਰ ਉਸ ਜਿਹੜੇ ਸਮਿਆਂ ਨੇ, 3 ਸਾਲ ਦੇ ਸਮਿਆਂ ਨੇ ਮੈਨੂੰ ਜਿਹੜੀ ਟ੍ਰੇਨਿੰਗ ਦਿੱਤੀ, ਮੈਨੂੰ ਪੂਰਾ ਵਰਲਡ ਡਰਾਮਾ ਪੜ੍ਹਨ ਦਾ ਮੌਕਾ ਮਿਲਿਆ। ਮੈਨੂੰ ਵਰਲਡ ਡਰਾਮਾ
ਡਰਾਮਾ ਦੇਖਣ ਦਾ ਮੌਕਾ ਮਿਲਿਆ। ਬੈਰੀ ਜੌਨ ਵਰਗੇ ਮੇਰੇ ਟੀਚਰ ਸੀ, ਯਾਨੀ ਉਹਨਾਂ ਸਮਿਆਂ 'ਚ ਸ਼ਾਹਰੁਖ ਖਾਨ ਵੀ ਉਹ ਬਾਹਰ ਥੀਏਟਰ ਕਰਦਾ ਸੀ ਦਿੱਲੀ ਉਸੇ ਚੌਂਕ ਵਿੱਚ, ਯਾਨੀ ਉੱਧਰ ਸੀਗਾ ਬੈਰੀ ਜੌਨ, ਉਹਨਾਂ ਨੂੰ ਵੀ ਥੀਏਟਰ ਕਰਵਾਉਂਦਾ ਸੀ ਬਾਹਰ, ਤੇ ਬੈਰੀ ਜੌਨ ਸਾਡਾ ਵੀ ਟੀਚਰ ਸੀ ਐਕਟਿੰਗ ਦਾ। ਸੋ ਸਾਡੇ ਟੀਚਰ ਇੱਦਾਂ ਸੀਗੇ, ਇੱਦਾਂ ਦੇ ਸਾਡੀਆਂ ਹਸਤੀਆਂ ਸੀ ਜਿਹੜੀਆਂ ਟੀਚਰ, ਯਾਨੀ ਰਤਨ ਥਿਆਮ ਵਰਗੀ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਹਸਤੀ ਹੈ, ਉਹਨੇ ਮੇਰੀ ਸਿਲੈਕਸ਼ਨ ਕੀਤੀ ਸੀ ਨੈਸ਼ਨਲ ਸਕੂਲ ਆਫ ਡਰਾਮਾ 'ਚ। BM ਸ਼ਾਹ ਮੇਰੇ ਟੀਚਰ ਸੀ, ਰੋਬਿਨ ਦਾਸ ਵਰਗੀ ਹਸਤੀ ਜਿਹੜੀ ਉਹ ਮੇਰੀ ਟੀਚਰ ਸੀ, ਰੀਤਾ ਕੋਠਾਰੀ ਮੇਰੇ ਟੀਚਰ ਸੀ, ਅਨੁਰਾਧਾ ਕਪੂਰ ਮੇਰੀ ਟੀਚਰ ਸੀ, ਅੰਕੁਰ ਜੀ ਮੇਰੇ ਟੀਚਰ ਸੀ। ਸੋ ਇਹ ਹਸਤੀਆਂ ਜਿਹੜੀਆਂ ਮੇਰੇ ਕੋਲ, ਯਾਨੀ ਕਿ ਜਰਮਨ ਤੋਂ ਡਾਇਰੈਕਟਰ ਕੌਨਰੈਡ ਜ਼ੀਡਰੈਸ਼ ਵਰਗੇ ਲੋਕ ਆਏ ਮੇਰੇ ਕੋਲ ਉੱਥੇ, ਜਿਹੜੇ ਸਾਨੂੰ ਟ੍ਰੇਨਿੰਗ ਦੇਣ ਲਈ ਲੰਡਨ ਤੋਂ ਟੀਚਰ ਸਾਨੂੰ ਆਉਂਦੇ ਸੀਗੇ। ਸੋ ਇਹ ਬਹੁਤ ਵੱਡਾ ਇੱਕ ਮੇਰੇ ਲਈ ਉਹ ਜਿਹੜੀ ਦੁਨੀਆ ਸੀ ਨਾ, ਉਸ ਦੁਨੀਆ ਦਾ ਕੈਨਵਸ ਬਹੁਤ ਵੱਡਾ ਸੀ। ਉਹਨੇ ਮੈਨੂੰ ਸਿਖਾਇਆ ਬਹੁਤ, ਕਹਿ ਲਓ ਕਿ ਮੇਰੇ ਸਾਰੇ ਕਪਾਟ ਖੋਲ੍ਹ ਦਿੱਤੇ ਵੀ ਥੀਏਟਰ ਇਹ ਹੁੰਦਾ ਹੈ, ਥੀਏਟਰ ਦੀ ਲਗਨ ਇਹ ਆ, ਥੀਏਟਰ ਦੀ ਮਿਹਨਤ ਇਹ ਆ, ਥੀਏਟਰ ਇੱਦਾਂ ਪੜ੍ਹਿਆ ਜਾਂਦਾ, ਥੀਏਟਰ ਇੱਦਾਂ ਸਿੱਖਿਆ ਜਾਂਦਾ, ਥੀਏਟਰ ਇੱਦਾਂ ਸਿਖਾਇਆ ਜਾਂਦਾ ਤੇ ਥੀਏਟਰ ਇੱਦਾਂ ਕੀਤਾ ਜਾਂਦਾ। ਸੋ ਉਹਨੇ ਮੈਨੂੰ ਕਾਫੀ ਹੈਲਪ ਕੀਤਾ। ਤੇ ਪੜ੍ਹਨ ਵਾਲਿਆਂ ਦੇ ਵਿੱਚ ਮੇਰੇ ਨਾਲ ਬਹੁਤ ਸਾਰੇ, ਹੁਣ ਸਾਰੇ ਬਹੁਤ ਸਾਰੇ ਬੰਬੇ ਦੀ ਦੁਨੀਆ ਦੇ ਵਿੱਚ, ਭਾਵੇਂ ਉਹ ਸੀਮਾ ਵਿਸ਼ਵਾਸ ਵੀ ਸਾਡੇ ਨਾਲ ਸੀ, ਆਸ਼ੀਸ਼ ਵਿਦਿਆਰਥੀ ਵਰਗਾ ਐਕਟਰ ਜਿਹੜਾ ਸੀ ਉਹ ਵੀ ਸਾਡੇ ਨਾਲ ਸੀ। ਮੇਰਾ ਇੱਕ ਦੋਸਤ ਹੁਣ ਸੁਭਾਸ਼ ਗਈ ਦੇ ਸਕੂਲ ਵਿੱਚ ਅਰਵਿੰਦ ਪਾਂਡੇ ਜਿਹੜਾ ਉੱਥੇ ਟੀਚਰ ਹੈ, ਐਕਟਿੰਗ ਦਾ ਟੀਚਰ ਹੈ, ਰਜੇਸ਼ ਜੈਸ ਬਹੁਤ ਫੇਮਸ ਐਕਟਰ ਹੈ, ਉਹ ਮੇਰੇ ਨਾਲ ਪੜ੍ਹਦਾ ਸੀਗਾ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਹਸਤੀਆਂ ਸੀਗੀਆਂ। ਜਿਹੜੇ ਆਸ਼ੂਤੋਸ਼ ਰਾਣਾ ਉੱਥੇ ਸੀਗਾ ਉਹਨਾਂ ਸਮਿਆਂ ਦੇ ਵਿੱਚ। ਸੋ ਇੱਦਾਂ ਦੇ ਬੜੇ ਸਾਰੇ ਸੀਗੇ, ਉਹ ਫਿਲਮਾਂ 'ਚ ਚਲੇ ਗਏ, ਮੈਂ ਥੀਏਟਰ 'ਚ ਆ ਗਿਆ। ਤੁਹਾਡੇ ਕੋਲ ਥੀਏਟਰ ਦਾ ਲੰਮਾ ਤਜਰਬਾ ਵੀ ਆ, ਤੁਸੀਂ ਪੂਰਾ ਸੰਘਰਸ਼ ਵੀ ਕੀਤਾ ਆਪਣਾ, ਜੇ ਫਕੀਰਾਂ ਵਾਂਗੂ ਮਤਲਬ ਜਿੱਦਾਂ ਧੂਣੀ ਤੇ ਬੈਠਾ ਹੁੰਦਾ ਵੀ ਪੂਰੇ ਦਾ ਪੂਰਾ ਜੀਵਨ ਹੀ ਜਿਹੜਾ ਆ ਉਹ ਥੀਏਟਰ ਨੂੰ ਦਿੱਤਾ ਆ। ਪਰ ਅੱਜ ਜੇ ਅਸੀਂ ਦੇਖਦੇ ਆ ਤੇ ਥੀਏਟਰ ਪਿੰਡਾਂ ਨਾਲੋਂ ਬਹੁਤ ਦੂਰ ਚਲੇ ਗਿਆ, ਉਹ ਸ਼ਹਿਰਾਂ ਤੱਕ ਸੀਮਿਤ ਹੋ ਗਿਆ। ਜੇ ਅੰਮ੍ਰਿਤਸਰ ਦੀ ਗੱਲ ਕਰੀਏ, ਵਿਰਸਾ ਵਿਹਾਰ ਦੇ ਉੱਤੇ ਉਹ ਵੇਖਣ ਵਾਲੇ ਬਹੁਤੇ ਕਲਾਕਾਰ ਹੀ ਆਉਂਦੇ ਆ, ਜਿਵੇਂ ਕਵੀਆਂ ਨੂੰ ਸੁਣਨ ਵੀ ਕਵੀ ਆਉਂਦੇ ਆ, ਤੇ ਇਹ ਪਿੰਡਾਂ ਨਾਲੋਂ ਸਾਰਾ ਕੁਝ ਦੂਰ ਹੁੰਦਾ ਜਾ ਰਿਹਾ। ਤੇ ਜਿਹੜੇ ਪਿੰਡ ਦੇ ਨੌਜਵਾਨ ਆ ਜਾਂ ਨਵੀਂ ਪੀੜ੍ਹੀ ਆ, ਉਹਨਾਂ ਦੇ ਅੰਦਰ ਜਿਹੜੀ ਉਹ ਚੇਤਨਾ ਆ ਉਹ ਕਿਤੇ ਪੇਤਲੀ ਪੈ ਰਹੀ ਹੈ, ਇਸੇ ਕਰਕੇ ਵੀ ਉਹਨਾਂ ਨੂੰ ਵਧੀਆ ਚੀਜ਼ਾਂ ਨਹੀਂ। ਕੀ ਤੁਸੀਂ ਭਵਿੱਖ ਦੇ ਵਿੱਚ ਕੋਈ ਯੋਜਨਾ ਐਸੀ ਹੈ ਕਿ ਥੀਏਟਰ ਨੂੰ ਪਿੰਡਾਂ ਤੱਕ ਖੜਿਆ ਜਾਵੇ? ਮੇਰਾ ਖਿਆਲ ਹੈ ਕਿ ਇਹਦੇ ਲਈ ਅਸੀਂ ਕੋਸ਼ਿਸ਼ ਵੀ ਕੀਤੀ। ਉੱਦਾਂ ਨੋ ਡਾਊਟ ਕਿ ਮੈਂ ਜੇ ਮੰਨ ਲਓ ਸਾਲ 'ਚ 100 ਸ਼ੋਅ ਕਰਦਾ ਤੇ ਅਜੇ ਵੀ ਜਿਹੜੇ 70 ਸ਼ੋਅ ਪਿੰਡਾਂ ਦੇ ਵਿੱਚ ਹੀ ਹੁੰਦੇ ਆ। ਮੈਂ ਇੰਟਰਨੈਸ਼ਨਲ ਫੈਸਟੀਵਲਾਂ 'ਚ ਜਾਂਦਾ ਵਾਂ, ਨੈਸ਼ਨਲ ਫੈਸਟੀਵਲਾਂ 'ਚ ਜਾਂਦਾ ਵਾਂ, ਮੈਂ ਯਾਨੀ ਹਿੰਦੁਸਤਾਨ ਦੀ ਮੈਂ ਹਰ ਸਟੇਟ 'ਚ ਜਾ ਕੇ ਨਾਟਕ ਕੀਤਾ ਹੋਇਆ ਹੈ ਨਾ। ਪਰ ਉਸ ਦੇ ਬਾਵਜੂਦ ਮੈਂ ਆਪਣੇ ਪਿੰਡ ਕਦੀ ਨਹੀਂ ਛੱਡੇ, ਮੈਂ ਪਿੰਡਾਂ 'ਚ ਵੀ ਜਾਂਦਾ। ਮੈਂ ਜੇ ਪਿਛਲੇ ਸਾਲ 2019 ਦੇ ਵਿੱਚ, ਕਿਉਂਕਿ ਬਾਬਾ ਨਾਨਕ ਦਾ 550 ਸਾਲਾ ਸੀਗਾ ਤੇ ਇਹ ਸਾਰਾ ਜਿਹੜਾ ਡੇਰਾ ਬਾਬਾ ਨਾਨਕ ਦਾ ਏਰੀਆ ਸੀ, ਮੈਂ ਡੇਰਾ ਬਾਬਾ ਨਾਨਕ ਦੇ ਏਰੀਏ ਦੇ 100 ਪਿੰਡਾਂ ਦੇ ਵਿੱਚ ਬਾਬਾ ਨਾਨਕ ਦੇ ਜਿਹੜੀ ਕਿਰਤ ਦਾ ਸਿਧਾਂਤ ਹੈ ਵੀ ਹੱਥੀਂ ਕਿਰਤ ਕਰਨੀ, ਵੀ ਸਾਡਾ ਜਿਹੜਾ ਅੱਜ ਦਾ ਨੌਜਵਾਨ ਹੈ ਇਹ ਹੱਥੀਂ ਕਿਰਤ ਤੋਂ ਭੱਜਦਾ ਜਾ ਰਿਹਾ, ਤੇ ਮੈਂ ਉਸ ਸਿਧਾਂਤ ਦੀ ਗੱਲ ਜਿਹੜੀ ਸੀ ਆਪਣੇ ਨਾਟਕ ਰਾਹੀਂ ਕੀਤੀ ਤੇ ਉਸ ਪੰਜਾਬ ਡੇਰਾ ਬਾਬਾ ਨਾਨਕ ਦੇ 100 ਪਿੰਡਾਂ ਵਿੱਚ ਲੈ ਕੇ ਗਿਆ ਉਹ ਨਾਟਕ, ਔਰ ਲੋਕਾਂ ਨੇ ਬਹੁਤ ਰਿਸਪੌਂਡ ਕੀਤਾ। ਮੇਰਾ ਖਿਆਲ ਹੈ ਕਿ ਸਾਡੇ ਪੰਜਾਬ ਦੇ ਪਿੰਡਾਂ ਨੂੰ ਜਿਹੜਾ ਕਲਚਰ ਹੈ, ਇਹ ਚਾਹੀਦਾ ਹੈ ਕਿ ਥੀਏਟਰ ਦਾ ਜਿਹੜਾ ਕਲਚਰ ਹੈ ਬਹੁਤ ਪ੍ਰਮੋਟ ਕਰਨਾ ਚਾਹੀਦਾ ਸਾਡੇ ਪਿੰਡਾਂ ਦੇ ਵਿੱਚ, ਔਰ ਇਹਦੇ ਲਈ ਸਰਕਾਰਾਂ ਨੂੰ ਵੀ ਬਣਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਮੈਂ ਮੇਰੇ ਖਿਆਲੋਂ ਤੁਸੀਂ ਭਾਵੇਂ ਸਵਾਲ ਬਾਅਦ ਵਿੱਚ ਪੁੱਛਣਾ ਹੋਏਗਾ, ਪਰ ਇਹਦੇ ਨਾਲ ਜੁੜਿਆ ਹੋਇਆ ਜਵਾਬ ਹੈ ਕਿ ਮੈਂ ਜਦੋਂ ਹੁਣ ਬਤੌਰ ਪੰਜਾਬ ਸੰਗੀਤ ਨਾਟਕ ਅਕੈਡਮੀ ਦੇ ਪ੍ਰਧਾਨ ਦੇ ਤੌਰ ਤੇ ਜਦੋਂ ਤੋਂ ਮੈਨੂੰ ਜ਼ਿੰਮੇਵਾਰੀ ਮਿਲੀ ਪੰਜਾਬ ਸਰਕਾਰ ਵੱਲੋਂ, ਤਾਂ ਮੈਂ ਉਦੋਂ ਤੋਂ ਇਹ ਤਹਈਆ ਕੀਤਾ ਸੀ ਕਿ ਪੰਜਾਬ ਸੰਗੀਤ ਨਾਟਕ ਅਕੈਡਮੀ, ਮੈਂ ਪਹਿਲੀ ਗੱਲ ਉਹਨਾਂ ਨੂੰ ਕਹੀ ਸੀ, ਮੈਂ ਕਿਹਾ ਜੀ ਮੈਂ ਚੰਡੀਗੜ੍ਹ 'ਚ ਕੁਝ ਨਹੀਂ ਕਰਨਾ, ਇਹ ਪੰਜਾਬ ਸੰਗੀਤ ਨਾਟਕ ਅਕੈਡਮੀ ਆ, ਇਹਦਾ ਹੱਕ ਜਿਹੜਾ ਆ ਪੰਜਾਬ ਦਾ ਇਹ ਪੈਸਾ ਵਾ, ਇਹ ਪੰਜਾਬ ਦੇ ਲੋਕਾਂ ਦਾ ਹੱਕ ਬਣਦਾ ਕਿ ਪੰਜਾਬ ਦੀ ਸੰਗੀਤ ਨਾਟਕ ਅਕੈਡਮੀ ਦੇ ਪ੍ਰੋਗਰਾਮਾਂ ਨੂੰ ਉਹ ਦੇਖਣ, ਤੇ ਮੈਂ ਤੇ ਇਹਨੂੰ ਪੰਜਾਬ ਦੇ ਪਿੰਡਾਂ ਤੱਕ ਲੈ ਕੇ ਜਾਵਾਂਗਾ, ਔਰ ਮੈਂ ਲੈ ਕੇ ਵੀ ਗਿਆ ਜੀ। ਔਰ ਮੈਂ ਪਿਛਲੇ 7-8 ਸਾਲਾਂ ਦੇ ਵਿੱਚ ਜਿੰਨਾ ਵੀ ਕੰਮ ਕਰ ਸਕਿਆ ਉਹਦੇ ਵਿੱਚ ਮੈਂ 700-800 ਪ੍ਰੋਗਰਾਮ ਕੀਤਾ ਵਾ, ਪੰਜਾਬ ਦੇ ਪਿੰਡਾਂ 'ਚ ਕੀਤਾ, ਸ਼ਹਿਰਾਂ 'ਚ ਕੀਤਾ, ਕਸਬਿਆਂ 'ਚ ਕੀਤਾ, ਦੂਜੀਆਂ ਸਟੇਟਾਂ ਵਿੱਚ ਵੀ ਮੈਂ ਲੈ ਕੇ ਗਿਆ। ਪਰ ਮੈਕਸਿਮਮ ਥੀਏਟਰ ਗਰੁੱਪਾਂ ਨੂੰ ਮੈਂ ਕਿਹਾ ਤੁਹਾਨੂੰ ਮੈਂ ਇੰਨਾ ਪੈਸਾ ਦੇਣਾ ਵਾ, ਆਹ ਪੈਸਾ ਹੈ, ਇੰਨੀ ਕੁ ਅਮਾਊਂਟ ਹੈ, ਤੁਸੀਂ ਇਹਦੇ ਨਾਲ ਆਹ ਪਿੰਡ ਕਵਰ ਕਰਨੇ ਆ। ਹਰ ਡਿਸਟ੍ਰਿਕਟ ਦੇ ਵਿੱਚ ਪਿੰਡਾਂ ਦੇ ਵਿੱਚ ਉਹਨਾਂ ਨੂੰ ਮੈਂ ਭੇਜਿਆ। ਉਹਨਾਂ ਨੂੰ ਮੈਂ ਇਹ ਵੀ ਕਿਹਾ ਕਿ ਉਹ ਨਾਟਕ ਖੇਡੋ ਜਿਹੜੇ ਸਮਾਜਿਕ ਬੁਰਾਈਆਂ ਦੂਰ ਕਰਦੇ ਹੋਣ,
ਹੈ ਨਾ, ਸਮਾਜਿਕ ਬੁਰਾਈਆਂ ਦੇ ਖਿਲਾਫ ਅਸੀਂ ਪੂਰੀ ਮੁਹਿੰਮ ਵੱਡੀ ਨਾਟਕਾਂ ਦੇ ਰਾਹੀਂ। ਹੁਣ ਵੀ ਉਸ ਤਰ੍ਹਾਂ ਬਹੁਤ ਸਾਰੇ ਥੀਏਟਰ ਗਰੁੱਪ ਹੈਗੇ ਆ ਜਿਹੜੇ ਪਿੰਡਾਂ ਦੇ ਵਿੱਚ ਕੰਮ ਕਰਦੇ ਆ। ਮੋਗੇ ਦੇ ਵਿੱਚ ਬਹੁਤ ਅੱਛਾ ਰੈੱਡ ਆਰਟਸ ਥੀਏਟਰ ਗਰੁੱਪ ਹੈ, ਉਹ ਮੁੰਡੇ ਬਹੁਤ ਵਧੀਆ ਕੰਮ ਕਰਦੇ ਨੇ। ਮੁੱਲਾਂਪੁਰ ਵਾਲੇ ਨੇ, ਮਾਨਸੇ ਤੋਂ ਹੈ, ਬਰਨਾਲੇ ਤੋਂ ਟੀਮਾਂ ਨੇ, ਹੈ ਨਾ, ਇੱਦਾਂ ਦੀਆਂ ਟੀਮਾਂ ਹੈਗੀਆਂ ਨੇ। 71 ਸਿੰਘ ਦੀ ਟੀਮ ਹੈ, ਫਗਵਾੜੇ ਵਾਲੇ ਮੁੰਡੇ ਆ, ਗਮਰੂ ਬਾਂਸਲ ਹੋਰਾਂ ਦੀ ਟੀਮ ਹੈ। ਇਹ ਲੋਕ ਨੇ ਜਿਹੜੇ ਮੈਂ ਸਮਝਦਾ ਕਿ ਇਹਨਾਂ ਨੇ ਪਿੰਡਾਂ ਵਿੱਚ ਜਾ ਕੇ ਕਾਫੀ ਅੱਛਾ ਕੰਮ ਕੀਤਾ ਔਰ ਅਜੇ ਵੀ ਕਰੀ ਜਾ ਰਹੇ ਨੇ, ਔਰ ਪਿੰਡਾਂ ਵਾਲੇ ਜਿਹੜੇ ਆ ਕਾਫੀ ਰਿਸਪੌਂਸ ਵੀ ਦਿੰਦੇ ਨੇ। ਤੁਸੀਂ ਜਿੱਥੇ ਸੰਗੀਤ ਅਕਾਦਮੀ ਦੇ ਤੁਹਾਨੂੰ ਉਹਨਾਂ ਨੇ ਲਾਇਆ ਪ੍ਰਧਾਨ, ਬਿਲਕੁਲ, ਤੇ ਨਾਲ ਦੀ ਨਾਲ ਤੁਸੀਂ ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਹੋ, ਜੋ ਕਿ ਅੰਮ੍ਰਿਤਸਰ ਦੇ ਵਿੱਚ ਆਪਣੀ ਮਿਸਾਲ ਆਪ ਆ। ਔਰ ਜੇ ਵਿਰਸਾ ਵਿਹਾਰ ਤੇ ਕੇਵਲ ਢਾਲੀਵਾਲ ਨੂੰ ਵੱਖ-ਵੱਖ ਕਰਕੇ ਨਹੀਂ ਵੇਖ ਸਕਦੇ, ਉਹ ਬਿਲਕੁਲ ਇੱਕ ਦੂਜੇ ਨਾਲ ਜੁੜੇ ਹੋਏ ਆ। ਤੇ ਇੱਥੇ ਕੀ ਜਿਵੇਂ ਵਿਕਸਿਤ ਦੇਸ਼ਾਂ ਦੀਆਂ ਸਰਕਾਰਾਂ ਆਪਣੀਆਂ ਥੀਏਟਰ ਨੂੰ ਡਿਵੈਲਪ ਕਰਨ ਵਾਸਤੇ ਇੰਨੇ ਪੈਸੇ ਜਾਰੀ ਕਰਦੀਆਂ ਜਾਂ ਹੋਰ ਸਹੂਲਤਾਂ ਦਿੰਦੀਆਂ, ਕੀ ਤੁਸੀਂ ਸੰਤੁਸ਼ਟ ਹੋ ਕਿ ਇੰਡੀਆ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਬਿਲਕੁਲ ਕਲਾਕਾਰਾਂ ਦੇ ਨਾਲ ਉਸ ਤਰ੍ਹਾਂ ਦਾ ਵਿਹਾਰ ਕਰਦੀ ਹੈ ਜਾਂ ਇਸ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਦੀ ਹੈ ਜਾਂ ਨਹੀਂ? ਮੈਨੂੰ ਲੱਗਦਾ ਹੈ ਕਿ ਜਿਹੜਾ ਸਰਕਾਰਾਂ ਦਾ ਕੰਮ ਹੈ ਨਾ, ਸਰਕਾਰਾਂ ਖਾਸ ਤੌਰ ਤੇ ਰੰਗਮੰਚ ਨੂੰ ਤਾਂ ਮਦਦ ਕਰਦੀਆਂ ਨਹੀਂ। ਉਹਨਾਂ ਨੂੰ ਪਤਾ ਹੁੰਦਾ ਵੀ ਸਰਕਾਰਾਂ ਨੂੰ ਵੀ ਰੰਗਮੰਚ ਨੇ ਤਾਂ ਸਾਡੇ ਖਿਲਾਫ ਗੱਲ ਕਰਨੀ ਹੈ ਨਾ, ਵੀ ਰੰਗਮੰਚ ਨੇ ਤਾਂ ਸਾਡੀਆਂ ਬੁਰਾਈਆਂ ਦੇ ਉੱਤੇ ਉਂਗਲ ਧਰਨੀ ਹੈ, ਅਸੀਂ ਇਹਨਾਂ ਨੂੰ ਸਪੋਰਟ ਕਿਉਂ ਕਰੀਏ। ਪਰ ਫਿਰ ਵੀ ਜਿਹੜੀ ਗੌਰਮੈਂਟ ਆਫ ਇੰਡੀਆ, ਉਹਨਾਂ ਦਾ ਕਲਚਰ ਡਿਪਾਰਟਮੈਂਟ ਹੈ, ਉਹ ਹਿੰਦੁਸਤਾਨ ਦੇ ਬਹੁਤ ਸਾਰੇ ਥੀਏਟਰ ਗਰੁੱਪਾਂ ਨੂੰ ਜਿਹੜੀ ਹੈ ਉਹ ਇੰਡੀਵਿਜੂਅਲ ਲੈਵਲ ਤੇ ਉਹਨਾਂ ਨੂੰ ਮਦਦ ਕਰਦੀ ਹੈ, ਕਿ ਉਹਨਾਂ ਨੂੰ ਪੈਸੇ ਵੀ ਦਿੰਦੀ ਹੈ ਕਿ ਤੁਸੀਂ ਇਹ ਕੰਮ ਕਰੋ। ਉਹ ਪ੍ਰੋਜੈਕਟ ਹੁੰਦੇ ਨੇ, ਹੈ ਨਾ, ਉਹਨਾਂ ਦੇ ਉਸ ਰੂਪ 'ਚ। ਪਰ ਜਿੱਥੋਂ ਤੱਕ ਸਾਡੀ ਪੰਜਾਬ ਸਰਕਾਰ ਦਾ ਸਵਾਲ ਹੈ, ਉਹਦੇ ਵਿੱਚ ਕਿਉਂਕਿ ਮੈਂ ਜਿਸ ਤਰ੍ਹਾਂ ਗੱਲ ਦੱਸੀ ਕਿ ਅਸੀਂ ਪੰਜਾਬ ਸੰਗੀਤ ਨਾਟਕ ਅਕੈਡਮੀ ਵੱਲੋਂ ਕੋਸ਼ਿਸ਼ ਕੀਤੀ ਹੈ ਵੀ ਅਸੀਂ ਥੀਏਟਰ ਗਰੁੱਪਾਂ ਨੂੰ ਪੈਸਾ ਦੇ ਕੇ ਪਿੰਡਾਂ ਵਿੱਚ ਭੇਜੀਏ, ਅਸੀਂ ਕੰਮ ਕਰਵਾਈਏ, ਉਹਨਾਂ ਕੋਲੋਂ ਮੇਲੇ ਕਰਵਾਈਏ ਇੱਦਾਂ ਦੇ। ਉਹ ਅਸੀਂ ਉਹਦੇ ਵਿੱਚ ਕਾਫੀ ਹੱਦ ਤੱਕ ਕਾਮਯਾਬ ਵੀ ਹੋਏ ਆ। ਪਰ ਫਿਰ ਵੀ ਮੈਨੂੰ ਲੱਗਦਾ ਕਿ ਜਿੰਨੀਆਂ ਸਹੂਲਤਾਂ ਚਾਹੀਦੀਆਂ ਨੇ ਥੀਏਟਰ ਗਰੁੱਪਾਂ ਨੂੰ ਸਰਕਾਰਾਂ ਵੱਲੋਂ, ਉਨੀਆਂ ਸਹੂਲਤਾਂ ਸਾਡੀਆਂ ਸਰਕਾਰਾਂ ਦਿੰਦੀਆਂ ਨਹੀਂ ਆ। ਸਾਡੇ ਕੋਲ ਤਾਂ ਅਜੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਆਡੀਟੋਰੀਅਮ ਹੋਣਾ ਚਾਹੀਦਾ, ਖੂਬਸੂਰਤ ਆਡੀਟੋਰੀਅਮ ਹੋਣਾ ਚਾਹੀਦਾ, ਵਿਰਸਾ ਵਿਹਾਰ ਵਰਗੀ ਬਿਲਡਿੰਗ ਹੋਣੀ ਚਾਹੀਦੀ ਆ, ਜਿਹਦੇ ਉੱਤੇ ਕਿ ਕਲਾਕਾਰ ਜਿਹੜੇ ਉਸ ਨੂੰ ਚਲਾਉਂਦੇ ਹੋਣ। ਤੁਸੀਂ ਦੇਖੋ ਪੰਜਾਬ ਦੇ ਵਿੱਚ 4 ਵਿਰਸਾ ਵਿਹਾਰ ਹੈ, ਬਾਕੀ 3 ਦਾ ਨਾਂ ਤੁਸੀਂ ਕਦੀ ਸੁਣਿਆ ਹੀ ਨਹੀਂ ਹੋਣਾ। ਉਹ ਨਾ ਉਹ ਚੱਲਦੇ ਆ, ਨਾ ਕੋਈ ਉੱਥੇ ਕੋਈ ਵੜਨ ਦਿੰਦਾ ਕਿਸੇ ਕਲਾਕਾਰ ਨੂੰ। ਇੱਥੇ ਇਸ ਲਈ ਹੈ ਕਿਉਂਕਿ ਇਹ ਕਲਾਕਾਰਾਂ ਦੇ ਕੋਲ ਹੈ। ਇਹ ਮੈਂ ਇਹਨੂੰ ਸ਼ੁਰੂ ਤੋਂ ਇਸ ਤਰ੍ਹਾਂ ਪਲਾਨ ਕੀਤਾ ਸੀ, ਤੁਸੀਂ ਸਾਰੇ ਗਵਾਹ ਹੋ ਇਸ ਜਗ੍ਹਾ ਦੇ ਵਿਰਸਾ ਵਿਹਾਰ ਦੇ, ਕਿ ਜਦੋਂ ਸਾਨੂੰ ਇਹ ਜਗ੍ਹਾ ਮਿਲੀ ਸੀ, ਇਹਦੇ ਅੰਦਰ ਕੁਰਸੀ ਤਾਂ ਦੂਰ, ਇੱਥੇ ਇੱਕ ਦਰੀ ਨਹੀਂ ਸੀ ਹੈਗੀ ਇਹਦੇ ਅੰਦਰ। ਹੁਣ ਪੂਰਾ ਭਰਿਆ ਵਾ, ਆਡੀਟੋਰੀਅਮ ਨਹੀਂ ਸੀ ਹੈਗਾ। ਆਡੀਟੋਰੀਅਮ ਮੈਂ ਇਹਦੇ ਅੰਦਰ ਸਾਰਾ ਡਿਜ਼ਾਈਨ ਕੀਤਾ, ਕ੍ਰੀਏਟ ਕੀਤਾ। ਸੋ ਵਿਰਸਾ ਵਿਹਾਰ ਦੀ ਸਾਡੀ ਸਾਰੀ ਟੀਮ ਨੇ, ਜਿੰਨੀ ਸਾਡੀ ਟੀਮ ਹੈ ਐਗਜ਼ੈਕਟਿਵ ਦੀ, ਹੁਣ ਦੀ ਜਾਂ ਜਿਹੜੀਆਂ ਪਹਿਲੀਆਂ ਟੀਮਾਂ ਵੀ ਸੀਗੀਆਂ ਸਾਡੇ ਨਾਲ, ਤੇ ਉਹਨਾਂ ਨੇ ਬੜਾ ਸਾਥ ਦਿੱਤਾ। ਸਾਰਿਆਂ ਨੇ ਆਪਣੇ ਤੌਰ ਤੇ ਮਿਹਨਤ ਕੀਤੀ ਹੈ ਔਰ ਅਸੀਂ ਕਿਸੇ ਮੁਕਾਮ ਤੱਕ ਕਹਿ ਲਓ ਕਿ ਇਸ ਨੂੰ ਲਿਜਾਣ ਤੱਕ ਪਹੁੰਚੇ ਹਾਂ। ਔਰ ਕਾਫੀ ਕਹਿ ਲਓ ਕਿ ਸਰਕਾਰਾਂ ਦੀਆਂ ਬੁਰੀਆਂ ਨਜ਼ਰਾਂ ਤੋਂ ਅਸੀਂ ਇਹਨੂੰ ਬਚਾ ਕੇ ਵੀ ਰੱਖਿਆ ਵਾ, ਤਾਂ ਹੀ ਅਸੀਂ ਕੁਝ ਕਰਨ ਵਿੱਚ ਕਾਮਯਾਬ ਹੋ ਸਕੇ। ਵਿਰਸਾ ਵਿਹਾਰ ਨਾਲ ਜੁੜਿਆ ਇੱਕ ਥੋੜਾ ਹੋਰ ਤਰ੍ਹਾਂ ਦਾ ਸਵਾਲ ਵੀ ਆ ਜੀ, ਕਿ ਜਦੋਂ ਕੋਈ ਚੀਜ਼ ਚੱਲਦੀ ਹੈ ਉਦੋਂ ਤੇ ਇੱਕ ਬੰਦਾ ਮਿਹਨਤ ਕਰਦਾ ਤੇ ਉਹਨੂੰ ਉਹ ਪੂਰਾ ਮਤਲਬ ਇੱਕ ਜੋ ਬੰਦੇ ਲੈ ਕੇ ਆਉਂਦਾ, ਜਦੋਂ ਚੀਜ਼ ਜੋ ਬੰਦੇ ਆ ਜਾਂਦੀ ਹੈ ਤੇ ਫਿਰ ਬੜੇ ਉਹਦੇ ਮਾਲਕ ਬਣਨ ਦੀ ਕੋਸ਼ਿਸ਼ ਕਰਦੇ ਆ। ਤੇ ਇੱਥੇ ਵੀ ਬੜੀ ਤਗੜੀ ਇੱਕ ਕਹਿ ਲਓ ਕਿ ਧੜੇਬੰਦੀ ਰਹੀ, ਪਰ ਉਹ 2 ਧੜੇਬੰਦੀਆਂ ਦੇ ਬਾਵਜੂਦ ਵੀ ਤੁਹਾਡਾ ਜਿਹੜਾ ਰੋਲ ਸੀਗਾ ਉਹ ਇੱਕ ਬਿਲਕੁਲ ਸ਼ਾਂਤ ਤੇ ਨਿਰਪੱਖਤਾ ਵਾਲਾ ਸੀ। ਇਹ ਇਦਾਂ ਦਾ ਤੁਸੀਂ ਕਿਵੇਂ ਮੈਨੇਜ ਕੀਤਾ ਕਿ ਤੁਸੀਂ ਕਿਸੇ ਪਾਸੇ ਵੀ ਕਿ ਨਹੀਂ ਤੁਸੀਂ ਆਪਣੇ ਆਪ ਤੇ ਰਹੇ? ਮੈਂ ਐਕਚੁਅਲੀ ਨਾ ਸ਼ੁਰੂ ਤੋਂ ਮੇਰੇ ਆਪਣੇ ਸੁਭਾਅ ਦੇ ਅੰਦਰ ਵੀ ਹੈਗਾ, ਮੈਂ ਕਦੀ ਕਿਸੇ ਦੇ ਖਿਲਾਫ ਕੋਈ ਗੱਲਾਂ ਨਹੀਂ ਕੀਤੀਆਂ। ਮੈਨੂੰ ਹੁੰਦਾ ਵੀ ਇੱਕ ਕੰਮ ਕਰਨ ਵਾਲੀ ਜਗ੍ਹਾ ਬਣੀ। ਮੇਰਾ ਬੜਾ ਹੀ ਸੁਪਨਾ ਹਮੇਸ਼ਾ ਰਿਹਾ ਕਿ ਜਿਹੜਾ ਅੰਮ੍ਰਿਤਸਰ ਹੈ ਇਹ ਸਾਡੇ ਸੱਭਿਆਚਾਰ ਦੀ ਰਾਜਧਾਨੀ ਬਣੇ, ਇਹ ਰੰਗਮੰਚ ਦੀ ਰਾਜਧਾਨੀ ਬਣੇ। ਔਰ ਮੈਂ ਇਹਦੇ ਲਈ ਦਿਨ ਰਾਤ ਇੱਕ ਕੀਤਾ। ਮੈਨੂੰ 45 ਸਾਲ ਹੋ ਗਏ ਥੀਏਟਰ ਕਰਦੇ ਨੂੰ। 45 ਸਾਲ ਨੋਟ ਈਜ਼ੀ ਥਿੰਗ, ਯਾਨੀ ਲੰਬਾ ਸਮਾਂ। ਵੀ ਮੇਰੀ ਕਹਿ ਲਓ ਕਿ ਹੁਣ ਅਗਲੇ 45 ਸਾਲ ਵੀ ਮੈਨੂੰ ਅਜੇ ਅਗਾਂਹ ਤੇ ਇੰਨੇ ਨਹੀਂ ਮਿਲਣੇ ਨਾ ਜ਼ਿੰਦਗੀ ਦੇ ਵਿੱਚ। ਪਰ ਮੈਂ ਜਿਹੜਾ ਆਪਣਾ ਇਹ ਜਿਹੜੇ ਸਾਰੇ ਮੇਰੇ ਕਹਿ ਲਓ ਕਿ ਲਿਸ਼ਕ ਦੇ ਵਰੇ ਸੀਗੇ ਮੇਰੀ ਜ਼ਿੰਦਗੀ ਦੇ ਕਹਿ ਲਓ, ਤੇ ਉਹ ਸਾਰੇ ਮੈਂ ਰੰਗਮੰਚ ਦੇ ਲੇਖੇ ਲਾਏ। ਤੇ ਮੈਨੂੰ ਮੇਰਾ ਉੱਦਾਂ ਸੀ ਵੀ ਮੇਰਾ ਸਾਰੀਆਂ ਧਿਰਾਂ ਦੇ ਨਾਲ ਸਤਿਕਾਰ ਮੇਰਾ ਕਰਦੀਆਂ ਸਾਰੀਆਂ, ਕਿਉਂਕਿ ਉਹ ਮੇਰੇ ਕੰਮ ਕਰਕੇ ਮੇਰਾ ਸਤਿਕਾਰ ਕਰਦੀਆਂ ਸੀ। ਉਹ ਚਾਹੇ ਕੋਈ ਵਿਰੋਧ ਦੇ ਵਿੱਚ ਬੈਠਾ ਹੋਵੇ, ਉਹ ਥੋੜ੍ਹੀ ਦੇਰ ਲਈ ਵਿਰੋਧ ਵੀ ਕਰ ਲੈਂਦੇ ਸੀ, ਪਰ ਫਿਰ ਮੇਰੇ ਨਾਲ ਤੁਰਦੇ ਸੀ, ਮੇਰੇ ਨਾਲ ਹੀ ਆ ਕੇ ਖੜਦੇ ਸੀਗੇ। ਕਿਉਂਕਿ ਮੈਂ ਕਦੀ ਕਿਸੇ
ਨੂੰ ਵਿਰਸਾ ਵਿਹਾਰ ਤੋਂ ਪਰਾਂ ਕੀਤਾ ਹੀ ਨਹੀਂ। ਮੈਂ ਹਰ ਇੱਕ ਨੂੰ ਕਿਹਾ ਵਿਰਸਾ ਵਿਹਾਰ ਤੁਹਾਡਾ ਹੈ, ਇਹਦੇ ਵਿੱਚ ਆਓ, ਇੱਥੇ ਬੈਠੋ, ਆਹ ਕੰਮ ਕਰੋ। ਇਹ 'ਚ ਨੋ ਡਾਊਟ ਕਿ ਸਾਡੇ ਕੋਲ ਕੋਈ ਫੰਡਸ ਨਹੀਂ ਹੈ ਵਿਰਸਾ ਵਿਹਾਰ ਦੇ ਵਿੱਚ। ਤੁਸੀਂ ਸਾਰੇ ਜਾਣਦੇ ਹੋ ਸਾਡੇ ਕੋਲ 1 ਰੁਪਈਆ ਵੀ ਨਹੀਂ ਸਾਨੂੰ ਸਰਕਾਰ ਦਿੰਦੀ ਵਿਰਸਾ ਵਿਹਾਰ ਨੂੰ ਚਲਾਉਣ ਲਈ। ਫਿਰ ਵੀ ਅਸੀਂ ਰੋਂਦੇ ਧੋਂਦੇ ਇੱਕ ਦੂਜੇ ਦਾ ਸਿਰ ਖੋਹਦੇ ਹੋਏ ਕਹਿ ਲਓ ਵੀ ਅਸੀਂ ਫਿਰ ਵੀ ਵਿਰਸਾ ਵਿਹਾਰ ਚਲਾਈ ਜਾਂਦੇ ਹਾਂ, ਪਰ ਚਲਾਉਂਦੇ ਅਸੀਂ ਇੱਕ ਦੂਜੇ ਦੇ ਸਿਰ ਤੋਂ ਹੀ ਆ। ਅਸੀਂ ਦੋਸਤਾਂ ਕੋਲੋਂ ਮੰਗ ਲੈਂਦੇ ਹਾਂ, ਜਿਹੜੇ ਥੀਏਟਰ ਲਵਰ ਹੈ ਉਹਨਾਂ ਕੋਲੋਂ ਮੰਗ ਲੈਂਦੇ ਹਾਂ, ਕਿਉਂਕਿ ਅੰਮ੍ਰਿਤਸਰ 'ਚ ਬਹੁਤ ਸਾਰੇ ਲੋਕ ਹੈ ਜਿਹੜੇ ਆਰਟ ਲਵਰ ਨੇ, ਅਸੀਂ ਉਹਨਾਂ ਕੋਲੋਂ ਮੰਗ ਲੈਂਦੇ ਹਾਂ। ਆਡੀਟੋਰੀਅਮ ਦੇ ਕਿਰਾਏ 'ਚੋਂ ਅਸੀਂ ਕੁਝ ਤਨਖਾਹਾਂ ਕੱਢ ਲੈਂਦੇ ਹਾਂ। ਸੋ ਇੱਦਾਂ ਪਰ ਇਹ ਵੀ ਕੰਮ ਚੱਲੀ ਜਾ ਰਿਹਾ, ਸਮੂਥਲੀ ਚੱਲੀ ਜਾ ਰਿਹਾ। ਸੋ ਮੈਨੂੰ ਕੋਈ ਕਦੀ ਕਿਸੇ ਨਾਲ ਸ਼ਿਕਾਇਤ ਨਹੀਂ ਹੋਈ। ਤੇ ਮੇਰੇ ਲਈ ਜਿਹੜੇ ਚਾਹੇ ਉਹ ਕਹਾਣੀਕਾਰ ਨੇ, ਨਾਵਲਕਾਰ ਨੇ, ਕਵਿਤਾ ਲਿਖਣ ਵਾਲੇ ਨੇ, ਆਲੋਚਨਾ ਲਿਖਣ ਵਾਲੇ ਨੇ, ਨਾਟਕ ਲਿਖਣ ਵਾਲੇ, ਨਾਟਕ ਕਰਨ ਵਾਲੇ, ਮੇਰੇ ਲਈ ਸਭ ਬਰਾਬਰ ਦੇ ਨੇ। ਤੇ ਮੈਂ ਉਹਨਾਂ ਸਾਰਿਆਂ ਨੂੰ ਹਮੇਸ਼ਾ ਵੈਲਕਮ ਹੀ ਕਹਿੰਦਾ, ਜੀ ਆਇਆਂ ਕਹਿੰਦਾ, ਔਰ ਸਾਰੇ ਆਉਂਦੇ ਵੀ ਨੇ। ਉਹ ਜਦੋਂ ਵੀ ਮੈਂ ਸੱਦਾ ਦੇਵਾਂ ਸਾਰੇ ਆਉਂਦੇ ਆ। ਤੁਸੀਂ ਜਿਸ ਤਰ੍ਹਾਂ ਆਪਣੇ ਇਹ ਜਿਹੜਾ ਹੈਗਾ ਪੂਰਾ ਕਰਮਮਈ ਜੀਵਨ ਆ, ਇਹਦੇ 'ਚ ਬੜੇ ਕੀਰਤੀਮਾਨ ਸਥਾਪਿਤ ਕੀਤੇ। ਇਹਦੇ 'ਚ ਪਿਛਲੇ ਕੁਝ ਸਮੇਂ 'ਚ ਆਪਾਂ ਦੇਖਿਆ ਕਿ ਇੱਕ ਪੂਰਾ ਨਾਟਕ ਮੇਲਾ ਜਿਹੜਾ ਆ ਉਹ ਇੱਕ ਪੂਰਾ ਮਹੀਨਾ ਚੱਲਿਆ। ਹਾਂ, ਉਹ ਕਿਦਾਂ ਦਾ ਤਜਰਬਾ, ਦੇ ਵਿੱਚੋਂ ਕੀ ਨਿਕਲਿਆ? ਮਤਲਬ ਇਹ ਵੀ ਕਹਿ ਲਓ ਕਿ ਮੇਰੇ ਇੱਕ ਸੁਪਨੇ ਦਾ ਹੀ ਹਿੱਸਾ ਸੀਗਾ ਕਿ ਮੇਰਾ ਸ਼ਹਿਰ, ਮੈਨੂੰ ਬਹੁਤ ਮਾਣ ਹੁੰਦਾ ਆਪਣੇ ਸ਼ਹਿਰ ਦੇ ਉੱਤੇ ਕਿ ਮੈਨੂੰ ਹੁੰਦਾ ਕਿ ਮੇਰਾ ਸ਼ਹਿਰ ਅੰਮ੍ਰਿਤਸਰ ਸ਼ਹਿਰ ਬਹੁਤ ਵੱਡੀ ਦੁਨੀਆ ਦੇ ਵਿੱਚ ਨਾਮ ਹੈ ਅੰਮ੍ਰਿਤਸਰ ਦਾ। ਤੇ ਅੰਮ੍ਰਿਤਸਰ ਦੇ ਥੀਏਟਰ ਦੀ ਵੀ ਜਿਹੜੀ ਹਿਸਟਰੀ ਉਹ ਬੜੀ ਵੱਡੀ ਹੈ। ਤੇ ਮੇਰੇ ਸ਼ਹਿਰ ਦੇ ਵਿੱਚ ਮੇਲੇ ਹੋਣ, ਕਿਉਂਕਿ ਮੈਨੂੰ ਦੁਨੀਆ ਭਰ 'ਚ ਜਾਣ ਦਾ ਮੌਕਾ ਮਿਲਦਾ। ਮੈਂ ਬੜੀ ਜਗ੍ਹਾ ਤੇ ਜਾ ਕੇ ਵੇਖਿਆ, ਕਿਤੇ ਹਫ਼ਤੇ ਦਾ ਮੇਲਾ ਲੱਗਾ, ਕਿਤੇ 10 ਦਿਨ ਦਾ, ਕਿਤੇ 15 ਦਿਨ ਦਾ ਥੀਏਟਰ ਫੈਸਟੀਵਲ। ਤੇ ਮੈਂ ਕਹਿੰਦਾ ਸੀ ਇਹ ਮੇਰੇ ਸ਼ਹਿਰ 'ਚ ਕਿਉਂ ਨਹੀਂ ਹੁੰਦਾ ਵੀ ਇਹ ਉੱਥੇ ਤਾਂ ਸਰਕਾਰਾਂ ਕਰਾਉਂਦੀਆਂ। ਫਿਰ ਮੈਂ ਸੋਚਿਆ ਨਾ ਸਰਕਾਰ ਕਰਾਵੇ, ਨਹੀਂ ਸਰਕਾਰ ਕਰਾਉਂਦੀ, ਮੈਂ ਆਪ ਸ਼ੁਰੂ ਕਰ ਲੈਂਦਾ। ਸੋ ਮੈਂ 20 ਸਾਲ ਪਹਿਲਾਂ ਇੱਕ 10 ਦਿਨ ਦਾ ਮੇਲਾ ਸ਼ੁਰੂ ਕੀਤਾ, ਨੈਸ਼ਨਲ ਥੀਏਟਰ ਫੈਸਟੀਵਲ। ਉਹ 10 ਦਿਨ ਦੇ ਮੇਲੇ ਨੇ ਬੜੀ ਧੁੰਮ ਮਚਾਈ ਕਿ ਹਰ ਹਿੰਦੁਸਤਾਨ ਦੀਆਂ ਲਗਭਗ 250 ਥੀਏਟਰ ਗਰੁੱਪ ਜਿਹੜੇ ਉਹਦੇ ਵਿੱਚ ਆ ਕੇ ਪਾਰਟਿਸਿਪੇਟ ਕੀਤੇ, ਜਿਨ੍ਹਾਂ ਨੇ ਉੱਦਾਂ ਕਦੀ ਅੰਮ੍ਰਿਤਸਰ ਨਹੀਂ ਸੀ ਆਉਣਾ। ਤੇ ਉਹਨਾਂ ਨੇ ਅੰਮ੍ਰਿਤਸਰ ਦੇ ਲੋਕਾਂ ਨੇ ਉਹਨਾਂ ਦਾ ਥੀਏਟਰ ਨਹੀਂ ਸੀ ਵੇਖ ਸਕਣਾ ਉੱਥੇ ਜਾ ਕੇ, ਪਰ ਮੈਂ ਉਹਨਾਂ ਨੂੰ ਲੈ ਕੇ ਆਇਆ। ਮੈਂ ਕਿਤੇ ਵੀ ਮੈਨੇਜ ਕੀਤੇ ਪੈਸੇ, ਸਪਾਂਸਰਸ਼ਿਪਾਂ ਲਈਆਂ, ਇਹ ਉਹ ਕੀਤਾ। ਮੈਂ ਉਹਨਾਂ ਨੂੰ ਲੈ ਕੇ ਆਂਦਾ ਅੰਮ੍ਰਿਤਸਰ 'ਚ, ਔਰ ਅੰਮ੍ਰਿਤਸਰ ਦੇ ਲੋਕਾਂ ਸਾਹਮਣੇ ਉਹਨਾਂ ਦੇ ਨਾਟਕ ਪੇਸ਼ ਕੀਤੇ। ਫਿਰ ਮੈਨੂੰ ਇੱਕ ਆਈਡੀਆ ਆਇਆ ਕਿ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਉਦੋਂ ਅੰਮ੍ਰਿਤਸਰ 'ਚ 1-2 ਹੀ ਥੀਏਟਰ ਗਰੁੱਪ ਸੀਗੇ, 2 ਨਹੀਂ ਤੇ 3 ਹੋਣਗੇ ਉਦੋਂ, ਪਰ ਅੱਜ ਅੰਮ੍ਰਿਤਸਰ 'ਚ 40 ਥੀਏਟਰ ਗਰੁੱਪ ਨੇ। ਫਿਰ ਮੈਂ ਕਿਹਾ 40 ਬਹੁਤ ਵੱਡੀ ਗੱਲ ਹੁੰਦੀ ਹੈ, ਤੇ ਅਸੀਂ 40 ਜਾਣੇ 30 ਦਿਨ ਦਾ ਮੇਲਾ ਤਾਂ ਲਾ ਹੀ ਸਕਦੇ ਹਾਂ ਨਾ। ਇੱਕ ਦਿਨ ਬੰਦਾ ਇੱਕ ਨਾਟਕ ਵੀ ਕਰੇਗਾ, ਕੁਝ ਵਿੱਚ ਨਾ ਵੀ ਹੋਣਗੇ ਕੋਈ ਗੱਲ ਨਹੀਂ, ਪਰ ਅਸੀਂ 30 ਦਿਨਾਂ ਦੇ ਵਿੱਚ 33 ਨਾਟਕ ਪਿਛਲੇ ਸਾਲ ਕੀਤੇ। ਐਤਕੀ ਵੀ ਅਸੀਂ 30 ਦਿਨਾਂ ਦਾ ਮੇਲਾ ਰੱਖਿਆ ਸੀ, ਪਰ ਵਿੱਚੋਂ ਹੀ ਲੋਕਡਾਊਨ ਸ਼ੁਰੂ ਹੋ ਗਿਆ, ਸਾਨੂੰ ਵਿੱਚੋਂ ਮੇਲਾ ਰੁਕਣਾ ਪਿਆ 15 ਦਿਨ ਤੋਂ ਬਾਅਦ। ਪਰ ਜਦੋਂ ਲੋਕਡਾਊਨ ਖੁੱਲ੍ਹੇਗਾ ਫਿਰ ਮੇਲਾ ਕਰਾਂਗੇ। ਸੋ ਮੇਰੇ ਮਨ ਦੀ ਇਹ ਰੀਝ ਸੀ ਕਿ ਕਿਤੇ ਇਹ ਦੁਨੀਆ 'ਚ ਰਿਕਾਰਡ ਬਣਨਾ ਚਾਹੀਦਾ, ਔਰ ਹਿੰਦੁਸਤਾਨ 'ਚ ਵਾਹਿਦ ਇੱਕੋ ਤਰ੍ਹਾਂ ਦਾ ਇਹ ਮੇਲਾ ਹੈ ਕਿ ਇੱਕ ਸ਼ਹਿਰ ਦੇ ਸਾਰੇ ਥੀਏਟਰ ਗਰੁੱਪ ਹੋਣ ਤੇ 1 ਮਹੀਨੇ ਦਾ ਮੇਲਾ ਕਰਨ। ਇਹ ਹਿੰਦੁਸਤਾਨ ਦੇ ਹੋਰ ਕਿਸੇ ਵੀ ਸਟੇਟ 'ਚ ਇਦਾਂ ਨਹੀਂ ਹੁੰਦਾ ਵੀ ਹੋਰ ਮੇਲੇ ਹੁੰਦੇ ਹੋਣਗੇ ਮਹੀਨੇ ਦੇ, ਦੂਰੋਂ ਟੀਮਾਂ ਆਉਂਦੀਆਂ ਹੋਣਗੀਆਂ, ਪਰ ਇੱਕ ਸ਼ਹਿਰ ਦੀਆਂ ਟੀਮਾਂ ਮਿਲ ਕੇ ਕਰਨ, ਇਹ ਸਿਰਫ ਅੰਮ੍ਰਿਤਸਰ 'ਚ ਹੀ ਹੋਇਆ। ਤੁਸੀਂ ਬਹੁਤ ਸਾਰੇ ਅਣਗਿਣਤ ਨਾਟਕ ਖੇਡੇ, ਨਿਰਦੇਸ਼ਨਾ ਕੀਤੀ, ਕਈ ਕੁਝ ਕੀਤਾ ਥੀਏਟਰ ਵਾਸਤੇ, ਤੇ ਤੁਸੀਂ ਲਿਖਿਆ ਵੀ ਬਹੁਤ ਕੁਝ। ਹਾਂ, ਤੇ ਇੱਕ ਤੇ ਤੁਸੀਂ ਕਿੰਨੀਆਂ ਕੁ ਕਿਤਾਬਾਂ ਲਿਖ ਚੁੱਕੇ, ਤੇ ਦੂਸਰਾ ਅੱਜ ਕੱਲ੍ਹ ਕੀ ਲਿਖ ਰਹੇ ਹੋ? ਹੁਣ ਵੀ ਤੁਸੀਂ ਲਿਖ ਹੀ ਰਹੇ ਹੋ। ਮੈਂ ਬਹੁਤ ਲਿਖਿਆ। ਐਕਚੁਅਲੀ ਮੈਂ ਨਾ ਪਹਿਲਾਂ ਨਹੀਂ ਸੀ, ਪਹਿਲਾਂ ਮੈਂ ਲਿਖਦਾ ਸੀ, ਪਰ ਮੇਰੇ ਕੋਲ ਇੰਨਾ ਸਾਂਭਿਆ ਨਹੀਂ, ਸਾਂਭਿਆ ਸਿਰਫ ਫਾਈਲਾਂ 'ਚ ਸੀ। ਹੁਣ ਪਿਛਲੇ ਕੁਝ ਸਾਲਾਂ ਤੋਂ ਮੈਂ ਉਹਨਾਂ ਨੂੰ ਕਿਤਾਬੀ ਰੂਪ ਦੇਣਾ ਸ਼ੁਰੂ ਕੀਤਾ। ਮੈਂ ਹਿਸਟਰੀ 'ਤੇ ਬਹੁਤ ਕੰਮ ਕੀਤਾ। ਮੇਰੀ ਬੜੀ ਰੀਝ ਹੁੰਦੀ ਹੈ ਕਿ ਸਾਡੀ ਜਿਹੜੀ ਰੰਗਮੰਚ ਦੀ ਹਿਸਟਰੀ ਹੈ, ਸਾਡੀ ਸੰਗੀਤ ਦੀ ਹਿਸਟਰੀ ਹੈ, ਸਾਡੀ ਨ੍ਰਿਤ ਦੀ ਹਿਸਟਰੀ ਹੈ, ਇਹ ਕਿਤਾਬਾਂ 'ਚ ਸਾਂਭੀ ਜਾਣੀ ਚਾਹੀਦੀ ਹੈ, ਇਹਦੀ ਡਾਕੂਮੈਂਟੇਸ਼ਨ ਹੋਣੀ ਚਾਹੀਦੀ ਹੈ। ਸੋ ਮੈਂ ਜਦੋਂ ਮੈਨੂੰ ਮੌਕਾ ਮਿਲਿਆ ਸੰਗੀਤ ਨਾਟਕ ਅਕੈਡਮੀ ਦੇ ਪ੍ਰਧਾਨ ਦਾ, ਤਾਂ ਮੈਨੂੰ ਇਮੀਡੀਏਟਲੀ ਫਿਰ ਮੈਂ ਪੰਜਾਬੀ ਰੰਗਮੰਚ ਦੀ ਹਿਸਟਰੀ, ਔਰ ਮੈਂ ਜਿਵੇਂ ਕਹਿ ਲਓ ਜਿਹੜਾ ਮਰਦਾਂ ਦਾ ਗਿੱਧਾ ਜਿਹਨੂੰ ਮਲਵਈ ਗਿੱਧਾ, ਉਹ 'ਤੇ ਕਿਤਾਬ ਲਿਖਵਾਈ, ਰੰਗਮੰਚ ਦੇ ਉੱਤੇ ਕਿਤਾਬ ਲਿਖਵਾਈ, ਰੰਗਮੰਚ ਦੀਆਂ ਸ਼ਖਸੀਅਤਾਂ ਉੱਤੇ ਕਿਤਾਬਾਂ ਲਿਖੀਆਂ, ਲਿਖਵਾਈਆਂ। ਮੈਂ ਆਪ ਬਹੁਤ ਸਾਰੇ ਨਾਟਕ ਜਿਹੜੇ ਲਿਖੇ, ਪਹਿਲਾਂ ਲਿਖੀ ਹੋਈ ਸੀ, ਉਹਨਾਂ ਨੂੰ ਮੈਂ ਹੁਣ ਛਾਪਿਆ ਪਿਛਲੇ ਕੋਈ ਸਮੇਂ ਦੇ ਵਿੱਚ, ਔਰ ਮੇਰੀਆਂ ਇਸ ਵੇਲੇ ਕੋਈ 50 ਤੋਂ ਵੱਧ ਕਿਤਾਬਾਂ ਨੇ ਜਿਹੜੀਆਂ ਕਿ ਮਾਰਕੀਟ ਦੇ ਵਿੱਚ ਅਵੇਲੇਬਲ ਨੇ ਇਸ ਵੇਲੇ।
ਮੈਂ ਹੁਣ ਵੀ ਲੋਕਡਾਊਨ ਦੇ ਸਮਿਆਂ ਦੇ ਵਿੱਚ ਮੈਂ ਬਹੁਤ ਪੜ੍ਹਿਆ, ਬਹੁਤ ਲਿਖਿਆ। ਔਰ ਆਹ ਸਾਲ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਉਹਨਾਂ ਦਾ ਸ਼ਤਾਬਦੀ ਵਰ੍ਹਾ ਹੈ, ਤੇ ਮੈਨੂੰ ਬਹੁਤ ਮੈਂ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਹਾਦਤ ਹੈ ਮੈਂ ਉਹ ਤੋਂ ਬਹੁਤ ਪ੍ਰੇਰਨਾ ਲੈਂਦਾ ਕਿ ਉਹ ਬਹੁਤ ਪ੍ਰੇਰਨਾਮਈ ਹੈ। ਤੇ ਮੈਂ ਇਹਨਾਂ ਦੇ ਵਿੱਚ ਨਵਾਂ ਨਾਟਕ ਲਿਖਿਆ ਸੀਸ, ਉਹ ਹੁਣੇ ਛਪ ਕੇ ਆਇਆ। ਸੀਸ ਦੇ ਵਿੱਚ ਮੈਂ ਗੱਲ ਕੀਤੀ ਹੈ ਕਿ ਸਿਰ ਤਾਂ ਸਾਡੇ ਸਾਰਿਆਂ ਦੇ ਕੋਲ ਹੀ ਹੁੰਦੇ ਆ, ਹੈ ਨਾ, ਪਰ ਸੀਸ ਕਿਸੇ ਕੋਲ ਹੁੰਦਾ। ਸੀਸ ਸਾਨੂੰ ਪ੍ਰੇਰਨਾ ਕੀ ਦਿੰਦਾ? ਸੀਸ ਕੋਈ ਹਾਰੀ ਸਾਰੀ ਨਹੀਂ ਕੌਮ ਤੋਂ ਵਾਰ ਦਿੰਦਾ। ਸੀਸ ਵਾਰਨ ਵਾਸਤੇ 20 ਸਾਲ ਭੋਰੇ ਦੇ ਵਿੱਚ ਬਹਿ ਕੇ ਤਪ ਕਰਨਾ ਪੈਂਦਾ। ਉਹ ਗੁਰੂ ਤੇਗ ਬਹਾਦਰ ਇੱਦਾਂ ਤਿਆਰੀ ਕਰਦੇ ਆ। ਸੋ ਇਹ ਗੁਰੂ ਤੇਗ ਬਹਾਦਰ ਜੀ ਨੂੰ ਇੱਕ ਅਕੀਦਤ ਵਜੋਂ ਉਹਨਾਂ ਨੂੰ ਮੈਂ ਉਹ ਜਿਹੜੀ ਸਮਰਪਿਤ ਕੀਤੀ ਹੈ ਕਿਤਾਬ। ਸੋ ਇੱਦਾਂ ਦੇ ਮੈਂ ਬਹੁਤ ਸਾਰੇ ਨਾਟਕ, ਮੈਂ ਗੁਰਸ਼ਰਨ ਭਾਜੀ ਦੇ ਸਾਰੇ ਨਾਟਕ ਮੈਂ ਸੰਪਾਦਿਤ ਕੀਤੇ। ਮੈਂ ਬੱਚਿਆਂ ਲਈ ਨਾਟਕ ਲਿਖੇ, ਵੱਡਿਆਂ ਲਈ ਲਿਖੇ, ਮੈਂ ਇਪਟਾ ਲਹਿਰ ਦਾ ਇਤਿਹਾਸ ਲਿਖਿਆ। ਸੋ ਬਹੁਤ ਸਾਰੇ ਮੈਂ ਇੱਦਾਂ ਦੇ ਕੰਮ ਜਿਹੜੇ ਆ ਮੈਂ ਕਿਤਾਬਾਂ ਦੇ ਰੂਪ 'ਚ, ਡਾਕੂਮੈਂਟਰੀਆਂ ਦੇ ਰੂਪ 'ਚ, ਮੈਂ ਉਮਾ ਭੈਣ ਜੀ ਦੇ ਉੱਤੇ ਜਿਹੜੇ ਸਭ ਤੋਂ ਪਹਿਲੇ ਅਭਿਨੇਤਰੀ ਉਹਨਾਂ ਉੱਤੇ ਡਾਕੂਮੈਂਟਰੀ ਬਣਾਈ, ਜਤਿੰਦਰ ਕੌਰ ਉੱਤੇ, ਦਵਿੰਦਰ ਦਮਨ ਹੋਰਾਂ ਤੇ, ਨੀਲਮ ਮਾਨ ਸਿੰਘ ਤੇ, ਗੁਰਮੀਤ ਬਾਵਾ ਤੇ ਡਾਕੂਮੈਂਟਰੀ। ਸੋ ਇੱਦਾਂ ਦੀਆਂ ਡਾਕੂਮੈਂਟਰੀਆਂ ਵਿੱਚ ਵੀ ਉਹਨਾਂ ਨੂੰ ਸਾਂਭਿਆ ਵਾ ਸਾਰੇ ਕੰਮ ਨੂੰ। ਤੇ ਭਾਰਤੀ ਜਿਹੜੀਆਂ ਦੂਜੀਆਂ ਭਾਸ਼ਾਵਾਂ ਦੇ ਨਾਟਕ ਆ ਉਹਨਾਂ ਦੇ ਕੰਪੈਰੀਟਿਵਲੀ ਤੁਸੀਂ ਪੰਜਾਬੀ ਨਾਟਕ ਨੂੰ ਕਿੱਥੇ ਕੁ ਰੱਖਦੇ ਹੋ? ਕਿ ਸਾਡੇ ਕੋਲ ਪੰਜਾਬੀ ਨਾਟਕ ਇਸ ਵੇਲੇ ਹੁਣ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਕਿਸੇ ਵੀ ਭਾਰਤੀ ਭਾਸ਼ਾ ਤੋਂ ਪਿੱਛੇ ਨਹੀਂ ਹੈ। ਖਾਸ ਤੌਰ 'ਤੇ ਜਦੋਂ ਤੁਸੀਂ ਡਾਕਟਰ ਸਵਰਾਜ ਵੀਰ ਦੇ ਨਾਟਕ ਪੜ੍ਹਦੇ ਹੋ, ਡਾਕਟਰ ਸਵਰਾਜ ਵੀਰ ਦੇ ਨਾਟਕ ਵੇਖਦੇ ਹੋ, ਤੇ ਤੁਹਾਨੂੰ ਕਈ ਲੈਵਲ 'ਤੇ ਉਹ ਲੱਗੇਗਾ ਕਿ ਸਾਡੀਆਂ ਕਈ ਭਾਰਤੀ ਭਾਸ਼ਾਵਾਂ ਤੋਂ ਉਹ ਨਾਟਕ ਬਹੁਤ ਅੱਗੇ ਹੈ। ਕਈ ਹੁਣ ਡਾਕਟਰ ਆਤਮਜੀਤ ਨੇ ਜਿਹੜੇ ਪਿਛਲੇ ਸਮਿਆਂ 'ਚ ਨਾਟਕ ਲਿਖੇ ਆ, ਇਹ ਮੈਂ ਸਮਝਦਾ ਕਿ ਬਹੁਤ ਅੱਗੇ ਦੇ ਨਾਟਕ ਹੈ। ਭਾਜੀ ਗੁਰਸ਼ਰਨ ਸਿੰਘ ਦਾ ਜਿਹੜਾ ਧਮਕ ਨਗਾਰੇ ਦੀ ਨਾਟਕ ਹੈ, ਉਹ ਭਾਰਤੀ ਭਾਸ਼ਾਵਾਂ ਦੇ ਮੁਕਾਬਲੇ 'ਤੇ ਕਿਤੇ ਬਹੁਤ ਵੱਡੀ ਗੱਲ ਹੈ। ਸੋ ਇੱਦਾਂ ਦੇ ਅਜਮੇਰ ਔਲਖ ਦੇ ਨਾਟਕ ਨੇ ਸਾਡੇ ਕੋਲ, ਬਹੁਤ ਵੱਡੀ ਗੱਲ ਕਿ ਉਹੋ ਜਿਹੇ ਨਾਟਕ ਸਾਡੇ ਸਮਿਆਂ ਦੇ ਵਿੱਚ ਹੋਣੇ ਔਰ ਭਾਰਤੀ ਭਾਸ਼ਾਵਾਂ ਵਿੱਚ ਇੱਕ ਸਥਾਨ ਬਣਾਉਣਾ, ਇਹ ਮੈਂ ਸਮਝਦਾ ਕਿ ਸਾਡੇ ਕੋਲ ਸਾਡਾ ਪੰਜਾਬੀ ਰੰਗਮੰਚ ਕਿਸੇ ਵੀ ਉਹ ਦੂਜੀ ਭਾਸ਼ਾ ਤੋਂ ਪਿੱਛੇ ਨਹੀਂ ਹੈ। ਆਉਣ ਵਾਲੇ ਸਮੇਂ 'ਚ ਜਦੋਂ ਇੱਕ ਦੌੜ ਚੱਲਦੀ ਆ, ਰਾਤੋਂ ਰਾਤ ਟਿਕਟੌਕ ਤੇ ਸਟਾਰ ਬਣ ਜਾਂਦੇ ਆ, ਫੇਸਬੁੱਕ ਤੇ ਸਟਾਰ ਬਣ ਜਾਂਦੇ ਆ, ਕੋਈ ਬੰਦਾ ਸਿੰਪਲ ਜਿਹਾ ਆਪਣੀਆਂ ਗੱਲਾਂ ਕਰੀ ਜਾਂਦਾ ਤੇ ਰਾਤ ਹੀ ਉਹਦੇ ਹਜ਼ਾਰਾਂ ਮਿਲੀਅਨ ਜਿਹੜੇ ਵਿਊ ਹੋ ਜਾਂਦੇ ਆ। ਇੱਥੇ ਤੁਸੀਂ ਥੀਏਟਰ ਦਾ ਜਿਹੜਾ ਪੰਜਾਬੀ ਥੀਏਟਰ ਦਾ ਭਵਿੱਖ ਕਿਹੋ ਜਿਹਾ ਲੱਗਦਾ ਤੁਹਾਨੂੰ? ਪੰਜਾਬੀ ਥੀਏਟਰ ਦਾ ਭਵਿੱਖ ਜਿਹੜਾ ਨਾ ਕਦੀ ਵੀ ਮਾੜਾ ਨਹੀਂ। ਜਦੋਂ ਰੇਡੀਓ ਆਇਆ ਸੀ ਉਦੋਂ ਵੀ ਕਹਿੰਦੇ ਸੀ ਪੰਜਾਬੀ ਭਵਿੱਖ ਦਾ ਕਿ ਨਾਟਕ ਦਾ ਭਵਿੱਖ ਕਿਹੋ ਜਿਹਾ ਹੋਏਗਾ। TV ਆਇਆ ਉਦੋਂ ਵੀ ਕਹਿਣ ਲੱਗ ਪਏ, ਜਦੋਂ ਫਿਲਮਾਂ ਆਈਆਂ, ਇਹ ਹੁਣ ਦੌਰ ਆਇਆ। ਮੈਂ ਬਹੁਤ ਇਸ ਗੱਲ ਲਈ ਕਲੀਅਰ ਹਾਂ ਕਿ ਜਦੋਂ ਤੱਕ ਇਸ ਧਰਤੀ ਦੇ ਉੱਤੇ ਮਨੁੱਖ ਜੀਂਦਾ ਹੈ ਉਹਨੂੰ ਰੰਗਮੰਚ ਦੀ ਲੋੜ ਪੈਣੀ, ਕਿਉਂਕਿ ਜੋ ਰੰਗਮੰਚ ਨੇ ਉਹਨੂੰ ਦੇਣਾ ਹੈ ਉਹ ਕੋਈ ਹੋਰ ਫਿਲਮਾਂ ਨਹੀਂ ਦੇ ਸਕਦੀਆਂ, ਕੋਈ TV ਨਹੀਂ ਦੇ ਸਕਦਾ। TV ਖਬਰਾਂ ਸੁਣਾ ਸਕਦਾ ਹੈ, ਪਰ TV ਜੋ ਤੁਹਾਡੇ ਇੱਕ ਮਿਲਣ ਦੀ ਜਗਿਆਸਾ ਹੈ, ਆਮੋ ਸਾਹਮਣੇ ਗੱਲ ਕਰਨ ਦੀ ਜਗਿਆਸਾ ਹੈ। ਕਿਉਂਕਿ ਜਦੋਂ ਦਰਸ਼ਕ ਜਿਹੜਾ ਸਾਹਮਣੇ ਬੈਠਾ ਵੇਖ ਰਿਹਾ ਹੁੰਦਾ, ਦਰਸ਼ਕ ਸਿਰਫ ਨਾਟਕ ਵੇਖ ਨਹੀਂ ਰਿਹਾ ਹੁੰਦਾ, ਉਹ ਪਾਰਟਿਸਿਪੇਟ ਕਰ ਰਿਹਾ ਹੁੰਦਾ। ਕਿਉਂਕਿ ਜਦੋਂ ਤੁਸੀਂ ਸਟੇਜ ਤੋਂ ਹੱਸਦੇ ਹੋ ਉਹ ਵੀ ਹੱਸਦਾ ਹੈ, ਜਦੋਂ ਤੁਸੀਂ ਰੋਂਦੇ ਹੋ ਦਰਸ਼ਕ ਵੀ ਰੋ ਰਿਹਾ ਹੁੰਦਾ। ਇਟ ਮੀਨਸ ਕਿ ਉਹ ਵੀ ਨਾਟਕ ਦੇ ਵਿੱਚ ਜੁੜਿਆ ਹੁੰਦਾ, ਉਹ ਨਾਟਕ ਦਾ ਹਿੱਸਾ ਬਣਿਆ ਹੁੰਦਾ। ਸੋ ਇਹ ਐਕਸਪੀਰੀਅੰਸ ਜਿਹੜਾ ਹੈ ਉਹਨੂੰ TV ਤੋਂ, ਟਿਕਟੌਕ ਤੋਂ, ਸੋਸ਼ਲ ਮੀਡੀਆ ਤੋਂ ਕਦੀ ਨਹੀਂ ਮਿਲ ਸਕਦਾ। ਸੋਸ਼ਲ ਮੀਡੀਆ 'ਤੇ ਉਹ ਟਿਕਟੌਕ ਵੇਖਦਾ ਹੋਇਆ ਉੱਠ ਕੇ ਪਰਾਂ ਜਾ ਕੇ ਚਾਹ ਬਣਾਉਣ ਚਲੇ ਜਾਏਗਾ, ਪਰ ਨਾਟਕ ਵੇਖਦਾ ਹੋਇਆ ਬੰਦਾ ਉੱਠ ਕੇ ਚਾਹ ਬਣਾਉਣ ਨਹੀਂ ਜਾਂਦਾ। ਉਹ ਉੱਥੇ ਹਾਲ 'ਚ ਬੈਠਾ ਹੋਇਆ, ਪਬਲਿਕ ਵਿੱਚ ਬੈਠਾ ਹੋਇਆ। ਔਰ ਇੱਕ ਟੈਂਡੈਂਸੀ ਹੈ ਕਿ ਜਿਹੜੀ ਤੁਸੀਂ ਪਬਲਿਕ ਵਿੱਚ ਜਾਣਾ ਹੀ ਜਾਣਾ ਹੈ, ਜੋ ਤੁਹਾਨੂੰ ਪਬਲਿਕ ਵਿੱਚ ਜਾ ਕੇ ਰਿਸਪੌਂਸ ਮਿਲਣਾ ਹੈ, ਉਹ ਤੁਹਾਡੇ ਜੀਂਦੇ ਜਾਗਦੇ ਹੋਣ ਦਾ ਸਬੂਤ ਹੈ। ਆਖਰੀ ਸਵਾਲ ਜੀ, ਜਿਹੜੇ ਨਵੇਂ ਮੁੰਡੇ ਕਲਾਕਾਰ ਆ ਥੀਏਟਰ ਨਾਲ ਜੁੜਨਾ ਚਾਹੁੰਦੇ ਆ, ਉਹਨਾਂ ਦੇ ਦਿਮਾਗ 'ਚ ਕਈ ਤਰ੍ਹਾਂ ਦੇ ਸਵਾਲ ਹੁੰਦੇ ਆ, ਪਤਾ ਨਹੀਂ ਇਹਦੇ 'ਚ ਲੰਮਾ ਸੰਘਰਸ਼ ਆ, ਪੈਸੇ ਨਹੀਂ ਨੇ ਜਾਂ ਕੁਝ ਇਸ ਤਰ੍ਹਾਂ ਦਾ, ਤੇ ਤੁਸੀਂ ਉਹਨਾਂ ਨੂੰ ਕੀ ਸੁਝਾਅ ਦੇਣਾ ਚਾਹੁੰਦੇ ਜੀ? ਔਰ ਮੈਂ ਬਸ ਉਹਨਾਂ ਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਜੋ ਵੀ ਕਰੋ ਬਹੁਤ ਆਪਣੇ ਦਿਲੋਂ ਕਰੋ, ਆਪਣੇ ਬੜੀ ਸੱਚਾਈ ਨਾਲ ਕਰੋ, ਬੜੀ ਇਮਾਨਦਾਰੀ ਨਾਲ ਕਰੋ। ਚਾਹੇ ਫਿਲਮ ਕਰੋ, TV ਕਰੋ, ਥੀਏਟਰ ਕਰੋ, ਉਹ ਕਰੋ ਜੋ ਤੁਹਾਡੇ ਅੰਦਰ ਅੱਗ ਹੈਗੀ ਆ, ਉਸ ਨੂੰ ਜੋ ਤੁਹਾਡੇ ਅੰਦਰ ਧੁਖਦਾ ਵਾ, ਪਰ ਉਹਦੇ ਲਈ ਟ੍ਰੇਨਿੰਗ ਜ਼ਰੂਰ ਲਓ। ਅੱਜ ਦੇ ਸਮਿਆਂ 'ਚ ਟ੍ਰੇਨਿੰਗ ਬਹੁਤ ਜ਼ਰੂਰੀ ਹੈ। ਤੁਸੀਂ ਡਿਸਾਈਡ ਕਰੋ ਕਿ ਤੁਸੀਂ ਕਰਨਾ ਕੀ ਹੈ। ਤੁਸੀਂ ਐਕਟਰ ਬਣਨਾ, ਤੁਸੀਂ ਡਾਇਰੈਕਟਰ ਬਣਨਾ ਵਾ, ਤੁਸੀਂ ਫਿਲਮ ਕਰਨੀ, ਤੁਸੀਂ TV ਕਰਨਾ, ਤੁਸੀਂ ਕਰਨਾ ਕੀ ਹੈ, ਔਰ ਉਹਦੀ ਟ੍ਰੇਨਿੰਗ ਲਓ।
ਐਕਟਰ ਇੰਟੈਲੀਜੈਂਟ ਹੋਣਾ ਬਹੁਤ ਲਾਜ਼ਮੀ ਹੈ ਅੱਜ ਦੇ ਸਮਿਆਂ 'ਚ। ਜਦੋਂ ਕਿ ਤੁਸੀਂ ਜਿਵੇਂ ਟੀਚਰ ਕੋਈ ਅਧਿਆਪਕ ਬਣਦਾ ਵਾ ਕੋਈ ਵੀ, ਤੇ ਉਹ BA B.Ed ਕਰਦਾ, M.Ed ਕਰਦਾ ਵਾ, ਫਿਰ ਉਹ ਅਧਿਆਪਕ ਬਣਦਾ। ਪ੍ਰੋਫੈਸਰ ਬਣਨ ਲਈ ਤੁਸੀਂ PhD ਕਰਦੇ ਹੋ, MPhil ਕਰਦੇ ਹੋ, ਕਈ ਕੁਝ ਕਰਦੇ ਹੋ। ਸੋ ਇਹ ਜਦੋਂ ਤੁਸੀਂ ਕੋਈ ਸਪੋਰਟਸ ਦੇ ਅਧਿਆਪਕ ਬਣਦੇ ਹੋ ਤਾਂ ਸਪੋਰਟਸ ਵਾਲੀਆਂ ਚੀਜ਼ਾਂ ਤੁਸੀਂ ਸਿੱਖਦੇ ਹੋ ਸਾਰੇ, ਉਹ ਪੜ੍ਹਾਈ ਕਰਦੇ ਹੋ। ਤੇ ਫਿਰ ਤੁਸੀਂ ਜੇ ਨਾਟਕ ਕਰਨਾ ਹੈ ਤੇ ਨਾਟਕ ਦੀ ਪੜ੍ਹਾਈ ਕਿਉਂ ਨਾ ਕਰੋਗੇ ਤੁਸੀਂ? ਸੋ ਤੁਸੀਂ ਨਾਟਕ ਦੀ ਪੜ੍ਹਾਈ ਕਰੋ, ਨਾਟਕ ਕਰਨਾ ਹੈ, ਥੀਏਟਰ ਕਰਨਾ ਹੈ, ਤੇ ਪੜ੍ਹੇ ਲਿਖੇ ਹੋਣ ਦਾ ਆਪਣਾ ਹੀ ਇੱਕ ਵੱਖਰਾ ਹੀ ਜਨੂਨ ਹੈ, ਵੱਖਰਾ ਹੀ ਉਹਦਾ ਅੰਦਾਜ਼ ਹੈ। ਉਹ ਨਜ਼ਰ ਆ ਜਾਂਦਾ ਸਟੇਜ ਦੇ ਉੱਤੇ ਖੜਾ ਹੋਇਆ ਕਿ ਹਾਂ ਇਹ ਪੜ੍ਹਿਆ ਲਿਖਿਆ ਐਕਟਰ ਹੈ। ਤੁਸੀਂ ਬਹੁਤ ਹੀ ਖੂਬਸੂਰਤ ਤੇ ਬੜੀਆਂ ਮੁੱਲਵਾਨ ਗੱਲਾਂ ਜੀ ਦਰਸ਼ਕਾਂ ਨਾਲ ਕੀਤੀਆਂ, ਸਾਡੇ ਨਾਲ ਕੀਤੀਆਂ, ਬੜਾ ਕੁਝ ਸਿੱਖਣ ਨੂੰ ਮਿਲਿਆ। ਤੁਹਾਡਾ ਪੂਰੇ ਸਾਰੇ ਦਰਸ਼ਕਾਂ ਵੱਲੋਂ ਔਰ TV ਚੈਨਲ ਵੱਲੋਂ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ। ਭਾਰਤ ਦੇ ਯੂਨੀਅਨ ਖੇਤੀਬਾੜੀ ਮੰਤਰੀ ਨੇ ਲਾਗੂ ਕੀਤੇ ਜਾ ਰਹੇ 3 ਆਰਡੀਨੈਂਸਾਂ ਨੂੰ ਕਿਸਾਨਾਂ ਲਈ ਆਜ਼ਾਦੀ ਹਾਸਲ ਕਰਨ ਦੇ ਬਰਾਬਰ ਕਿਹਾ, ਪਰ ਕਿਸਾਨਾਂ ਨੂੰ ਤਾਂ 60ਵੇਂ ਤੇ 70ਵੇਂ 'ਚ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਐਕਟ, ਜਿਹਨੂੰ APMC ਕਹਿੰਦੇ ਆ, ਮੰਡੀ ਬੋਰਡ ਪਾਸ ਹੋਣ ਤੋਂ ਪਹਿਲਾਂ ਇਹ ਆਜ਼ਾਦੀ ਹਾਸਲ ਸੀ। ਪਤਾ ਨਹੀਂ ਇਹਨਾਂ ਨੂੰ ਕਿਸ ਤਰ੍ਹਾਂ ਲੱਗਾ। ਉਸ ਤੋਂ ਪਹਿਲਾਂ ਕਿਸਾਨ ਨੂੰ ਆਪਣੀ ਫਸਲ ਮਰਜ਼ੀ ਨਾਲ ਵੇਚਣ ਦੀ ਖੁੱਲ੍ਹ ਹੁੰਦੀ ਸੀ, ਪਰ ਇਹ ਦਰਅਸਲ ਇਹ ਹਕੀਕਤ ਜਿਹੜੀ ਆ ਉਦੋਂ ਇਹ ਸੀ ਕਿ ਉਹ ਵਪਾਰੀਆਂ ਦੇ ਰਹਿਮ ਕਰਮ ਤੇ ਨਿਰਭਰ ਸੀ। ਫਸਲਾਂ ਦੀ ਪ੍ਰਾਈਵੇਟ ਅਦਾਰਿਆਂ ਵੱਲੋਂ ਹੋ ਰਹੀ ਇਸ ਵਿਕਰੀ ਨੂੰ ਕਾਨੂੰਨ ਰਾਹੀਂ ਜਨਤਕ ਕਰ ਦਿੱਤਾ ਗਿਆ, ਪਰ 5 ਜੂਨ ਨੂੰ ਲਾਗੂ ਕੀਤੇ ਆਰਡੀਨੈਂਸਾਂ ਨੇ ਇੱਕ ਵਾਰੀ ਫੇਰ ਇਸ ਨੂੰ ਪਿੱਛੇ ਤੱਕ ਦਿੱਤਾ। ਇਹਨਾਂ ਆਰਡੀਨੈਂਸਾਂ ਤੋਂ ਬਿਨਾਂ ਵੀ ਖੇਤੀਬਾੜੀ ਵਾਲਾ ਵਪਾਰ ਪ੍ਰਾਈਵੇਟ ਹੀ ਸੀ ਅਸਲ ਵਿੱਚ। ਅਨਾਜ ਮੰਡੀ ਦੇ ਸਾਰੇ ਭਾਈਵਾਲ ਤੇ ਕਾਰੋਬਾਰੀ ਪ੍ਰਾਈਵੇਟ ਅਦਾਰੇ ਹੀ ਤਾਂ ਹੁੰਦੇ ਨੇ। ਸਾਰੇ ਭਾਈਵਾਲਾਂ ਨੇ ਨੁਮਾਇੰਦਿਆਂ ਦੀ ਬਣੀ ਸਾਂਝੀ ਮਾਰਕੀਟ ਕਮੇਟੀ ਵੱਲੋਂ ਮੰਡੀ ਨੂੰ ਨਿਯਮਬੱਧ ਕੀਤਾ ਜਾਂਦਾ ਹੈ ਉਹਨਾਂ ਵੱਲੋਂ। 2007 ਵਿੱਚ ਸੈਂਟਰ ਵੱਲੋਂ APMC ਐਕਟ ਜਨਤਕ ਕਰਨ ਤੋਂ ਬਾਅਦ ਸਾਰੇ ਰਾਜਾਂ ਨੇ ਪ੍ਰਾਈਵੇਟ ਮੰਡੀਆਂ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਬਹੁਤਾ ਕਾਮਯਾਬ ਨਹੀਂ ਹੋ ਸਕੇ। ਇਹ ਰਾਜਾਂ ਵੱਲੋਂ ਮਾਰਕੀਟ ਭੰਗ ਕਰਨ ਦੀ ਇਸ ਅੜਚਨ ਨੂੰ ਦੂਰ ਕਰਨ ਲਈ ਹੁਣ ਸੈਂਟਰ ਨੇ ਇਹਨਾਂ ਆਰਡੀਨੈਂਸਾਂ ਰਾਹੀਂ ਆਪਣੇ ਤੌਰ ਤੇ ਪ੍ਰਾਈਵੇਟ ਅਦਾਰਿਆਂ ਨੂੰ ਰਾਜਾਂ ਦੇ ਕਾਨੂੰਨ ਨੂੰ ਬਾਈਪਾਸ ਕਰਨ ਦੀ ਆਗਿਆ ਦੇ ਦਿੱਤੀ ਹੈ। ਇਸ ਸਮੇਂ ਵੀ ਵਪਾਰੀਆਂ ਨੂੰ ਅੰਤਰਰਾਸ਼ਟਰੀ ਜਾਂ ਰਾਜ ਅੰਦਰ ਵਪਾਰ ਆਪਸ ਵਿੱਚ ਤੇ ਕੋਈ ਬੰਦਸ਼ ਨਹੀਂ ਦਾ ਨਾਰਾ ਦਿੱਤਾ ਹੈ। ਸਿਰਫ ਕਿਸੇ ਵਸਤ ਦੀ ਪਹਿਲੀ ਵਾਰ ਵਿਕਰੀ ਤੇ ਹੀ ਬੰਦਸ਼ ਹੈ। ਵਪਾਰੀ ਵੱਲੋਂ ਕਿਸਾਨ ਤੋਂ ਖਰੀਦਣ ਸਮੇਂ ਬਹੁਤ ਸਾਰੇ ਰਾਜਾਂ ਵੱਲੋਂ ਪੂਰੇ ਰਾਜ ਵਿੱਚ ਵਪਾਰ ਕਰਨ ਲਈ ਇੱਕੋ ਹੀ ਲਾਇਸੈਂਸ ਜਾਰੀ ਕੀਤਾ ਹੋਇਆ। ਅੰਤਰਰਾਜੀ ਵਪਾਰ ਤੇ ਬੰਦਸ਼ਾਂ ਦੇ 2 ਕਾਰਨ ਨੇ। ਰਾਜ ਵਿੱਚ ਸਥਾਪਿਤ ਕੀਤੀ ਜਾਣ ਵਾਲੀ ਘੱਟੋ ਘੱਟ ਕੀਮਤ ਜੋ MSP ਹੈ, ਮੈਕਸਿਮਮ ਸੇਲ ਪ੍ਰਾਈਸ, ਇਹਦੇ ਤੋਂ ਉੱਪਰ ਮਿਲਣ ਵਾਲੇ ਬੋਨਸ ਤੇ ਸਾਰੀਆਂ ਸਟੇਟਾਂ ਵਿੱਚ ਇਸ MSP ਦਾ ਇੱਕੋ ਜਿਹਾ ਨਾ ਹੋਣਾ ਇਹ ਘਾਟ ਹੈ। ਸਟੇਟਾਂ ਦਾ ਇਹ ਸੋਚਣਾ ਵਾਜਬ ਹੈ ਕਿ MSP ਤੋਂ ਉੱਪਰ ਮਿਲਣ ਵਾਲੇ ਬੋਨਸ ਤੇ ਉਸ ਰਾਜ ਦੇ ਆਪਣੇ ਕਿਸਾਨਾਂ ਨੂੰ ਫਾਇਦਾ ਹੋਣਾ ਚਾਹੀਦਾ, ਨਾ ਕਿ ਕਿਸੇ ਹੋਰ ਨੂੰ। 1000 ਮੰਡੀਆਂ ਵਿੱਚ ਬਕਾਇਦਾ ਕਾਰਜਸ਼ੀਲ ਇਲੈਕਟ੍ਰੋਨਿਕ ਐਗਰੀਕਲਚਰ ਮਾਰਕੀਟ, ਜਿਹਨੂੰ ENAM ਕਹਿੰਦੇ, ENAM, ਨਿਰਸੰਦੇਹ ਖੇਰੂ ਹੋਈ ਮਾਰਕੀਟ ਦਾ ਹੱਲ ਲੱਭ ਸਕਦੀ ਹੈ। ਪਰ ਜੇ ਸਰਕਾਰਾਂ ਆਪਣੇ ਅਧਿਕਾਰਾਂ ਦੇ ਬਾਵਜੂਦ ਇਹ ਨਹੀਂ ਕਰ ਸਕਦੀਆਂ ਤਾਂ ਕੀ ਕਿਸਾਨ ਕਰ ਸਕਣਗੇ? ਲੱਗਦਾ ਨਹੀਂ। ਸਮਝੌਤਾ ਖੇਤੀ ਆਰਡੀਨੈਂਸ ਦੇ ਸੰਬੰਧ ਵਿੱਚ ਸਿਰਫ ਹਾਲ ਦੀ ਇੱਕੋ ਮਿਸਾਲ ਵੇਖਣ ਦੀ ਲੋੜ ਹੈ। ਪੈਪਸੀ ਵੱਲੋਂ ਪਿਛਲੇ ਸਾਲ ਗੁਜਰਾਤ ਦੇ 4 ਆਲੂ ਬੀਜਣ ਵਾਲੇ ਕਿਸਾਨਾਂ ਨੂੰ ਅਦਾਲਤ ਵਿੱਚ ਘੜੀਸਿਆ ਗਿਆ ਸੀ। MNC ਨੇ ਹਰ ਕਿਸਾਨ ਕੋਲੋਂ 1 ਕਰੋੜ ਹਰਜਾਨੇ ਦੀ ਮੰਗ ਕੀਤੀ ਸੀ ਕਿ ਉਹਨਾਂ ਨੇ ਪੈਪਸੀ ਵੱਲੋਂ ਕੰਟਰੈਕਟ ਦੇ ਸਟੈਂਡਰਡ ਦੇ ਆਲੂ ਨਾ ਹੋਣ ਕਰਕੇ ਖਰੀਦੇ ਨਹੀਂ ਗਏ। ਆਪਣੇ ਆਲੂਆਂ ਨੂੰ ਬਾਹਰ ਵੇਚ ਕੇ ਬੀਜ ਲਈ ਵਰਤ ਕੇ ਕੰਟਰੈਕਟ ਤੇ ਬਾਇਓ
ਪਾਇਰੇਸੀ ਦੀ ਉਲੰਘਣਾ ਕੀਤੀ ਸੀ। ਪਰ ਚੋਣਾਂ ਦਾ ਸੀਜ਼ਨ ਹੋਣ ਕਰਕੇ ਜਨਤਾ ਦੇ ਰੋਹ ਅੱਗੇ ਕਾਰਪੋਰੇਟ ਨੂੰ ਕੇਸ ਵਾਪਸ ਲੈਣਾ ਪਿਆ ਸੀ। ਆਰਡੀਨੈਂਸ ਸਿਰਫ ਕੰਟਰੈਕਟ ਫਾਰਮਿੰਗ ਸੰਬੰਧੀ ਹੀ ਨਹੀਂ ਹੈ, ਸਗੋਂ ਇਹ ਖੇਤੀ ਨਾਲ ਸੰਬੰਧ ਸੇਵਾਵਾਂ ਨੂੰ ਵੱਡੇ ਪੱਧਰ ਤੇ ਆਪਣੇ ਘੇਰੇ ਵਿੱਚ ਲੈਂਦਾ ਹੈ। ਸੰਭਵ ਹੈ ਕਿ ਕਿਸਾਨ ਸਿਰਫ ਤੇ ਸਿਰਫ ਫਸਲ ਲਈ ਜ਼ਮੀਨ ਤੇ ਲੇਬਰ ਮੁਹੱਈਆ ਕਰਨ ਜੋਗਾ ਹੀ ਰਹਿ ਜਾਵੇਗਾ, ਫਸਲ ਵੇਚਣ ਦਾ ਹੱਕਦਾਰ ਨਹੀਂ ਹੋਵੇਗਾ। ਅਕਸਰ ਕਿਸਾਨ ਖੁਦ ਵੀ ਫਸਲ ਦੀ ਕੀਮਤ ਆਪ ਨਿਰਧਾਰਨ ਕਰਨਾ ਚਾਹੁੰਦੇ ਨੇ, ਪਰ MSP ਪਿੱਛੇ ਨਹੀਂ ਜਾਣਾ ਚਾਹੁੰਦੇ। ਦੋ ਪੱਖਾਂ ਤੋਂ ਖੇਤੀ ਦਾ ਕੰਮ ਇੰਡਸਟਰੀਅਲ ਉਤਪਾਦਨ ਤੋਂ ਵੱਖਰਾ ਹੈ। ਦਰਅਸਲ ਇਹਦਾ ਖੇਤੀ ਦੇ ਨਾਲ ਕੋਈ ਬਹੁਤਾ ਸੰਬੰਧ ਨਹੀਂ ਹੈ। ਮੂਲ ਰੂਪ ਵਿੱਚ ਕੁਦਰਤ ਤੇ ਨਿਰਭਰ ਹੋਣਾ ਖੇਤੀ ਦੀ ਹੋਣੀ ਹੈ। ਇਸ ਕਰਕੇ ਉਤਪਾਦਨ ਦੇ ਵਿੱਚ ਭਿੰਨਤਾ ਹੁੰਦੀ ਹੈ, ਕਦੀ ਘੱਟ ਕਦੀ ਵੱਧ ਹੋ ਗਈ, ਕੋਈ ਪਤਾ ਨਹੀਂ ਲੱਗਦਾ, ਰੱਬ ਨਾਲ ਪਿਆਲੀ ਜਿੱਦਾਂ ਕਹਿੰਦੇ ਹੁੰਦੇ ਆ। ਦੂਸਰਾ, ਅਨਾਜ ਇੱਕ ਜ਼ਰੂਰੀ ਲੋੜ ਹੋਣ ਕਰਕੇ ਇਸ ਦੀ ਮੰਗ ਥੋੜ੍ਹੇ ਬਹੁਤੇ ਫਰਕ ਨਾਲ ਇਕਸਾਰ ਹੀ ਰਹਿੰਦੀ ਹੈ, ਕਿਉਂਕਿ ਰੋਟੀ ਸਾਰਿਆਂ ਨੇ ਖਾਣੀ ਆ। ਇਹਨਾਂ ਚੀਜ਼ਾਂ ਦੇ ਦੋ ਨਤੀਜੇ ਨਿਕਲਦੇ ਆ। ਅਨਾਜ ਦੀਆਂ ਕੀਮਤਾਂ ਵਿੱਚ ਵੱਡਾ ਉਤਰਾਅ ਚੜਾਅ ਹੁੰਦਾ, ਜੋ ਹਮੇਸ਼ਾ ਕਿਸਾਨਾਂ ਨੂੰ ਫਾਇਦਾ ਨਹੀਂ ਪਹੁੰਚਾਉਂਦਾ, ਤੇ ਆਮਦਨੀ ਵਿੱਚ ਸੀਮਤ ਲਚਕ ਅਨਾਜ ਦੀਆਂ ਕੀਮਤਾਂ ਆਰਥਿਕਤਾ ਨਾਲ ਚਾਲ ਮਿਲਾ ਕੇ ਨਹੀਂ ਵੱਧ ਸਕਦੀਆਂ। ਇਸ ਕਰਕੇ ਸੰਸਾਰ ਭਰ ਵਿੱਚ ਖੇਤੀ ਵਿੱਚ ਸਰਕਾਰ ਵੱਲੋਂ ਕਿਸੇ ਨਾ ਕਿਸੇ ਰੂਪ ਵਿੱਚ ਮਦਦ ਕੀਤੀ ਜਾਂਦੀ ਹੈ, ਕਿਉਂਕਿ ਦੁਨੀਆ ਭਰ ਦੇ ਵਿੱਚ ਖੇਤੀ ਹੈ ਜੋ ਇਹਨੂੰ ਸਬਸਿਡੀ ਹਰ ਦੇਸ਼ ਦੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ, ਕਿਉਂਕਿ ਇਹ ਸਬਸਿਡੀ ਉੱਤੇ ਹੀ ਨਿਰਭਰ ਹੈ। ਖੇਤੀ ਕੋਈ ਲਾਹੇਵੰਦ ਧੰਦਾ ਨਹੀਂ। ਇੱਥੋਂ ਤੱਕ ਕਿ ਹੁਣ ਵੀ ਫਸਲਾਂ ਤੇ ਸਬਜ਼ੀਆਂ ਤੇ ਕੋਈ ਵੀ ਮਾਰਕੀਟ ਰੈਗੂਲੇਸ਼ਨ ਨਹੀਂ ਹੈ, ਫਿਰ ਵੀ ਹਰ ਸਾਲ ਕਈ ਫਲ ਤੇ ਸਬਜ਼ੀਆਂ ਸੜਕਾਂ ਤੇ ਸੁੱਟੇ ਜਾਂਦੇ ਨੇ। ਪ੍ਰਾਈਵੇਟ ਅਦਾਰਿਆਂ ਨੂੰ ਇਸ ਮਾਰਕੀਟ 'ਚ ਪ੍ਰਵੇਸ਼ ਕਰਨ ਤੋਂ ਕੌਣ ਰੋਕਦਾ ਹੈ? ਬਿਹਾਰ ਵਰਗੇ ਰਾਜਾਂ ਵਿੱਚ ਪ੍ਰਾਈਵੇਟ ਅਦਾਰਿਆਂ ਨੂੰ ਲਾਹੇਵੰਦ ਕੀਮਤਾਂ ਨਿਰਧਾਰਿਤ ਕਰਨ ਤੋਂ ਕੌਣ ਰੋਕ ਸਕਦਾ ਹੈ, ਜਿੱਥੇ ਕਿ APMC ਐਕਟ ਹੋਂਦ ਵਿੱਚ ਨਹੀਂ ਹੈ। ਸੋ ਇਹਨਾਂ ਨੂੰ ਖਤਮ ਕਰਨ ਦੀ ਬਜਾਏ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਰੈਗੂਲੇਸ਼ਨਾਂ ਵਿੱਚ ਸੁਧਾਰ ਕੀਤਾ ਜਾਵੇ। ਮੁੱਖ ਲੋੜ ਤਾਂ APMC ਮੰਡੀ ਨੂੰ ਜਮਹੂਰੀਅਤ ਢੰਗ ਨਾਲ ਚਲਾਉਣ ਦੀ ਹੈ, ਨਾ ਕਿ ਇਸ ਨੂੰ ਅਫਸਰਸ਼ਾਹੀ ਜਾਂ ਨਿਯੁਕਤ ਕੀਤੇ ਲੋਕਾਂ ਦੇ ਹੱਥ ਵਿੱਚ ਦੇਣ ਦੀ। ਖੇਤੀਬਾੜੀ ਮਾਰਕੀਟ ਨੂੰ ਪ੍ਰਾਈਵੇਟ ਕਰਨ ਦੇ ਨਤੀਜੇ ਵਿਦਿਆ ਦੇ ਨਿੱਜੀਕਰਨ ਵਰਗੇ ਹੀ ਹੋਣੇ ਆ। ਪ੍ਰਾਈਵੇਟ ਮੰਡੀਆਂ, ਸਿੱਧੀ ਖਰੀਦ ਤੇ ਸਮਝੌਤਾ ਖੇਤੀ ਵੱਡੇ ਕਿਸਾਨਾਂ ਲਈ ਤਾਂ ਲਾਹੇਵੰਦ ਹੋ ਸਕਦੇ ਆ, ਪਰ ਛੋਟੇ ਕਿਸਾਨਾਂ ਲਈ APMC ਤੇ ਪਿੰਡਾਂ ਦੀ ਹਾਲਤ ਸਰਕਾਰੀ ਸਕੂਲਾਂ ਵਰਗੀ ਹੋ ਜਾਵੇਗੀ। ਸੋ ਸਾਰਿਆਂ ਨੂੰ ਸੋਚਣਾ ਚਾਹੀਦਾ ਕਿ ਆਓ ਕਿਸਾਨਾਂ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰੀਏ, ਕਿਉਂਕਿ ਜੇ ਕਿਸਾਨ ਨਹੀਂ ਰਹੇਗਾ ਤੇ ਸਾਡੇ ਵਾਸਤੇ ਖਾਣਾ ਵੀ ਨਹੀਂ ਰਹੇਗਾ। ਉਹ ਖੁਦਕਸ਼ੀਆਂ ਕਰਦਾ, ਕਰਜ਼ੇ ਦੇ ਹੇਠ ਦੱਬਿਆ, ਸਾਰੀ ਉਮਰ ਜ਼ਿੰਦਗੀ ਜਿਉਣ ਲਈ ਜੂਝਦਾ ਰਹਿੰਦਾ, ਅੰਤ ਸਲਫਾਸ ਖਾ ਕੇ ਜੰਗਲ 'ਚ ਰੱਸਾ ਪਾ ਕੇ ਖੁਦਕਸ਼ੀ ਕਰ ਲੈਂਦਾ। ਇਹੀ ਉਹਦੀ ਹੋਣੀ ਰਹੀ ਹੈ। ਪਰ ਹੁਣ ਕਿਸਾਨ ਜਾਗ ਪਿਆ, ਲੋਕ ਜਾਗ ਪਏ ਨੇ, ਮਜ਼ਦੂਰ ਜਾਗ ਪਏ ਨੇ, ਖੇਤ ਜਾਗ ਪਏ ਨੇ। ਦੋਸਤੋ, ਮੁੜ ਤੋਂ ਸਵਾਗਤ ਤੁਹਾਡਾ ਲੋਕ ਆਵਾਜ਼ ਲਾਈਵ ਵਿੱਚ। ਤੁਹਾਡੇ ਢੇਰ ਸਾਰੇ ਸੁਨੇਹੇ ਮੈਸੇਜ ਆ ਰਹੇ ਨੇ, ਔਰ ਮੇਰੀ ਬੇਨਤੀ ਹੈ ਕਿ ਜਦ ਪ੍ਰੋਗਰਾਮ ਚੱਲ ਰਿਹਾ ਹੁੰਦਾ ਉਦੋਂ ਤੁਸੀਂ ਕਾਲ ਨਾ ਕਰਿਆ ਕਰੋ, ਮੈਸੇਜ ਭੇਜ ਦਿਆ ਕਰੋ, ਮੈਂ ਬਾਅਦ 'ਚ ਵੇਖ ਹੀ ਲੈਣਾ ਹੁੰਦਾ। ਕਿਸੇ ਵੀ ਕਿਸਮ ਦੀ ਤੁਸੀਂ ਜਾਣਕਾਰੀ ਸਾਂਝੀ ਕਰਨੀ ਹੋਵੇ ਤੁਸੀਂ ਮੈਨੂੰ ਭੇਜ ਦਿਆ ਕਰੋ, ਮੈਂ ਜ਼ਰੂਰ ਹੀ ਕਰਿਆ ਕਰਾਂਗਾ, ਖੁਸ਼ੀ ਲਵਾਂਗਾ ਇਹ ਜਾਣਕਾਰੀ ਸਾਂਝੀ ਕਰਨ ਦੀ। ਔਰ ਕਿਸੇ ਵੀ ਕਿਸਮ ਦਾ ਘਰ 'ਚ ਸਮਾਗਮ ਹੈ, ਕੋਈ ਕਮਿਊਨਿਟੀ ਨਿਊਜ਼ ਹੈ ਤਾਂ ਵੀ ਤੁਸੀਂ ਮੈਨੂੰ ਮੈਸੇਜ ਕਰ ਦਿਆ ਕਰੋ। ਔਰ ਤੁਹਾਡੇ ਮੈਸੇਜ, ਤੁਹਾਡੇ ਸੁਨੇਹੇ, ਤੁਹਾਡੇ ਸੁਝਾਅ ਸਾਡਾ ਬਹੁਤ ਹੌਸਲਾ ਵਧਾਉਂਦੇ ਨੇ, ਜਿਨ੍ਹਾਂ ਨੂੰ ਅਪਣਾ ਕੇ ਅਸੀਂ ਆਪਣੇ ਪ੍ਰੋਗਰਾਮ ਵਿੱਚ ਹੋਰ ਸੁਧਾਰ ਕਰ ਸਕਦੇ ਹਾਂ। ਇਹ ਸਾਡੇ ਲਈ ਆਕਸੀਜਨ ਦਾ ਕੰਮ ਕਰਦੇ ਨੇ। ਸਮਾਜ ਦੇ ਵਿੱਚ ਸਾਨੂੰ ਹਮੇਸ਼ਾ ਹੀ ਕੁਝ ਨਾ ਕੁਝ ਸਮਾਜ ਲਈ ਕਰਨਾ ਚਾਹੀਦਾ ਹੈ। ਜਿਸ ਸਮਾਜ ਨੇ ਸਾਨੂੰ ਇੰਨਾ ਕੁਝ ਦਿੱਤਾ, ਅਸੀਂ ਪੜ੍ਹ ਲਿਖ ਕੇ ਵਧੀਆ ਕੰਮਾਂ 'ਚ ਲੱਗੇ ਹਾਂ, ਸਾਨੂੰ ਮਨੁੱਖੀ ਆਜ਼ਾਦੀ ਮਿਲੀ ਹੈ, ਬਹੁਤ ਕੁਝ ਸਮਾਜ ਸਾਡੇ ਲਈ ਕਰਦਾ ਹੈ, ਕਿਉਂਕਿ ਸਮਾਜ ਸਾਡਾ ਜੰਗਲ ਜਿਹਦੇ ਵਿੱਚ ਅਸੀਂ ਲੁਕੇ ਹੁੰਦੇ ਹਾਂ, ਸਾਡੀ ਰਾਖੀ ਕਰਦਾ ਹੈ। ਇਸ ਸਮਾਜ ਨੂੰ ਵਾਪਸ ਕਰਨ ਲਈ ਸਾਡੇ ਕੋਲ ਸਵੈ ਸੇਵੀ ਕਾਰਜ ਹੁੰਦੇ ਨੇ, ਜਿਨ੍ਹਾਂ ਨੂੰ ਕਰਦੇ ਰਹਿਣਾ ਚਾਹੀਦਾ। ਕਿਸੇ ਗਰੀਬ ਦੀ ਮਦਦ ਕਰ ਦੇਣੀ ਚਾਹੀਦੀ ਹੈ।
ਕੋਈ ਅਪਾਹਜ ਹੈ ਉਸ ਦੀ ਮਦਦ ਕਰੋ, ਕੋਈ ਲੋੜਵੰਦ ਹੈ ਜਿਹੜਾ ਵਿਦਿਆ ਨਹੀਂ ਹਾਸਲ ਕਰ ਸਕਦਾ ਉਸ ਨੂੰ ਮਦਦ ਕਰੋ। ਹਸਪਤਾਲਾਂ ਦੀ ਮਦਦ ਕਰ ਦੇਣੀ ਚਾਹੀਦੀ ਹੈ ਜਿੰਨੇ ਕੁ ਜੋਗੇ ਹਾਂ ਅਸੀਂ। ਖਾਸ ਕਰਕੇ ਹਿੰਦੁਸਤਾਨ ਵਿੱਚ ਬਹੁਤ ਕੁਝ ਐਸਾ ਹੈ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ, ਤਾਂ ਆਓ ਰਲ ਮਿਲ ਕੇ ਸਾਰੇ ਇਸ ਤਰ੍ਹਾਂ ਦੀ ਮਦਦ ਕਰਿਆ ਕਰੀਏ। ਔਰ ਖਾਸ ਕਰਕੇ ਕੈਨੇਡਾ ਵਿੱਚ ਜਦ ਅਸੀਂ ਬੈਠੇ ਹਾਂ ਤਾਂ ਸਾਨੂੰ ਇੱਥੋਂ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਇੱਥੋਂ ਦੇ ਲਾ ਐਂਡ ਆਰਡਰ ਨੂੰ ਹਮੇਸ਼ਾ ਚਿੱਤ ਵਿੱਚ ਰੱਖਿਆ ਕਰੋ। ਜਦ ਸੜਕਾਂ 'ਤੇ ਨਿਕਲਦੇ ਹਾਂ ਤਾਂ ਨਿਰਧਾਰਿਤ ਸਪੀਡ ਤੋਂ ਵੱਧ ਗੱਡੀ ਨਹੀਂ ਜਿੱਥੇ ਚਲਾਉਣੀ, ਉੱਥੇ ਬਹੁਤ ਸਾਰੇ ਹੋਰ ਵੀ ਰੂਲ ਨੇ ਜਿਨ੍ਹਾਂ ਨੂੰ ਅਪਣਾਉਣਾ ਚਾਹੀਦਾ ਹੈ। ਉੱਚੀ ਆਵਾਜ਼ ਵਿੱਚ ਟੇਪਾਂ ਲਾ ਕੇ ਮੁਹੱਲਿਆਂ ਦੇ ਵਿੱਚ ਗਲੀਆਂ 'ਚ ਲੋਕਾਂ ਦੀ ਨੀਂਦ ਨਾ ਹਰਾਮ ਕਰੀਏ। ਅਸੀਂ ਇਸ ਦੇਸ਼ ਵਿੱਚ ਆਏ ਹਾਂ, ਇਹਨੂੰ ਅਪਣਾਈਏ, ਕਿਉਂਕਿ ਇਸ ਦੇਸ਼ ਨੇ ਨਹੀਂ ਬਦਲਣਾ। ਅਸੀਂ ਇਸ ਦੇਸ਼ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਚੰਗੀ ਗੱਲ ਨਹੀਂ ਹੈ। ਜੇ ਤੁਹਾਨੂੰ ਇਸ ਦੇਸ਼ ਦੇ ਅਸੂਲ ਕਾਨੂੰਨ ਚੰਗੇ ਨਹੀਂ ਲੱਗਦੇ ਤਾਂ ਸਾਨੂੰ ਵਾਪਸ ਮੁੜ ਜਾਣਾ ਚਾਹੀਦਾ ਆਪਣੇ ਦੇਸ਼ ਵਿੱਚ। ਜੇ ਸਾਨੂੰ ਅਪਰਚੁਨਿਟੀ ਮਿਲੀ ਹੈ, ਸਾਨੂੰ ਮੌਕਾ ਮਿਲਿਆ ਇਸ ਸਵਰਗ ਵਰਗੇ ਮੁਲਕ ਵਿੱਚ ਰਹਿਣ ਦਾ, ਤਾਂ ਸਾਨੂੰ ਇੱਥੋਂ ਦੇ ਕਾਨੂੰਨਾਂ ਨੂੰ ਅਸੂਲਾਂ ਨੂੰ ਅਪਣਾਉਣਾ ਪਵੇਗਾ। ਵਰਨਾ ਸਾਡਾ ਇੱਥੇ ਕੋਈ ਥਾਂ ਨਹੀਂ, ਸਾਡੇ ਲਈ ਕੋਈ ਜਗ੍ਹਾ ਨਹੀਂ, ਕਿਉਂਕਿ ਇਸ ਦੇਸ਼ ਨੇ ਨਹੀਂ ਬੁਲਾਇਆ, ਅਸੀਂ ਖੁਦ ਇਸ ਦੇਸ਼ ਕੋਲ ਆਏ ਹਾਂ। ਇਸ ਦੇਸ਼ ਨੇ ਸਾਨੂੰ ਨਹੀਂ ਚੁਣਿਆ, ਅਸੀਂ ਇਸ ਦੇਸ਼ ਨੂੰ ਚੁਣਿਆ ਹੈ। ਬਹੁਤ ਕੁਝ ਬਦਲ ਰਿਹਾ ਹੈ, ਕੁਝ ਸਰਕਾਰ ਵੱਲੋਂ ਮਦਦਾਂ ਦਿੱਤੀਆਂ ਜਾ ਰਹੀਆਂ ਨੇ, ਉਹਦੇ ਬਾਰੇ ਵੀ ਤੁਸੀਂ ਵੈਬਸਾਈਟ ਦੇ ਵਿੱਚ ਕੈਨੇਡਾ ਦੀ ਜੋ ਵੈਬਸਾਈਟ ਹੈ ਸਰਕਾਰ ਦੀ, ਉਹਦੇ ਉੱਤੇ ਜਾ ਕੇ ਪਤਾ ਕਰ ਸਕਦੇ ਹੋ। ਚੋਣਾਂ ਆ ਰਹੀਆਂ ਨੇ, ਬਹੁਤ ਕੁਝ ਸਾਡੇ ਲੀਡਰ ਸਾਨੂੰ ਦਿਲ ਲਪਾਉਣਗੇ, ਸਾਡੀਆਂ ਗੱਲਾਂ ਵਿੱਚ ਲੈ ਕੇ ਬਹੁਤ ਕੁਝ ਵਾਅਦੇ ਕਰਨਗੇ, ਕਈ ਸੱਚੀ ਮੁੱਚੀ ਦਿਲੋਂ ਸਿਹਰਤ ਵੀ ਹੋਣਗੇ। ਸਾਡੇ ਗੁਆਂਢੀ ਮੁਲਕ ਅਮਰੀਕਾ ਵਿੱਚ ਵੀ ਰਾਸ਼ਟਰਪਤੀ ਦੀ ਚੋਣ ਆ ਰਹੀ ਹੈ, ਉਹਦੇ ਵਿੱਚ ਵੀ ਬਹੁਤ ਕੁਝ ਵਾਪਰਨ ਜਾ ਰਿਹਾ ਹੈ। ਪਰ ਤੁਸੀਂ ਇਸ ਕੋਵਿਡ ਦੇ ਸਮੇਂ ਵਿੱਚ ਆਪਣਾ ਖਾਸ ਖਿਆਲ ਰੱਖਦੇ ਹੋਏ ਆਪ ਖੁਸ਼ ਰਹੋ ਤੇ ਦੂਜਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ। ਅਤੇ ਜੇ ਤੁਸੀਂ ਪ੍ਰਾਪਰਟੀ ਲੈਣੀ ਹੈ, ਕਿਸੇ ਕਿਸਮ ਦੀ ਰੀਅਲ ਸਟੇਟ ਦੀ ਘਰ ਲੈਣਾ ਆ, ਅਤੇ ਮੈਨੂੰ ਕਾਲ ਕਰਨੀ ਆ, ਹੋਰ ਕਿਸੇ ਨੂੰ ਕਾਲ ਨਹੀਂ ਕਰਨੀ। ਜੇ ਤੁਹਾਡੇ ਸੁਪਨਿਆਂ ਦਾ ਘਰ ਤੁਹਾਨੂੰ ਚਾਹੀਦਾ ਆ ਅਤੇ ਮੈਨੂੰ ਕਾਲ ਕਰ ਲਿਓ। ਜੇ ਤੁਹਾਡਾ ਘਰ ਕਿਤੇ ਨਹੀਂ ਵਿਕਦਾ ਤਾਂ ਵੀ ਮੈਨੂੰ ਕਾਲ ਕਰ ਲਿਓ। ਬਹੁਤ ਸਾਰੇ ਮੇਰੇ ਕੋਲ ਪ੍ਰੋਜੈਕਟ ਨੇ, ਪ੍ਰੀ ਬਿਲਟ ਪ੍ਰੋਜੈਕਟ ਨੇ, ਜਿੱਥੇ ਘਰ ਬਣਨੇ ਨੇ। ਬਹੁਤ ਸਾਰੇ ਬਿਲਡਰਸ ਵੱਲੋਂ ਮਾਰਕੀਟ ਵਿੱਚ ਲਿਆਂਦੇ ਗਏ ਨੇ। ਵੱਡੀਆਂ ਜਿਹੜੀਆਂ ਬਿਲਡਿੰਗਸ ਹੁੰਦੀਆਂ ਮਲਟੀ ਸਟੋਰੀ, ਕਾਲਜਾਂ ਦੇ ਲਾਗੇ, ਯੂਨੀਵਰਸਿਟੀਆਂ ਲਾਗੇ, ਉਹ ਵੀ ਮੇਰੇ ਕੋਲ ਹੈ ਨੇ। ਜੇ ਤੁਸੀਂ ਬੁੱਕ ਕਰਾਉਣੀਆਂ ਨੇ, ਛੋਟੀਆਂ ਕਿਸ਼ਤਾਂ 'ਚ ਤੁਹਾਨੂੰ ਜਿਹੜੀ ਡਾਊਨ ਪੇਮੈਂਟ ਦੇਣੀ ਆ, ਬਹੁਤਾ ਬੋਝ ਵੀ ਨਹੀਂ ਪਏਗਾ। ਤੁਸੀਂ ਕਿਸੇ ਵੀ ਇਲਾਕੇ ਵਿੱਚ ਲੈਣੀ ਆ ਤਾਂ ਮੈਨੂੰ ਕਾਲ ਕਰ ਲਿਓ, ਭਾਵੇਂ ਟੋਰਾਂਟੋ ਹੋਵੇ, ਵਾਨ ਹੋਵੇ, ਮਾਰਕਮ ਜਾਂ ਟਰਾਈ ਸਿਟੀ ਹੈ, ਜਿੱਦਾਂ ਵਾਟਰਲੂ ਏਰੀਆ ਹੈ, ਕੈਂਬਰਿਜ ਹੈ, ਕਿਚਨਰ ਹੈ। ਤੁਸੀਂ ਮੈਨੂੰ ਕਾਲ ਕਰਿਓ 416 319 0551। ਸੋ ਅਗਲੇ ਹਫਤੇ ਇੱਕ ਨਵਾਂ ਨਿਵੇਕਲਾ ਪ੍ਰੋਗਰਾਮ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗਾ। ਉਮੀਦ ਹੈ ਤੁਸੀਂ ਅੱਜ ਦਾ ਪ੍ਰੋਗਰਾਮ ਪਸੰਦ ਕੀਤਾ ਹੋਵੇਗਾ। ਤੁਹਾਡੇ ਸੁਨੇਹਿਆਂ ਤੋਂ ਘੱਟੋ ਘੱਟ ਜ਼ਰੂਰ ਲੱਗ ਰਿਹਾ ਕਿ ਤੁਸੀਂ ਪਸੰਦ ਕਰ ਰਹੇ ਹੋ। ਸੋ ਹਮੇਸ਼ਾ ਖੁਸ਼ ਰਹੋ। ਅਗਲੇ ਹਫਤੇ ਫਿਰ ਮਿਲਣ ਦੀ ਆਸ ਵਿੱਚ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ।